ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਟੋਰਾਂਟੋ ਸਮੇਂ ਦੇ ਮੁਤਾਬਿਕ ਹਰ ਸੋਮਵਾਰ ਤੋਂ ਲੈ ਕੇ ਹਰ ਸ਼ੁੱਕਰਵਾਰ ਤੱਕ ਸ਼ਾਮ ਨੂੰ 6 ਤੋਂ ਲੈ ਕੇ 7 ਵਜੇ ਤੱਕ ਲਾਈਵ ਹੁੰਨੇ ਆ ਤੇ ਜੋ ਮੌਜੂਦਾ ਹਾਲਾਤ ਨੇ ਵਿਸ਼ਵ ਦੇ ਉਹਦੇ ਉੱਤੇ ਅਸੀਂ ਤੁਹਾਨੂੰ ਖਬਰਾਂ ਵੀ ਦਿੰਨੇ ਆ ਤੇ ਨਾਲ ਉਹਨਾਂ ਦੇ ਉੱਤੇ ਵਿਚਾਰ ਵੀ ਕਰਦੇ ਆ। ਸੋ ਪ੍ਰੋਗਰਾਮ ਵਿੱਚ ਮੇਰਾ ਹਮੇਸ਼ਾ ਇਸ ਤਰ੍ਹਾਂ ਸਾਥ ਦੇਣਗੇ ਮਰਗਿੰਦਰ ਜੀ, ਮੇਰੇ ਸਹਿਯੋਗੀ, ਜੋ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਤੁਹਾਨੂੰ ਸਤਿ ਸ਼੍ਰੀ ਅਕਾਲ। ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਬਹੁਤ ਦੇਰ ਬਾਅਦ ਘਰੋਂ ਬਾਹਰ ਆਇਆ ਮੈਂ। ਅੱਜ ਇੱਥੇ ਕਈ ਕੰਮ ਕਰਨ ਵਾਲੇ ਸੀਗੇ, ਇਕੱਠੇ ਹੋਏ ਸੀਗੇ, ਸੋ ਮੈਂ ਕਿਹਾ ਵੀ ਚਲੋ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ। ਬਿਲਕੁਲ, ਤੇ ਅਸੀਂ ਡਿਸਟੈਂਸ ਵੀ ਮੇਨਟੇਨ ਕੀਤਾ ਹੋਇਆ। ਹਾਂਜੀ, ਅਸੀਂ ਸਾਡਾ ਜੋ ਐਕਚੁਅਲੀ ਸਟੂਡੀਓ ਵਿੱਚ ਸਿਸਟਮ ਇਹ ਰੱਖਿਆ ਹੈ ਵੀ ਜਦੋਂ ਵੀ ਕੋਈ ਵੀ ਸਾਡਾ ਗੈਸਟ ਆਉਂਦਾ ਜਾਂ ਅਸੀਂ ਆਪ ਕੰਮ ਕਰਦੇ ਹਾਂ, ਅਸੀਂ ਪਹਿਲਾਂ ਉਹਨੂੰ ਸਾਫ਼ ਕਰਦੇ ਹਾਂ, ਪ੍ਰੋਪਰਲੀ ਸਾਫ਼ ਕਰਕੇ ਉਸ ਤੋਂ ਬਾਅਦ ਅਸੀਂ ਆਪ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਈਵਨ ਜਿਹੜੇ ਸਾਡੇ ਮਾਈਕਰੋਫੋਨਸ ਆ ਇਹਨਾਂ ਸਭ ਨੂੰ ਅਸੀਂ ਡਿਸਇਨਫੈਕਟ ਕਰਕੇ ਫਿਰ ਅਸੀਂ ਆਪਣਾ ਇੱਥੇ ਕੰਮ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਕਿ ਜਿਹੜੀ ਸਾਨੂੰ ਸਰਕਾਰ ਨੇ ਹੁਕਮ ਦਿੱਤੇ ਆ ਜੀ ਉਹਦੇ ਮੁਤਾਬਕ ਤੇ ਆਪ ਦੀ ਸਿਹਤ ਨੂੰ ਠੀਕ ਰੱਖਣ ਵਾਸਤੇ ਜੋ ਸਾਨੂੰ ਠੀਕ ਲੱਗਦਾ ਅਸੀਂ ਉਵੇਂ ਕਰਦੇ ਹਾਂ ਜੀ। ਜੀ ਬਿਲਕੁਲ। ਤੇ ਸਰ ਕਿਵੇਂ ਦਾ ਰਿਹਾ ਤੁਹਾਡਾ ਵੀਕਐਂਡ? ਤੁਸੀਂ ਵੀ ਕਾਫੀ ਦਿਨਾਂ ਬਾਅਦ ਅੱਜ ਘਰੋਂ ਬਾਹਰ ਨਿਕਲੇ ਹੋ, ਕਿਵੇਂ ਦਾ ਲੱਗਿਆ ਤੁਹਾਨੂੰ? ਵੀਕਐਂਡ ਤਾਂ ਘਰੇ ਮੌਜਾਂ ਹੀ ਮੌਜਾਂ, ਬਸ ਕੋਈ ਕੰਮ ਨਹੀਂ, ਘਰ ਬਹਿਣਾ। ਠੀਕ ਹੈ ਤਰਨ, ਅੱਜ ਜਦੋਂ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਉਹ ਲੱਗਿਆ ਜਿਵੇਂ ਲਾਈਫ ਨੋਰਮਲ ਹੁੰਦੀ ਹੈ। ਟ੍ਰੈਫਿਕ ਬਹੁਤ ਜ਼ਿਆਦਾ ਹੈ। ਆਪਾਂ ਅੱਗੇ ਵੀ ਗੱਲ ਕੀਤੀ ਸੀ ਨਾ, ਮੈਂ ਤਾਂ ਕੈਮਰਾ ਦੀ ਦੇਖਦਾ ਹੁੰਦਾ ਸੀਗਾ। ਅੱਜ ਮੈਂ ਜਦੋਂ ਆਇਆ ਤਾਂ ਕਿਤੇ ਵੀ ਐਸੀ ਗੱਲ ਨਹੀਂ, ਕਿਸੇ ਵੀ ਟ੍ਰੈਫਿਕ ਲਾਈਟ ਤੇ ਮੈਂ ਖੜਾ ਇਉਂ ਨਹੀਂ ਸੀ ਮੈਂ ਹੀ ਪਹਿਲੀ ਕਾਰ ਸੀ। ਮੇਰੇ ਪੂਰੇ 3 4 5 7 ਕਾਰਾਂ ਜ਼ਰੂਰ ਖੜੀਆਂ ਸੀਗਾ। 4 ਲੇਨਾਂ ਨੇ, 3 ਲੇਨਾਂ ਨੇ, ਸਾਰਿਆਂ ਦੇ ਵਿੱਚ ਹੀ ਕਾਰਾਂ ਖੜੀਆਂ ਸੀ। ਪਤਾ ਨਹੀਂ ਸ਼ਾਇਦ ਜਿਹੜੇ 34 ਐਸੈਂਸ਼ੀਅਲ ਸਰਵਿਸਿਜ਼ ਦੇ ਹੈਗੇ ਸਾਡੇ ontario ਦੇ ਵਿੱਚ ਸਾਰੇ ਉਹ ਲੱਗਦੇ ਆ ਕਿ ਸਾਰੇ ਐਸੈਂਸ਼ੀਅਲ ਵਰਕਰ ਹੀ ਨੇ। ਸਾਰੇ ਲੱਗੇ 34 ਜਿਹੜੇ ਕੈਟਾਗਰੀ ਸ਼ਾਇਦ ਸਾਰਾ ontario ਹੀ ਆ ਜਾਂਦਾ। ਟ੍ਰੈਫਿਕ ਜ਼ਿਆਦਾ ਹੈ ਜੀ। ਅਫਸੋਸ ਹੁੰਦਾ ਇਸ ਗੱਲ ਦਾ, ਪਰ ਉਹ ਅਗਲਾ ਇਹ ਕਹੂਗਾ ਭਾਈ ਤੂੰ ਸਾਡੇ ਤੇ ਤੁਰਿਆ ਫਿਰਦਾ ਸੀਗਾ। ਹੋ ਸਕਦਾ ਮੇਰੇ ਵਰਗੇ ਹੋਰ ਵੀ ਕਈ ਫਿਰਦੇ ਹੋਣ, ਪਰ ਫਿਰ ਵੀ ਜਿਹੜਾ ਸੋਸ਼ਲ ਡਿਸਟੈਂਸਿੰਗ ਹੈ ਸਾਨੂੰ ਇਹਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ। ਬਿਲਕੁਲ ਜੀ। ਤੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਅੱਜ ਕਾਫੀ ਦਿਲਚਸਪ ਜਿਹੜੀਆਂ ਖਬਰਾਂ ਨੇ ਉਹਨਾਂ ਉੱਤੇ ਅਸੀਂ ਡਿਸਕਸ ਕਰਾਂਗੇ, ਕਿਉਂਕਿ ਕੈਨੇਡਾ, ਅਮਰੀਕਾ ਤੇ ਹੋਰ ਵੀ ਕਈ ਕੰਟਰੀਜ਼ ਜਿਹੜੀਆਂ ਨੇ ਮੁੜ ਖੁੱਲਣ ਦੀ ਰਾਹ ਤੇ ਆ ਚੁੱਕੀਆਂ ਨੇ ਤੇ ਅਲੱਗ-ਅਲੱਗ ਪ੍ਰੀਮੀਅਰਸ, ਚਾਹੇ ਉਹ ਕੈਨੇਡਾ ਦੇ ਹੋਣ, ਚਾਹੇ ਅਲੱਗ-ਅਲੱਗ US ਸਟੇਟਸ ਦੇ ਗਵਰਨਰ ਹੋਣ, ਹੁਣ ਅੱਜ ਕੱਲ ਉਹਨਾਂ ਦੇ ਜੋ ਬਿਆਨ ਸਾਹਮਣੇ ਆ ਰਹੇ ਨੇ ਇਹੀ ਨੇ ਕਿ ਮੁੜ ਹੁਣ ਉਹ ਅਰਥ ਵਿਵਸਥਾ ਨੂੰ ਖੋਲਣ ਦੇ ਰਾਹ ਤੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਅਸੀਂ ਦੇਖ ਸਕਦੇ ਹਾਂ ਕਿ ਕਈ ਅਦਾਰੇ ਜਿਹੜੇ ਆ ਹੋਰ ਖੁੱਲ ਸਕਦੇ ਨੇ। ਸੋ ਇਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਸਰ ਥੋੜੀ ਜਿਹੀ ਪੋਜ਼ਿਟਿਵ ਨਿਊਜ਼ ਨਾਲ ਕਰ ਲਈਏ, ਕਿਉਂਕਿ ਹਮੇਸ਼ਾ ਚਾਹੀਦੀ ਵੀ ਆ। ਹਾਂ, ਥੋੜਾ ਜਿਹਾ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਸੀ, ਅਸੀਂ ਅਲੱਗ-ਅਲੱਗ ਖਬਰਾਂ ਵੀ ਅਸੀਂ ਲਗਾਈਆਂ ਨੇ ਕਿ ਜਦੋਂ ਵੀ ਕੋਈ ਐਵੇਂ ਦੀ ਸਥਿਤੀ ਆਉਂਦੀ ਹੈ, ਚਾਹੇ ਉਹ ਕੋਈ ਤੂਫਾਨ ਹੋਵੇ, ਚਾਹੇ ਉਹਦੇ ਕਰਕੇ ਮਹਾਮਾਰੀ ਹੋਵੇ, ਕੋਈ ਵੀ ਸਥਿਤੀ ਹੋਵੇ, ਹਮੇਸ਼ਾ ਸਿੱਖ ਭਾਈਚਾਰੇ ਦੇ ਲੋਕ ਅੱਗੇ ਆ ਕੇ ਹਮੇਸ਼ਾ ਹੈਲਪ ਕਰਦੇ ਨੇ। ਸੋ ਐਵੇਂ ਦੀਆਂ ਹੀ ਕੁਝ ਫੁਟੇਜਸ ਜਿਹੜੀਆਂ ਨੇ ਅੱਜ ਕੱਲ੍ਹ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਉੱਤੇ। ਮੈਂ ਚਾਹਾਂਗੀ ਕਿ ਪਹਿਲਾਂ ਅਸੀਂ ਉਹ ਫੁਟੇਜਸ ਦਿਖਾਈਏ ਜਿਹਦੇ ਵਿੱਚ ਇੱਕ ਪਾਸੇ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਦੇ ਵੱਲੋਂ ਸਿੱਖ ਭਾਈਚਾਰੇ ਲਈ ਖਾਸ ਤੌਰ ਤੇ ਹੌਰਨ ਵਜਾ ਕੇ ਉੱਥੇ ਉਹਨਾਂ ਨੂੰ ਥੈਂਕਸ ਕੀਤਾ ਗਿਆ। ਤੇ ਦੂਜੇ ਪਾਸੇ ਅਸੀਂ ਗੱਲ ਕਰੀਏ US ਦੀ ਤਾਂ US ਵਿੱਚ ਵੀ ਕੁਝ ਅਜਿਹਾ ਹੀ ਕਦਮ ਚੁੱਕਿਆ ਗਿਆ। ਉੱਥੋਂ ਦੇ ਰਿਵਰਸਾਈਡ ਪੁਲਿਸ ਦੇ ਵੱਲੋਂ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਅਨੋਖੇ ਹੀ ਅੰਦਾਜ਼ ਵਿੱਚ। ਸੋ ਤੁਹਾਨੂੰ ਪਹਿਲਾਂ ਇਹ ਫੁਟੇਜ ਦਿਖਾਉਂਦੇ ਹਾਂ, ਫਿਰ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ। ਗੁਰੂ ਦੇ ਰਹਿਮਤਾਂ ਬਖਸ਼ਿਸ਼ਾਂ ਨੇ, ਇਹ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਹੋ ਰਹੀ ਆ। ਇਹ ਸਿੱਖੋ ਆਪਣੀ ਸਾਰਿਆਂ ਦੀ, ਇਹ ਕਿਸੇ ਇੱਕ ਦੀ ਨਹੀਂ, ਇਹ ਪੂਰੇ ਦੁਨੀਆ ਦੇ ਸਿੱਖਾਂ ਦੀ ਵਡਿਆਈ ਹੋ ਰਹੀ ਆ। ਜੇ ਗੁਰੂ ਦੇ ਸਿੱਖਾਂ ਨੇ ਸੇਵਾ ਕੀਤੀ ਆ, ਅੱਜ ਭਾਰਤ ਦੀ ਸਰਕਾਰ ਉਹ ਸੇਵਾ ਨੂੰ ਸਨਮਾਨਿਤ ਕਰ ਰਹੀ ਆ। ਦਿੱਲੀ ਪੁਲਿਸ ਸਲੂਟ ਕਰਦੇ ਹੋਏ ਆਹ ਦੇਖੋ, ਇਹ ਗੁਰਦੁਆਰਾ ਬੰਗਲਾ ਸਾਹਿਬ ਨੂੰ ਕਿਤਨਾ ਸਲੂਟ ਪੈ ਰਹੇ ਨੇ, ਕਿਤਨਾ ਸੀਸ ਨਿਵਾ ਰਹੇ ਨੇ। ਆਹ ਦੇਖੋ, ਬਾਵਰਦੀ ਪੁਲਿਸ ਆਪਣੀਆਂ ਗੱਡੀਆਂ 'ਚ, ਮੋਟਰਸਾਈਕਲਾਂ ਤੇ। ਗੁਰੂ ਨਾਨਕ ਦੇ ਘਰ ਦੀ ਵਡਿਆਈ ਦੇਖੋ। ਜਦੋਂ ਗੁਰੂ ਨਾਨਕ ਨੇ ਰਹਿਮਤ ਬਖਸ਼ਿਸ਼ ਕੀਤੀ ਆਪਣੇ ਸਿੱਖਾਂ ਤੇ, ਸੇਵਾ ਵੀ ਲਈ, ਸੇਵਾ ਲੈ ਕੇ ਤੇ ਉਹਨਾਂ ਦੀ ਝੋਲੀ 'ਚ ਖੁਸ਼ੀਆਂ ਵੀ ਪਾਈਆਂ ਤੇ ਫਿਰ ਉਹਨਾਂ ਨੂੰ ਵਡਿਆਈ ਵੀ ਬਖਸ਼ੀ। ਹਾਂਜੀ ਬਾਈ ਜੀ, ਆ ਜਿਹੜੀ ਪੁਲਿਸ ਤੁਸੀਂ ਦੇਖ ਰਹੇ ਹੋ, ਇਹ ਰਿਵਰਸਾਈਡ ਕੈਲੀਫੋਰਨੀਆ ਗੁਰਦੁਆਰੇ ਦੇ ਵਿੱਚ ਕਿਸੇ ਨੂੰ ਫੜ ਨਹੀਂ ਆਈ, ਲੜਾਈ ਕਰਕੇ ਨਹੀਂ ਆਈ। ਇਹ ਥੈਂਕ ਯੂ ਕਰਨ ਆਏ ਆ ਉਹਨਾਂ ਸੇਵਾਦਾਰਾਂ ਦਾ ਜਿਹੜੇ ਮਤਲਬ ਐਵਰੀ ਡੇ ਰਾਸ਼ਨ ਤੇ ਫੂਡ ਲੋਕਾਂ ਨੂੰ ਫ੍ਰੀ ਵੰਡ ਰਹੇ ਆ। ਇਵਨ ਹਸਪੀਟਲਾਂ ਨੂੰ ਵੀ ਦੇ ਰਹੇ ਆ ਤੇ ਪੁਲਿਸਾਂ ਨੂੰ ਵੀ ਦੇ ਕੇ ਆਉਂਦੇ ਆ। ਦੇਖੋ ਕਿਵੇਂ ਲੈਣ ਲਾ ਕੇ ਆਏ ਨੇ, ਸਰਪ੍ਰਾਈਜ਼ ਦਿੱਤਾ ਇਹਨਾਂ ਨੇ ਆਪਣੇ ਸੇਵਾਦਾਰਾਂ ਨੂੰ। ਮਤਲਬ ਕਿਸੇ ਕਹੇ ਤੇ ਨਹੀਂ ਆਏ, ਇਹ ਆਪਣੇ ਆਪ ਆਏ ਨੇ। ਦੇਖੋ ਕਿਆ ਟੌਰ ਆ ਕੈਲੀਫੋਰਨੀਆ ਪੁਲਿਸ ਦੀ। ਦੇਖੋ ਸਾਰਿਆਂ ਸੋਹਣੀਆਂ ਕਰ ਰਹੇ ਨੇ ਬੋਲ ਦੇ ਵਿੱਚ, ਦੇਖ ਲਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਾਰੇ ਦੇਖ ਰਹੇ ਹੋ, ਰਿਵਰਸਾਈਡ ਪੁਲਿਸ ਡਿਪਾਰਟਮੈਂਟ ਸਾਡੇ ਕੋਲ ਸਪੈਸ਼ਲੀ ਰਿਵਰਸਾਈਡ ਗੁਰਦੁਆਰੇ ਸਾਰੀ ਸੰਗਤ ਨੂੰ ਥੈਂਕ ਯੂ ਕਹਿਣ ਵਾਸਤੇ ਆਈ ਹੈ। ਸੰਗਤ ਪਿਛਲੇ 6 ਹਫ਼ਤਿਆਂ ਤੋਂ ਤਕਰੀਬਨ 45,000 ਮੀਲ ਬਣਾ ਚੁੱਕੀ ਹੈ ਅਤੇ ਆਸ-ਪਾਸ ਦੇ ਜਿਹੜੇ ਵੀ ਲੋੜਵੰਦ ਮੈਡੀਕਲ ਪ੍ਰੋਫੈਸ਼ਨਲ ਸੀਨੀਅਰ ਸਿਟੀਜ਼ਨਸ ਹੈਗੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਫਾਇਰ ਡਿਪਾਰਟਮੈਂਟ ਵਾਲਿਆਂ ਨੇ ਦਿੱਤੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। We are here at Riverside Gurdwara, United Sikh Mission and the community of Riverside, Khalsa School Riverside. We're all working together with the help of all the Sangat, everybody else out there. We're giving out groceries every Saturday and Sunday, and as you can see, the lines are really long, so we give them hot. ਸੋ ਇਹ ਸੀ ਜੀ, ਤੁਸੀਂ ਦੇਖਿਆ ਖੁਦ ਕਿ ਪੁਲਿਸ ਮੁਲਾਜ਼ਮ ਕਿਸ ਪ੍ਰਕਾਰ ਨਾਲ ਸਿੱਖ ਭਾਈਚਾਰੇ ਦਾ ਧੰਨਵਾਦ ਕਰ ਰਹੀ ਸੀ, ਚਾਹੇ ਉਹ ਦਿੱਲੀ ਹੋਵੇ ਚਾਹੇ ਉਹ US ਹੋਵੇ। ਸਰ ਹਾਲਾਂਕਿ ਸਿੱਖ ਭਾਈਚਾਰਾ ਕਦੇ ਵੀ ਇਸ ਨੀਅਤ ਨਾਲ ਨਹੀਂ ਕਰਦਾ ਕਿ ਸਾਨੂੰ ਅੱਗੇ ਹੋ ਕੇ ਸਾਨੂੰ ਐਪਰੀਸ਼ੀਏਟ ਕੀਤਾ ਜਾਵੇ ਜਾਂ ਫਿਰ ਸਾਡੀ ਬੜੀ ਬੱਲੇ ਬੱਲੇ ਕੀਤੀ ਜਾਵੇ। ਹਮੇਸ਼ਾ ਨਿਸਵਾਰਥ ਭਾਵਨਾ ਦੇ ਨਾਲ ਕਰਦੇ ਆ, ਹੈਲਪ ਕਰਦੇ ਆ। ਤੇ ਤਾਂ ਵੀ ਮਤਲਬ ਚਾਹੇ ਅਲੱਗ-ਅਲੱਗ ਅਸੀਂ ਦੇਖੀਏ ਜਿੰਨੇ ਵੀ ਗਰੁੱਪਸ ਬਣੇ ਹੋਏ ਨੇ ਸਿੱਖ ਭਾਈਚਾਰੇ ਦੇ, ਚਾਹੇ ਉਹ ਕੈਨੇਡਾ ਹੋਵੇ, ਅਮਰੀਕਾ ਹੋਵੇ, ਵਰਲਡ ਵਾਈਡ ਗੱਲ ਕਰੀਏ, ਹਮੇਸ਼ਾ ਅੱਗੇ ਆਉਂਦੇ ਆ ਕੋਈ ਵੀ ਸਿਚੁਏਸ਼ਨ ਹੋਵੇ। ਕਿਤੇ ਵੀ ਕੋਈ ਐਸੀ ਗੱਲ ਹੋਵੇ, ਸਾਡਾ ਭਾਈਚਾਰਾ ਇਹਨੂੰ ਨਿਸ਼ਕਾਮ ਕਹਿੰਦੇ ਆ ਸ਼ਬਦ ਆਪਾਂ ਵਰਤਦੇ ਆ ਵੀ ਬਿਨਾਂ ਕਿਸੇ ਫਾਇਦੇ ਤੋਂ ਅਸੀਂ ਕਰਦੇ ਆ। ਇਹ ਪਤਾ ਨਹੀਂ ਕਾਹਦੀ ਬਖਸ਼ਿਸ਼ ਹੈ ਕਿ ਸਾਡੇ ਧਰਮ ਦੇ ਵਿੱਚ ਕੋਈ ਐਸੀ ਜਿਵੇਂ ਗੁੜਤੀ ਮਿਲੀ ਆ ਹਰੇਕ ਨੂੰ, ਇਸ ਕੰਮ ਵਾਸਤੇ ਹਮੇਸ਼ਾ ਤਿਆਰ ਰਹਿੰਦਾ। ਪਰ ਇਹਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਕਮਿਊਨਿਟੀਜ਼ ਨੇ ਉਹ ਵੀ ਬਹੁਤ ਅੱਗੇ ਆ ਰਹੀਆਂ ਨੇ। ਖਾਸ ਕਰਕੇ ਮੈਂ ਹੁਣ ਆਪਾਂ ਟੋਰਾਂਟੋ 'ਚ ਰਹਿੰਦੇ, ਇੱਥੇ ਟੋਰਾਂਟੋ ਦੀ ਮੇਪਲ ਲੀਫ ਜਿਹੜੀ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ, ਉਹਦੇ ਅੰਡਰ ਇੱਥੋਂ ਦੀ ਇੱਥੇ ਹਾਕੀ ਟੀਮ ਹੈ ਜੀ, ਜਿਹੜੀ ਆਈਸ ਹਾਕੀ ਟੀਮ ਹੈ, ਉਹਦੇ 'ਚ ਹਾਕੀ ਦੀ ਟੀਮ ਐਂਡ ਸਾਡੇ ਜਿਹੜੇ ਰੈਪਟਰਸ ਨੇ ਜਿਹੜੀ ਬਾਸਕਟਬਾਲ ਦੀ ਟੀਮ ਆ, ਉਹਦੀ ਆਰਗੇਨਾਈਜੇਸ਼ਨ ਇੱਕ ਹੀ ਆ, MLSE ਆ। ਉਹ ਹਰ ਰੋਜ਼ ਦੇ ਇੱਥੇ ਤਰਨ 10,000 ਤੋਂ ਉੱਪਰ ਮੀਲਸ ਡਿਸਟ੍ਰੀਬਿਊਟ ਕਰਦੀ ਹੈ। ਇਸ ਤਰ੍ਹਾਂ ਕਿ ਹੋਰ ਵੀ ਇੱਥੋਂ ਦੀਆਂ ਸੰਸਥਾਵਾਂ ਨੇ ਜਿਹੜੀਆਂ ਰਲ ਮਿਲ ਕੇ ਜਦੋਂ ਦਾ ਇਹ ਮਹਾਮਾਰੀ ਆਈ ਹੈ, ਕਈ ਲੋਕਾਂ ਕੋਲੇ ਫੂਡ ਨਹੀਂ ਹੈ, ਸਾਰੇ ਰਲ ਮਿਲ ਕੇ ਉਹ ਕਰ ਰਹੇ ਨੇ। ਔਰ ਚੰਗੀ ਗੱਲ ਆ, ਜਿਹੜਾ ਵੀ ਕੋਈ ਕਰ ਸਕਦਾ। ਆਪਣੇ ਇੰਡੀਆ 'ਚ ਬਹੁਤ ਥਾਵਾਂ ਨੇ, ਕਈ ਗੁਪਤ ਕਰ ਰਹੇ ਨੇ। ਇੱਕ ਦਾ ਨਾਮ ਮੇਰੇ ਖਿਆਲ ਅਮੀਰ ਖਾਨ ਦੇ ਨਾਲ ਜੁੜ ਰਿਹਾ ਹੈ, ਜਿਹੜੀ ਉਹ ਕਹਿੰਦੇ ਕਿਲੋ ਆਟਾ ਰਾਸ਼ਨ ਦੇ ਵਿੱਚ ਉਹਦੇ 'ਚ 20,000 ਰੁਪਈਆ ਦਿੱਤਾ ਗਿਆ। ਬੜੀ ਚੰਗੀ ਗੱਲ ਆ। ਔਰ ਇੱਥੇ ਉਹ ਪਤਾ ਲੱਗਦਾ ਕਿ ਜਿਹਨੂੰ ਅਸਲ ਜ਼ਰੂਰਤ ਸੀਗੀ ਉਹ ਕਿਲੋ ਆਟਾ ਵੀ ਲੈਣ ਗਿਆ। ਬਿਲਕੁਲ। ਕਈ ਮੈਂ ਸੌਰੀ ਟੂ ਸੇ ਦਿਸ ਥਿੰਗ ਤਰਨ, ਕਈ ਐਸੀਆਂ ਵੀਡੀਓਜ਼ ਅੱਜ ਕੱਲ੍ਹ ਆ ਰਹੀਆਂ ਨੇ ਕਿ ਲੋਕੀ ਆਏ ਸਮਾਨ ਇਕੱਠਾ ਕਰਕੇ ਸਟੋਰ ਦੇ ਉੱਤੇ ਵੇਚਣ ਗਏ ਨੇ, ਜਿਹੜੇ ਕਿ ਅਬਿਊਜ਼ ਕਰ ਰਹੇ ਨੇ। ਬਹੁਤ ਮਾੜੀ ਗੱਲ ਹੈਗੀ ਆ। ਜਿਹਨੂੰ ਜ਼ਰੂਰਤਮੰਦ ਹੈਗਾ, ਜ਼ਰੂਰਤਮੰਦ ਨੂੰ ਜ਼ਰੂਰਤ ਦੀ ਚੀਜ਼ ਜ਼ਰੂਰ ਲੈਣੀ ਚਾਹੀਦੀ ਹੈ। ਉਸ ਤੋਂ ਅੱਗੇ ਜੇ ਤੁਸੀਂ ਉਹ ਬਿਜ਼ਨਸ ਕਰਨਾ, ਮੇਰੇ ਖਿਆਲ ਇਸ ਤੋਂ ਹੋਰ ਘਿਨਾਉਣੀ ਕੋਈ ਗੱਲ ਨਹੀਂ ਹੋ ਸਕਦੀ। ਬਿਲਕੁਲ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਅੱਜ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ। ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਲਾਈਵ ਪ੍ਰੋਗਰਾਮ ਵਿੱਚ ਕਾਲ ਕਰੋ ਤੇ ਆਪਣੇ ਵਿਚਾਰ ਰੱਖੋ ਤੇ ਪ੍ਰੋਗਰਾਮ ਦੇ ਨਾਲ ਜੁੜੋ। ਸੋ ਸਰ, ਅਸੀਂ ਥੋੜਾ ਜਿਹਾ ਅਗਲੀ ਖਬਰ ਦੇ ਵੱਲ ਵਧੀਏ। ਜਿਵੇਂ ਕਿ ਅਸੀਂ ਅੱਜ ਦਾ ਸਾਡਾ ਮੁੱਦਾ ਵੀ ਹੈਗਾ ਕਿ ਕਈ ਮੁਲਕ ਜਿਹੜੇ ਨੇ ਹੁਣ ਇਕਨੋਮੀ ਨੂੰ ਖੋਲਣ ਜਾ ਰਹੇ ਨੇ। ਅਸੀਂ ਕੁਝ ਸਮੇਂ ਪਹਿਲਾਂ, ਜਦੋਂ ਅੱਜ ਤੋਂ ਲਗਭਗ 1 ਹਫ਼ਤਾ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ, ਤਾਂ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਕਾਲਸ ਕੀਤੀਆਂ ਸੀ ਕਿ ਸਰਕਾਰਾਂ ਨੂੰ ਖੋਲਣਾ ਨਹੀਂ ਚਾਹੀਦਾ ਕਿਉਂਕਿ ਹਜੇ ਵੀ ਹਰ ਰੋਜ਼ ਜਿਹੜੇ ਨਵੇਂ ਕੇਸਿਸ ਸਾਹਮਣੇ ਆ ਰਹੇ ਨੇ। US ਵਿੱਚ ਜਦੋਂ ਪ੍ਰੋਟੈਸਟ ਹੋਣਾ ਸ਼ੁਰੂ ਹੋਇਆ ਸੀ ਤਾਂ ਸਾਰੇ ਕਹਿ ਰਹੇ ਸੀਗੇ ਕਿ ਇਹ ਵੀ ਇਹ ਗਲਤ ਹੋ ਰਿਹਾ, ਜੇ ਸਰਕਾਰ ਕੋਈ ਕਦਮ ਚੁੱਕ ਰਹੀ ਹੈ, ਕੁਝ ਬੰਦ ਕੀਤਾ ਗਿਆ ਤਾਂ ਸੋਚ ਸਮਝ ਕੇ ਚੁੱਕਿਆ ਜਾ ਰਿਹਾ। ਹੁਣ ਅਸੀਂ ਦੇਖ ਰਹੇ ਹਾਂ ਸਰ, ਸਾਡੇ ਖੁਦ ਦੇ ਇੱਥੇ ਓਨਟਾਰੀਓ ਦੀ ਗੱਲ ਕਰੀਏ, ਓਨਟਾਰੀਓ ਵਿੱਚ ਪ੍ਰੋਟੈਸਟ ਹੋ ਰਹੇ ਨੇ। ਵੈਨਕੂਵਰ ਵਿੱਚ ਵੀ ਪ੍ਰੋਟੈਸਟ ਹੋਇਆ ਕਿ ਸਰਕਾਰ ਛੇਤੀ ਤੋਂ ਛੇਤੀ ਹੁਣ ਖੋਲੇ। ਸਹੀ ਗੱਲ ਆ ਜੀ। ਇਹ ਪਰ ਜਿਹੜਾ ਆਪਣੇ ਅੰਟਾਰੀਓ 'ਚ ਹੋਇਆ ਤਕਰੀਬਨ 100 ਬੰਦਿਆਂ ਦਾ ਪ੍ਰੋਟੈਸਟ ਸੀਗਾ। ਸਾਡਾ ਕੁਈਨਸ ਪਾਰਕ ਹੈ ਜੀ, ਜਿੱਥੇ ਸਾਡੀ ਗਵਰਨਮੈਂਟ ਬਹਿੰਦੀ ਹੈ ਸਾਡੇ ਸੂਬੇ ਦੀ, ਉਸ ਜਗ੍ਹਾ ਤੇ ਪ੍ਰੋਟੈਸਟ ਹੋਇਆ 100 ਬੰਦਿਆਂ ਦਾ ਸੀਗਾ। ਤੇ ਔਰ ਉਹ ਵੀ ਉਹਨਾਂ ਦੀ, ਅੱਛਾ ਤੁਸੀਂ ਉਹ ਦੇਖੋ, ਭਾਸ਼ਾ ਲਹਿਜਾ ਸਾਰਿਆਂ ਦਾ ਇੱਕੋ ਹੀ ਹੈ। ਜਿਹੜਾ ਭਾਸ਼ਾ ਲਹਿਜਾ US ਦੇ ਵਿੱਚ ਵਰਤਿਆ ਜਾ ਰਿਹਾ, ਸੇਮ ਹੀ ਇੱਥੇ ਵਰਤਿਆ ਗਿਆ। ਸਾਡੇ ਅਧਿਕਾਰ ਨੇ ਸਾਡਾ। ਅੱਛਾ, ਇੱਕ ਦਾ ਸਾਈਨ ਬੋਰਡ ਚੱਕਿਆ ਸੀਗਾ, ਮੇਰੇ ਵਾਲ ਨਹੀਂ ਮੇਰੇ ਤੋਂ ਕਟਾ ਹੋਏ, ਮੈਨੂੰ ਤਾਂ ਆਖੋ। ਇਮੈਜਿਨ ਕਰੋ ਤੁਹਾਨੂੰ, ਇਹਦੇ 'ਚ ਇਹ ਮਹਾਮਾਰੀ ਹੈ। ਆਪਾਂ ਹਰ ਰੋਜ਼ ਇਹੀ ਗੱਲ ਕਰਦੇ ਹਾਂ, ਇਹ 'ਚ ਮੌਤ ਦੇ ਚਾਂਸਸ ਹੈਗੇ ਆ। ਨਿਊਯਾਰਕ ਦਾ ਗਵਰਨਰ ਹੈ ਜੀ, ਉਹਦੀ ਗੱਲ ਸੁਣਨ ਵਾਲੀ, ਉਹਦੀ 5 ਮਿੰਟ ਦੀ ਹੈਗੀ ਟੇਪ 'ਚ ਕਿਸੇ ਨੇ ਸੁਣਨੀ ਹੈ। ਉਹਦੇ 'ਚ ਉਹਨੂੰ ਜਿਹੜਾ ਕੁਐਸਚਨ ਕੀਤਾ ਜਾ ਰਿਹਾ, ਉਹ ਰਿਗਾਰਡਿੰਗ ਇਹੀ ਕੁਐਸਚਨ ਆ ਵੀ ਇਹ ਬਿਮਾਰੀ ਖੋਲ੍ਹਣੀ ਕਦੋਂ। ਉਹ ਕਹਿੰਦਾ ਇਹ 'ਚ ਅਖੀਰ ਇਹ 'ਚ ਮੌਤ ਹੈ, ਪਰ ਅਗਲਾ ਸਮਝਦਾ ਨਹੀਂ ਹੈ। ਮੈਨੂੰ ਇੱਥੇ ਵੀ ਇਹੀ ਗੱਲ ਹੈ, ਐਕਚੁਅਲੀ ਅਖੀਰ ਇਹਦੇ 'ਚ ਮੌਤ ਹੈ, ਹੋ ਸਕਦੀ ਹੈ। ਫਿਰ ਵੀ ਲੋਕੀ ਇੰਨੀ ਕਾਹਲੀ ਪਈ ਹੈ। ਉਸੇ ਹਿਸਾਬ ਦੇ ਵਿੱਚ ਉਹਨਾਂ ਦੇ ਪਏ ਹੋਏ ਆ। ਜਿਹੜਾ BC ਦੇ ਵਿੱਚ ਹੋਇਆ ਸੇਮ ਉਹੀ, ਸੇਮ US ਦੇ ਵਿੱਚ। ਕੋਈ ਠਹਿਰ ਜਾਓ, ਕੋਈ ਐਡੀ ਗੱਲ ਨਹੀਂ ਹੈ ਨਹੀਂ। ਤੁਹਾਡੇ ਕੋਲ ਇੱਕ ਹੀ ਜ਼ਿੰਦਗੀ ਹੈ, ਬੜੀ ਖੂਬਸੂਰਤ ਜ਼ਿੰਦਗੀ ਹੈ, ਉਹਨੂੰ ਮਾਣੋ। ਐਡੀ ਕਾਹਲ ਨਾ ਕਰੋ ਕਿ ਪੈਸਾ ਹੋਈ ਸਭ ਕੁਛ ਨਹੀਂ ਹੈ। ਔਰ ਮੇਰਾ ਖਿਆਲ ਆ ਖਾਸ ਕਰਕੇ ਜਿਹੜਾ ਸਾਡਾ ਨਾਰਥ ਅਮਰੀਕਾ ਹੈਗਾ, ਇਹਦੇ ਵਿੱਚ ਕੋਈ ਐਡੇ ਹਾਲਾਤ ਹੈ ਨਹੀਂ ਕਿ ਜੇ ਬੰਦੇ ਨੂੰ 2 ਹਫ਼ਤੇ 3 ਹਫ਼ਤੇ 4 ਹਫ਼ਤੇ ਕੰਮ ਤੇ ਨਾ ਜਾ ਸਕਿਆ ਤਾਂ ਉਹ ਭੁੱਖਮਰੀ ਨਾਲ ਮਰ ਜਾਏਗਾ। ਅਜਿਹੇ ਹਾਲਾਤ ਹੈ ਨਹੀਂ ਗੇ। ਸਾਡੀਆਂ ਸਰਕਾਰਾਂ
ਇੱਥੋਂ ਦੇ ਬੜੇ ਸੋਹਣੇ ਪ੍ਰਬੰਧ ਕੀਤੇ ਹੋਏ ਨੇ ਤੁਹਾਡੇ ਵਾਸਤੇ। ਕਿਸੇ ਨਾ ਕਿਸੇ ਹਿਸਾਬ 'ਚ ਕੋਈ ਨਾ ਕੋਈ ਹੈਲਪ ਹੈਗੀ, ਅਵੇਲੇਬਲ ਹੈਗੀ ਆ। ਐਡੀ ਕਿਹੜੀ ਆਫਤ ਆਈ ਹੋਈ ਹੈ ਕਿ ਜੇ ਤੁਸੀਂ 4 ਮਹੀਨੇ ਘਰ ਬਹਿਣਾ ਵੀ ਪੈ ਗਿਆ, ਪਰ ਉਹਦੇ ਨਾਲ ਤੁਹਾਡੀ ਜ਼ਿੰਦਗੀ ਬਚਦੀ ਹੈ, ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਚਦੀ ਹੈ, ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਜਿਹੜੀ ਸਾਡੀ ਸੁਸਾਇਟੀ ਹੈਗੀ ਹੈ ਉਹਦਾ ਸਿਹਤਮੰਦ ਰਹਿੰਦੀ ਹੈ। ਤਾਂ ਮੇਰਾ ਖਿਆਲ ਆ ਤੁਹਾਨੂੰ ਇੰਨੀ ਕਾਹਲ ਕਰਨ ਦੀ ਲੋੜ ਨਹੀਂ। ਔਰ ਇਹਦੇ ਵਿੱਚ ਤਰਨ ਜਿਹੜੇ ਸਾਡੇ ਫੋਰਡ ਸਾਹਿਬ ਨੇ, ਜਿਹੜੇ ਸਾਡੇ ਪ੍ਰੀਮੀਅਰ ਨੇ ਇੱਥੋਂ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਮ ਗੂਨਸ, ਉਹਨਾਂ ਬੜਾ ਸਖਤ ਸ਼ਬਦ ਵਰਤਿਆ ਵੀ ਇਹ ਮੂਰਖ ਲੋਕ ਨੇ ਜਿਹੜੇ ਇਹੋ ਜਿਹਾ ਕੁਝ ਕਰ ਰਹੇ ਨੇ। ਔਰ ਸਰਕਾਰ ਜਿਹੜਾ ਜੋ ਕੁਝ ਕੀਤਾ ਹੋਇਆ ਉਹ ਸਾਰਾ ਕੀਤੇ ਕਰਾਤੇ, ਜਿਹਨੂੰ ਕਹਿੰਦੇ ਤੁਸੀਂ ਪਾਣੀ ਫੇਰਨਾ ਵਾਲੀ ਗੱਲ ਕੀਤੀ ਹੈ। ਪਰ ਹਲੇ ਚੰਗੀ ਗੱਲ ਆ ਕਿ ਬੰਦੇ 100 ਹੀ ਸੀ, ਬਾਕੀ ਬਹੁਤੇ ਲੋਕ ਸਿਆਣੇ ਨੇ, ਉਹ ਹਲੇ ਵੀ ਸਾਰੇ ਹੁਕਮ ਮੰਨ ਰਹੇ ਨੇ। ਬਿਲਕੁਲ। ਤੇ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਹੁਣ ਵੱਖ-ਵੱਖ ਸ਼ਹਿਰਾਂ ਵਿੱਚ, ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਚੁੱਕੇ ਨੇ। ਹੁਣ ਲੋਕੀ ਕਹਿ ਰਹੇ ਨੇ ਕਿ ਕਿਉਂਕਿ ਇੱਕ ਪਾਸੇ ਸ਼ਾਇਦ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਨਾਪਜੀ ਕਿ ਹੁਣ ਸਮਰ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ, ਸਮਰ ਆਉਣੀ ਸ਼ੁਰੂ ਹੋ ਚੁੱਕੀ ਹੈ। ਹੁਣ ਲੋਕੀ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਘਰਾਂ ਤੋਂ ਬਾਹਰ ਨਿਕਲਿਆ ਜਾਏ, ਚਾਹੇ ਕੰਮ ਕਰਨ ਲਈ ਉਹ ਨਿਕਲਿਆ ਜਾਵੇ, ਪਰ ਹੁਣ ਉਹ ਵੈਦਰ ਕਰਕੇ ਸ਼ਾਇਦ ਘਰਾਂ ਵਿੱਚ ਨਹੀਂ ਬਹਿਣਾ ਚਾਹੁੰਦੇ ਤੇ ਹੁਣ ਦੇਖਣਾ ਚਾਹੁੰਦੇ, ਕਿਉਂਕਿ ਕਾਫੀ ਲੰਬੇ ਸਮੇਂ ਬਾਅਦ, ਜੇ ਕੈਨੇਡਾ ਦੀ ਗੱਲ ਕਰੀਏ ਠੰਡਾ ਮੁਲਕ ਹੈਗਾ, ਕਾਫੀ ਸਮੇਂ ਬਾਅਦ ਜਿਹੜੀ ਇੱਥੇ ਸਮਰ ਆਉਂਦੀ ਆ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਅਸੀਂ BC ਚੋਂ ਬੋਲਦੇ ਹਾਂ ਪੁੱਤ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਹਾਂਜੀ ਮੈਮ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਨਹੀਂ ਪੁੱਤ, ਲੋਕਾਂ ਨੂੰ ਡਰਨਾ ਚਾਹੀਦਾ ਹੈ। ਕਹਿੰਦੇ ਹੁੰਦੇ ਸੁਣ ਕੇ ਗੱਲਾਂ ਹੀ ਆਖੇ ਉੱਦਾਂ ਜਦ ਐਜੂਕੇਸ਼ਨ ਵਧੀ ਜਾਂਦੇ ਆ, ਲੋਕ ਜਿਨ੍ਹਾਂ ਨੂੰ ਨਹੀਂ ਹੈਗਾ ਕੋਈ ਸਮਝਦੇ ਨਹੀਂ ਹੈਗੇ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਹੈ। ਸਹੀ ਗੱਲ ਹੈ। ਇੱਕ BC ਦੇ ਵਿੱਚ ਦੇਖੋ ਕਿ ਕੰਮ ਹੁਣ ਜਿੱਥੇ 200 ਬੰਦਾ ਇਕੱਠਾ ਕੰਮ ਕਰਦਾ ਆ, 2 ਵੀਕਾਂ ਨਿਆਣਿਆਂ ਨੂੰ ਛੁੱਟੀਆਂ ਦਿੱਤੀਆਂ, ਮੁੜ ਕੇ ਫੇਰ ਕੰਮ ਚਲਾਤਾ ਪਿਛਲੀ ਵੀਕ ਦਾ। ਜਿੱਥੇ 200 ਬੰਦਾ ਕੰਮ ਕਰਦਾ ਆ, ਉੱਥੇ ਕਹਿੰਦੇ ਹੁੰਦੇ ਆਪੇ ਇਦਾਂ ਦਾ ਡਰ ਹੈਗਾ ਹੀ ਆ। ਜੀ ਹੁਣ ਪ੍ਰਦਰਸ਼ਨ ਹੋਣੇ ਮੈਡਮ ਸ਼ੁਰੂ ਹੋ ਚੁੱਕੇ ਨੇ ਕਿ ਪ੍ਰਦਰਸ਼ਨ ਕਰ ਰਹੇ ਨੇ ਲੋਕੀ ਕਿ ਹੁਣ ਖੋਲ ਦਿੱਤਾ ਜਾਵੇ, ਅਲੱਗ-ਅਲੱਗ ਪ੍ਰੋਵਿੰਸਾਂ 'ਚ ਲੋਕੀ ਸ਼ੁਰੂ ਹੋ ਗਏ ਨੇ। ਹਾਂਜੀ, ਇਦਾਂ ਤਾਂ ਹੈਗਾ ਪੁੱਤ। ਇਹ ਹਜੇ ਡਰ ਕਹਿੰਦੇ ਹੁੰਦੇ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਫੇਰ ਵਧਣ ਲੱਗ ਪਵੇ। ਬਿਲਕੁਲ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਰੱਖੇ ਨੇ। ਥੈਂਕ ਯੂ ਸੋ ਮਚ ਪ੍ਰੋਗਰਾਮ ਦੇ ਵਿੱਚ। ਜੀ ਤਰਨ ਦੇਖੋ, ਆਪਣੇ ਮੋਸਟਲੀ ਜਿੰਨੇ ਵੀ ਦਰਸ਼ਕ ਨੇ, ਹਰੇਕ ਦਾ ਕੰਸਰਨ ਇਹੀ ਹੁੰਦਾ ਵੀ ਇਹ ਹਜੇ ਇਸ ਟੂ ਅਰਲੀ, ਪਰ ਸਰਕਾਰਾਂ ਦੀ ਸੋਚ ਕੁਝ ਹੋਰ ਤਰ੍ਹਾਂ ਦੀ ਹੈ। ਉਹ ਪੈਸਾ ਲਿਆਉਣਾ ਚਾਹੁੰਦੀਆਂ ਨੇ ਕੁਝ। ਬਾਕੀ ਜਿਹੜੇ ਆਮ ਬੰਦਾ ਉਹ ਜਿਹੜਾ ਪ੍ਰੋਟੈਸਟ ਕਰਨਾ ਚਾਹੁੰਦਾ, ਇਟਸ ਵੈਰੀ ਹਾਰਡ ਫॉर ਦਾ ਜਿਹੜੀ ਰੂਲਿੰਗ ਜਮਾਤ ਹੈਗੀ, ਜਿਹੜਾ ਰੂਲ ਕਰ ਰਹੇ ਇਸ ਵੇਲੇ, ਉਹਨਾਂ ਨੂੰ ਬੜਾ ਮੁਸ਼ਕਿਲ ਹੋ ਜਾਂਦਾ ਵੀ ਕਿਹਦੀ ਗੱਲ ਨਾ ਸੁਣੀ ਜਾਵੇ, ਕਿਉਂਕਿ ਉਹ ਵੀ ਸਿਟੀਜ਼ਨ ਹੈ, ਉਹਦਾ ਵੀ ਕੋਈ ਹੱਕ ਹੈਗਾ। ਉਹ ਆਪਣਾ ਆਪ ਦਾ ਹੱਕ ਦੱਸਣਾ ਚਾਹੁੰਦੇ, ਪਰ ਜ਼ਿਆਦਾ ਲੋਕ ਹਲੇ ਵੀ ਚਾਹੁੰਦੇ ਵੀ, ਜਿਵੇਂ ਆਪਣੇ ਕਾਲਰ ਨੇ ਗੱਲ ਕੀਤੀ ਹੈ ਕਿ ਹਲੇ ਘਰਾਂ 'ਚ ਬੈਠਣ ਵਾਲੀ ਗੱਲ ਆ। ਜਿਹੜੇ 200 ਦੀ ਗੱਲ ਕੀਤੀ ਹੈ, 200 ਦੇ ਵਿੱਚੋਂ ਤਰਨ ਜੇ ਇੱਕ ਬੰਦੇ ਨੂੰ ਵੀ ਇਹੋ ਜਿਹੀ ਗੱਲ ਹੋ ਜਾਂਦੀ ਹੈ, ਤੁਸੀਂ ਉਹ ਦੇਖੋ ਉਹ ਤੋਂ ਅੱਗੇ ਦੀ ਅੱਗੇ ਵੱਧ ਸਕਦਾ। ਔਰ ਇਹ ਹਜੇ ਕੰਟਰੋਲ 'ਚ ਨਹੀਂਗਾ, ਘਟ ਰਿਹਾ। ਜਿਹਨੂੰ ਕਹਿੰਦੇ ਕਰਵ ਅਸੀਂ ਸ਼ਾਇਦ ਫਲੈਟ ਹੋ ਗਈ ਹੈ। ਕੰਟਾਰੀ ਵਜੀ ਇਹ ਕਹਿ ਰਿਹਾ ਹੈਗਾ ਹਲੇ ਮੁੜ ਕੇ ਵੱਧ ਸਕਦੀ ਹੈ। ਰੀਜ਼ਨ ਕਿ ਦਵਾਈ ਹੈ ਨਹੀਂ ਗੀ। ਆਪਾਂ ਹਰ ਰੋਜ਼ ਇਹ ਗੱਲ ਕਰਦੇ ਹਾਂ ਵੀ ਇਸ ਬਿਮਾਰੀ ਦੀ ਅਜੇ ਦਵਾਈ ਨਹੀਂ ਆਈ ਆ। ਟਰੰਪ ਸਾਹਿਬ ਦੇ ਮੁਤਾਬਕ ਤਾਂ ਹੈਗੀ ਆ ਦਵਾਈ, ਜਿਹੜਾ ਇੰਜੈਕਟ ਕਰ ਲੈਣਾ ਤੁਸੀਂ, ਪਰ ਐਕਚੁਅਲੀ ਇਹਦੀ ਕੋਈ ਦਵਾਈ ਹਜੇ ਤੱਕ ਆਈ ਨਹੀਂ ਹੈ। ਸੋ ਸਾਨੂੰ ਬੀ ਵੈਰੀ ਕੇਅਰਫੁਲ। ਜਿਹੜੀ ਸਾਡੀ ਸਰਕਾਰ ਆ, ਸਾਡੀ ਸੂਬਾ ਸਰਕਾਰ ਆ, ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਟੂਡੂ ਸਾਹਿਬ ਨੇ, ਉਹਨਾਂ ਨੇ ਇਹ ਗੱਲ ਜਿਹੜੇ ਪ੍ਰੋਵਿੰਸ ਆ ਉਹਨਾਂ ਦੇ ਉੱਤੇ ਛੱਡੀ ਹੈ ਕਾਈਂਡ ਆਫ। ਉਹਨਾਂ ਨੇ ਜਿਹੜਾ ਸੁਨੇਹਾ ਦਿੱਤਾ ਉਹ ਕਹਿੰਦੇ ਵੀ ਹਰੇਕ ਸੂਬੇ ਦੀ ਵੱਖਰੀ ਲੋੜ ਆ, ਹਰੇਕ ਸੂਬਾ ਯੂਨੀਕ ਹੈ, ਹਰੇਕ ਨੇ ਆਪਦੀ ਮਰਜ਼ੀ ਦੇ ਨਾਲ ਇਸ ਨੂੰ ਖੋਲ੍ਹਣਾ। ਔਰ ਸਾਰੇ ਸਾਡੇ ਪ੍ਰੀਮੀਅਰਸ ਇਸ ਮਾਮਲੇ 'ਚ ਬੜੀ ਸਿਆਣਪ ਨਾਲ ਕੰਮ ਰਹਿ ਰਹੇ ਨੇ। ਸਾਡੇ ਜਿਹੜੇ ਪ੍ਰੀਮੀਅਰ ਫੋਰਡ ਸਾਹਿਬ ਨੇ, ਅੰਟੈਰੀਓ ਦੇ ਨੇ, ਉਹਨਾਂ ਨੇ ਅੱਜ ਸੁਨੇਹਾ ਦਿੱਤਾ ਤਰਨ ਵੀ 3 ਸਟੇਜਸ ਦੇ ਵਿੱਚ ਅਸੀਂ ਅੰਟੈਰੀਓ ਨੂੰ ਖੋਲਾਂਗੇ। ਟਾਈਮਲਾਈਨ ਡੇਟ ਕੋਈ ਨਹੀਂ ਦਿੱਤੀ ਜੀ ਉਹਨਾਂ ਨੇ, ਸਿਰਫ ਉਹਨਾਂ ਨੇ ਇਹ ਦੱਸਿਆ ਵੀ ਜੋ ਖੋਲਾਂਗੇ ਤਾਂ ਕਿਹੜੇ ਹਿਸਾਬ ਦੇ ਵਿੱਚ ਖੋਲ੍ਹਿਆ ਜਾਵੇਗਾ। 3 ਸਟੇਜਸ ਨੇ, ਉਹ 3 ਸਟੇਜਸ ਦੇ ਵਿੱਚ 2 ਤੋਂ 4 ਹਫ਼ਤੇ ਲੱਗਣਗੇ। ਜਦੋਂ ਸ਼ੁਰੂ ਕੀਤਾ ਤਰਨ, ਇਉਂ ਨਹੀਂ ਹੈ ਵੀ ਅੱਜ ਕੱਲ ਤੋਂ ਅਸੀਂ ਉਹ ਟਾਈਮ ਸ਼ੁਰੂ ਕਰ ਲੈਣਾ, ਨਹੀਂ। ਜਦੋਂ ਉਹ ਸ਼ੁਰੂ ਕਰਨਗੇ ਉਦੋਂ ਹਰ ਸਟੇਜ ਨੂੰ 2 ਤੋਂ 4 ਹਫ਼ਤੇ ਲੱਗਣਗੇ। ਪਹਿਲਾਂ ਤਾਂ ਮੈਡੀਕਲ ਵਗੈਰਾ ਹੈਗਾ, ਈਵਨ ਫਿਊਨਰਲ ਹੋਮਸ ਦੇ ਵਿੱਚ ਉਹ ਵੀ ਤੁਹਾਨੂੰ ਅਲਾਉ ਕਰਨਗੇ ਕਿ ਕਿਹੜੇ ਹਿਸਾਬ ਦੇ ਵਿੱਚ ਕਿੰਨੇ ਲੋਕ ਜਾ ਸਕਦੇ ਨੇ। ਹੌਲੀ ਜਿਹੜੀ ਸੈਕੰਡ ਸਟੇਜ ਹੈਗੀ ਹੈ, ਉਹ 2 ਤੋਂ 4 ਹਫ਼ਤੇ ਬਾਅਦ ਹੋਏਗੀ। ਉਹ ਹੋਏਗੀ ਤਕਰੀਬਨ ਜਿਹੜੇ ਆਮ ਕੰਮਕਾਰ ਨੇ ਉਹਦੇ ਵਿੱਚ ਤੁਹਾਨੂੰ ਖੁੱਲ੍ਹ ਮਿਲੇਗੀ। ਜਿਹੜੀ ਤੀਜੀ ਸਟੇਜ ਹੈਗੀ ਆ, ਫਿਰ ਉਹ ਸਟੇਜ ਤਰਨ ਇਹ ਆਉਂਦੀ ਹੈ ਕਿ ਤੁਸੀਂ ਜਿਹੜੀਆਂ ਇਕੱਠ ਵਾਲੀਆਂ ਥਾਵਾਂ ਨੇ, ਗੇਮਸ ਵਗੈਰਾ ਦੇਖਣੀਆਂ ਨੇ, ਕੁਛ ਐਸਾ ਕੁਛ ਕਰਨਾ, ਉਹ ਆਏਗੀ। ਹਜੇ ਇਹ ਰੋਡ ਮੈਪ ਹੈ, ਇਹ ਇਸ ਤਰ੍ਹਾਂ ਕੀਤਾ ਜਾਵੇਗਾ।
ਪਰ ਇਹਦੀ ਤਾਰੀਖ ਹਾਲੇ ਤੱਕ ਕੋਈ ਮੁਕਰਰ ਨਹੀਂ ਕੀਤੀ ਕਿ ਕਿਹੜੀ ਤਾਰੀਖ ਤੋਂ ਇਹ ਕੰਮ ਸ਼ੁਰੂ ਹੋਵੇਗਾ। ਜੀ, ਉੱਥੇ ਦੂਜੇ ਪਾਸੇ ਸਰ ਗੱਲ ਕਰੀਏ, ਤੁਸੀਂ ਓਨਟਾਰੀਓ ਦੀ ਗੱਲ ਕੀਤੀ ਹੈ। ਕਿਊਬਿਕ ਦੇ ਵਿੱਚ ਉਹ ਖਬਰ ਸਾਹਮਣੇ ਆ ਰਹੀ ਹੈ ਕਿ ਐਲੀਮੈਂਟਰੀ ਸਕੂਲਸ, ਡੇ ਕੇਅਰਸ ਟੂ ਰੀਓਪਨ ਸਟਾਰਟਿੰਗ May 11, ਹਾਇਰ ਸਕੂਲਸ ਟੂ ਕਲੋਜ਼ ਅੰਟਿਲ ਫਾਲ। ਮਤਲਬ ਕਿ ਜਿਹੜੇ ਐਲੀਮੈਂਟਰੀ ਸਕੂਲ ਨੇ ਤੇ ਡੇ ਕੇਅਰ ਨੇ ਉਹ 11 ਮਈ ਤੋਂ ਬਾਅਦ ਸ਼ਾਇਦ ਰੀਓਪਨ ਹੋ ਸਕਦੇ ਨੇ। ਇਹਦੇ ਬਾਰੇ ਕੀ ਕਹੋਗੇ? ਬਿਲਕੁਲ ਜੀ, ਉਹਨਾਂ ਨੇ ਇਹ ਗੱਲ ਕਹਿ ਹੀ ਦਿੱਤੀ ਹੈ ਜੀ। ਪਹਿਲਾਂ 5 ਤਾਰੀਖ ਸੀਗੀ, ਹੁਣ 11 ਤਾਰੀਖ ਆਈ ਹੈ ਤੇ ਉਹਨਾਂ ਨੇ ਕੁਬੈਕ ਨੇ ਖੋਲ੍ਹ ਦੇਣੇ। ਹਾਲਾਂਕਿ ਕੁਬੈਕ ਦੇ ਵਿੱਚ ਤਰਨ ਸਭ ਤੋਂ ਜ਼ਿਆਦਾ ਕੇਸਿਸ ਨੇ। ਕੁਬੈਕ ਦੇ ਵਿੱਚ ਇੰਨੇ ਕੇਸਿਸ ਨੇ ਜਿਹੜੇ ਸਾਰੇ ਕੈਨੇਡਾ ਦੇ ਰਲਾ ਕੇ ਬਰਾਬਰ ਆਉਂਦੇ ਨੇ। ਸੋ ਕੁਬੈਕ ਨੂੰ ਇੰਨੀ ਕਾਲ ਕਰਨ ਦੀ ਕੋਈ ਜ਼ਰੂਰਤ ਨਹੀਂ ਆ। ਹਾਲਾਂਕਿ ਕੁਬੈਕ ਨੇ ਮਿਲਟਰੀ ਦੀ ਮਦਦ ਮੰਗੀ ਆ ਤੇ ਇੰਨੀ ਹੁਣ ਜਿਹੜੇ ਸਕੂਲਸ ਖੋਲ੍ਹਣ ਨੂੰ ਮੇਰਾ ਖਿਆਲ ਨਹੀਂ ਹੈ ਕਿ ਅਜਿਹੀ ਗੱਲ ਕਰਨੀ ਚਾਹੀਦੀ ਹੈ। ਐਡੀ ਕੋਈ ਗੱਲ ਨਹੀਂ ਹੈ ਕਿ ਜੇ ਬੱਚਿਆਂ ਦਾ 1 ਸਾਲ ਘਰ ਬਹਿ ਕੇ ਸਿਸਟਮ ਹੁਣ ਹੈਗਾ, ਆਨਲਾਈਨ ਕੀਤਾ ਜਾ ਸਕਦਾ, ਕੋਰਸਿਸ ਬੱਚੇ ਕਰ ਸਕਦੇ ਨੇ, ਅਜਿਹਾ ਕੁਝ ਹੋ ਸਕਦਾ। ਇੰਨੀ ਕਾਲ ਕਰਨ ਦੀ ਮੇਰਾ ਖਿਆਲ ਨਹੀਂ ਹੈ ਕੋਈ ਜ਼ਰੂਰਤ ਹੈਗੀ ਕਿ ਇੰਨੀ ਛੇਤੀ ਸਾਰਿਆਂ ਨੂੰ ਖੋਲ੍ਹਿਆ ਜਾਵੇ। ਜੀ ਬਿਲਕੁਲ। ਤੇ ਉਧਰ ਦੂਜੇ ਪਾਸੇ ਅਸੀਂ ਦੇਖੀਏ, ਹਾਲਾਂਕਿ ਸਰਕਾਰਾਂ ਬਾਰ-ਬਾਰ ਕਹਿ ਰਹੀਆਂ ਨੇ, ਚਾਹੇ ਉਹ ਕੋਈ ਵੀ ਮੁਲਕ ਹੋਵੇ, ਕਿ ਲਗਾਤਾਰ ਜਿਹੜੇ ਆਪਣੇ ਘਰਾਂ ਦੇ ਵਿੱਚ ਤੁਸੀਂ ਡਿਸਟੈਂਸ ਬਣਾ ਕੇ ਰੱਖੋ, ਬਾਹਰ ਨਾ ਨਿਕਲੋ। ਪਰ ਇਸ ਦੇ ਬਾਵਜੂਦ ਕਈ ਵੀਡੀਓਜ਼ ਇਹੋ ਜਿਹੀਆਂ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਗੱਲ ਕਰੀਏ ਸ਼ਿਕਾਗੋ ਦੀ, ਤਾਂ ਸ਼ਿਕਾਗੋ ਦੇ ਵਿੱਚ ਬੀਤੇ ਦਿਨੀ ਦੇਖਣ ਨੂੰ ਮਿਲਿਆ ਕਿ ਇੱਕ ਵੀਡੀਓ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਉਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੈਂਟੀ ਤੋਂ ਬੋਲ ਰਹੀ ਹਾਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿੰਦਾ ਕਿ ਮਤਲਬ ਮੋਦੀ ਨੇ ਵੀ ਟੈਂਪ ਨੇ ਤਾਂ ਉਹਨਾਂ ਨੇ ਤਾਂ ਦਵਾਈ ਬਣਾ ਲਈ, ਬਾਕੀ ਕੰਟਰੀਆਂ ਵੀ ਕਦੋਂ ਕਮਾਉਣਗੇ ਜੀ? ਦਵਾਈ ਦਾ ਸਾਡੇ ਤੱਕ ਤਾਂ ਹਜੇ ਕੋਈ ਨੌਲੇਜ ਪਹੁੰਚੀ ਨਹੀਂ ਸਰ, ਤੁਹਾਨੂੰ ਪਤਾ ਲੱਗਿਆ ਹੋਵੇ। ਨਹੀਂ ਜੀ, ਮੈਨੂੰ ਤਾਂ ਕੋਈ ਪਤਾ ਨਹੀਂ ਜੀ ਸਰ, ਸਾਡੇ ਤੱਕ ਤਾਂ ਹਜੇ ਕੋਈ ਜਾਣਕਾਰੀ ਪਹੁੰਚੀ ਨਹੀਂ ਕਿ ਭਾਰਤ ਵਿੱਚ ਜਿਹੜੀ ਦਵਾਈ ਬਣ ਚੁੱਕੀ ਹੈ। ਇਹਦੇ ਬਾਰੇ ਵਿੱਚ ਬਾਕੀ ਜਿਹੜੇ ਬੋਲਣ ਨੂੰ ਕਹਿੰਦੇ ਜੀ, ਇੱਥੇ ਬੱਚਿਆਂ ਨੂੰ ਜਿਹੜੇ ਯੂਨੀਵਰਸਿਟੀ ਪੜ੍ਹਦੇ ਇੱਥੇ ਆਸਥਮਾ ਬਹੁਤ। ਜੀ ਹਾਂਜੀ ਬਿਲਕੁਲ। ਨਹੀਂ, ਉਹ ਠੀਕ ਹੈ ਜੀ, ਪਰ ਜਿਹੜੀ ਅਸੀਂ ਕੋਵਿਡ-19 ਦੀ ਗੱਲ ਕਰਦੇ ਹਾਂ ਜੀ, ਇਹਦੀ ਦਵਾਈ ਅਜੇ ਤੱਕ ਕੋਈ ਅਪਰੂਵ ਨਹੀਂ ਹੋਈ ਹੈ ਜੀ। ਇਹਦੇ ਬਾਰੇ ਖੋਜ ਚੱਲ ਰਹੀ ਹੈ। ਸਾਰੇ ਕੰਟਰੀਜ਼ ਦਾ ਇਸ ਵੇਲੇ ਜ਼ੋਰ ਲੱਗਾ ਹੈ। ਇਹ ਆਪਣੇ ਇੰਡੀਆ ਦੇ ਵਿੱਚ ਵੀ ਐਵੇਂ ਹੈ ਜੀ, ਤੇ ਆਪਣੇ ਯੂਰਪ ਵਿੱਚ ਵੀ ਹੈ, ਸਾਡੇ ਕੈਨੇਡਾ, ਅਮਰੀਕਾ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਇਸ ਗੱਲ ਦਾ ਜ਼ੋਰ ਲੱਗਿਆ ਹੈ ਕਿ ਕਿਹੜੀ ਦਵਾਈ ਬਣਾਈ ਜਾ ਸਕੇ, ਇਹ ਤੇ ਅਸਰਦਾਰ ਹੋਵੇ। ਔਰ ਉਹਨੂੰ ਸਮਾਂ ਲੱਗਦਾ ਜੀ, ਦਵਾਈ ਨੂੰ ਮਾਰਕੀਟ 'ਚ ਆਉਣ ਨੂੰ ਤਕਰੀਬਨ ਸਾਲ ਲੱਗ ਜਾਂਦਾ। ਜੇ ਕਾਹਲੀ ਤੋਂ ਕਾਹਲੀ ਵੀ ਕਹਿੰਦੇ ਆਉਂਦੇ ਆ ਤੇ ਸ਼ਾਇਦ ਸਤੰਬਰ ਤੱਕ ਦਵਾਈ ਆਏਗੀ। ਇੰਡੀਆ ਦੇ ਵਿੱਚ ਜੇ ਕੋਈ ਦਵਾਈ ਆ ਗਈ ਹੈ ਤਾਂ ਸਾਨੂੰ ਇਸ ਗੱਲ ਦੀ ਨੌਲੇਜ ਹੈ ਨਹੀਂ ਜੀ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਬੇਟੇ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਅਸੀਂ ਬ੍ਰਹਮਪੁਰ ਤੋਂ ਬੇਟੇ ਬੋਲਦੇ ਹਾਂ। ਤਰਨਜੀਤ ਬੋਲਦੀ ਹਾਂ। ਹਾਂਜੀ ਬਿਲਕੁਲ ਜੀ, ਦੱਸੋ ਸਰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਬੇਟੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਹੜੇ ਤੁਸੀਂ ਇੰਨੀ ਇਨਫੋਰਮੇਸ਼ਨ ਦਿੰਦੇ ਹੋ। ਲੋਕਾਂ ਨੂੰ ਸਮਝਣਾ ਚਾਹੀਦਾ ਵੀ ਨਾ ਇਹਦੀ ਕੋਈ ਦਵਾਈ ਬਣੀ ਆ, ਵੀ ਜਿਹੜੇ ਖੋਲਣ ਨੂੰ ਕਹਿੰਦੇ ਨੇ ਆ ਕਰਦੇ ਨੇ। ਬਿਲਕੁਲ ਜੀ, ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਸਰਕਾਰਾਂ ਵੀ ਗੰਭੀਰਤਾ ਨਾਲ ਸੋਚ ਰਹੀਆਂ ਨੇ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਥੋੜੇ ਕਰਕੇ ਪਰ ਖੋਲ ਦੇਣਗੇ। ਆਇਆ ਬੇਟੇ, ਹਜੇ ਚਾਹੀਦਾ ਨਹੀਂ ਬੇਟੇ, ਇਹਦੀ ਦਵਾਈ ਕੋਈ ਨਹੀਂ ਬਣੀ। ਜੀ ਬਿਲਕੁਲ। ਅਸੀਂ ਤਾਂ ਤੁਹਾਡਾ ਧੰਨਵਾਦ ਜੀ। ਆਈ ਹੈਵ ਨੋ ਵਰਡ ਇਨ ਯੂਅਰ ਥੈਂਕਸ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਐਪਰੀਸ਼ੀਏਟ ਸਾਡੀ ਕਰਨ ਕੋਸ਼ਿਸ਼ ਹੈ ਲਈ। ਜੀ, ਅਸੀਂ ਜਿੰਨਾ ਕੁ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ, ਜਿੰਨਾ ਕੁ ਅਸੀਂ ਕਲੈਕਟ ਕਰਦੇ ਹਾਂ ਸਾਰੀ ਦਿਹਾੜੀ ਦੇ ਵਿੱਚ, ਅਸੀਂ ਚਾਹੁੰਦੇ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ। ਜਿਵੇਂ ਤੁਹਾਡੇ ਤੋਂ ਪਹਿਲੇ ਕਾਲਰ ਨੇ ਗੱਲ ਕੀਤੀ ਸੀਗੀ ਜੀ ਕਿ ਦਵਾਈ ਬਣ ਗਈ ਹੈ, ਦਵਾਈ ਬਣੀ, ਜੋ ਤੁਸੀਂ ਉਹ ਗੱਲ ਕੀਤੀ ਹੈ, ਪ੍ਰੋੜਤਾ ਕੀਤੀ ਹੈ ਇਸ ਗੱਲ ਦੀ। ਦਵਾਈ ਹਜੇ ਬਣੀ ਨਹੀਂ ਹੈ ਜੀ। ਹਾਂ, ਤਜਰਬੇ ਚੱਲ ਰਹੇ ਨੇ। ਤਰਨ, ਆਪਣੇ ਇੰਡੀਆ ਦੇ ਵਿੱਚ ਤੁਸੀਂ ਇੱਕ ਦਿਨ ਗੱਲ ਜੀ, ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਇੰਡੀਆ ਦੇ ਵਿੱਚ ਆਪਣੇ ਗੱਲ ਚੱਲੀ ਸੀਗੀ ਨਾ, ਤੁਸੀਂ ਕਿਹਾ ਸੀਗਾ ਕਿ ਪਲਾਜ਼ਮਾ ਬਦਲਦੇ ਨੇ। ਪਲਾਜ਼ਮਾ, ਬਿਲਕੁਲ ਮੈਂ ਉਹੀ ਗੱਲ ਕਰ ਰਹੀ ਸੀ। ਲਾਸਟ ਟਾਈਮ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਪਲਾਜ਼ਮਾ ਥੈਰੇਪੀ ਬਹੁਤ ਜ਼ਿਆਦਾ ਚਰਚਾ 'ਚ ਆਈ ਹੋਈ ਹੈ। ਹਾਂਜੀ, ਪਲਾਜ਼ਮਾ ਜੀ ਖੂਨ ਨੂੰ ਬਦਲਦੇ ਆ। ਖੂਨ ਉਹਦਾ ਲੈਂਦੇ ਆ ਤਰਨ, ਜਿਹੜਾ ਠੀਕ ਹੋਇਆ ਕੋਵਿਡ-19 ਤੋਂ, ਉਸ ਬੰਦੇ ਦਾ ਖੂਨ ਲੈ ਕੇ ਜਿਹਨੂੰ ਬੰਦੇ ਨੂੰ ਕੋਵਿਡ-19 ਹੋਇਆ ਉਹਦੇ ਵਿੱਚ ਇੰਜੈਕਟ ਕੀਤਾ ਜਾਂਦਾ ਤੇ ਉਹਦੇ ਵਿੱਚ ਉਹ ਜਿਹੜਾ ਨਵਾਂ ਖੂਨ ਹੈ, ਉਹ ਜਿਹੜੇ ਅੰਦਰ ਕੋਵਿਡ-19 ਦੇ ਜਰਮਸ ਨੇ ਉਹਨੂੰ ਮਾਰਦਾ। ਔਰ ਇਹ ਕਾਮਯਾਬ ਹੈ, ਪਰ ਇਹ ਹੋਲਸੇਲ ਤੇ ਕਾਮਯਾਬ ਨਹੀਂ ਹੈ। ਪਰ ਤੁਸੀਂ ਉਹ ਦੇਖੋ ਤਰਨ, ਹਾਲਾਤ ਕਿੱਧਰ ਨੂੰ ਜਾ ਰਹੇ ਆ। ਕਈ ਲੋਕ ਐਸੇ ਨੇ ਇਸ ਤੋਂ ਫਾਇਦਾ ਉਠਾ ਰਹੇ ਨੇ। ਮੈਂ ਪੜ੍ਹਦਾ ਸੀਗਾ, ਮੈਨੂੰ ਇਸ ਗੱਲ ਦੀ ਹੈਰਾਨੀ ਵੀ ਬੜੀ ਹੋਈ ਆ, ਕਈ ਉਹ ਖੂਨ ਵਿਕਣ ਲੱਗ ਪਿਆ। ਇੰਡੀਆ ਦੇ ਵਿੱਚ ਇੱਕ ਮੈਂ ਬੰਦੇ ਦੇ ਬਿਆਨ ਪੜ੍ਹ ਰਿਹਾ ਸੀ, ਉਹ ਸੱਚ ਆ ਜਾਂ ਝੂਠ ਆ ਮੈਨੂੰ ਇਹ ਨਹੀਂ ਪਤਾ। ਜਿੰਨਾ ਨੰਬਰ ਉਹਨੇ ਕਿਹਾ, ਉਹ ਨੰਬਰ ਮੈਨੂੰ ਬੜਾ ਵੱਡਾ ਲੱਗਿਆ, ਪਰ ਕੁਛ ਨਾ ਕੁਛ ਤਾਂ ਜ਼ਰੂਰ ਹੋਏਗਾ। ਉਹ ਬੰਦਾ ਕਹਿੰਦਾ ਜੀ ਮੈਂ 10 ਲੱਖ ਰੁਪਈਆ ਬਣਾਇਆ ਖੂਨ ਵੇਚ ਕੇ ਆਪਦਾ। ਅੱਡ ਅੱਡ ਸਾਈਜ਼ ਉਹਨੇ ਵੇਚੇ ਨੇ। ਉਹ ਕਹਿੰਦਾ ਮੈਂ ਹੁਣ ਤੱਕ ਆਪਦਾ ਕਿਲੋ ਤੋਂ ਵੱਧ ਖੂਨ ਵੇਚ ਚੁੱਕਿਆ।
ਆਈ ਡੋਨਟ ਨੋ ਇੰਨਾ ਵੇਚਣਾ ਸੌਖਾ ਕਿਲੋ ਨਹੀਂ ਇੱਕ ਵਾਰੀ ਕੱਢ ਕੇ ਵੇਚਤਾ ਉਹਨੇ ਕਈ ਵਾਰੀ ਆਪਣਾ ਖੂਨ ਵੇਚਿਆ ਇਸ ਦਾ ਬਿਜ਼ਨਸ ਵੀ ਚੱਲ ਪਿਆ ਇਟ ਮੀਨਸ ਜਿਹੜੀ ਇਹ ਬਿਮਾਰੀ ਹੈ ਇਹਦਾ ਸ਼ਾਇਦ ਇਲਾਜ ਹੋਵੇ ਪਰ ਹੋਲਸੇਲ ਤੇ ਇਹਦਾ ਕੋਈ ਇਲਾਜ ਅਜੇ ਤੱਕ ਆਇਆ ਨਹੀਂ ਹੈ ਜੀ ਇਹ ਕਿਤੇ ਵੀ ਪਲਾਜ਼ਮਾ ਥੈਰੇਪੀ ਇਟਸ ਨਾਟ 100% ਸ਼ੋਰ ਹੋ ਸਕਦਾ ਕੰਮ ਕਰਦੀ ਹੋਵੇ ਪਰ ਜਦ ਤੱਕ ਇਹ ਅਪਰੂਵ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਮਾਸਸ ਦੇ ਵਿੱਚ ਵਰਤੀ ਨਹੀਂ ਜਾ ਸਕਦੀ ਉਦੋਂ ਤੱਕ ਦੀ ਹਲੇ ਆਪਾਂ ਇੱਥੇ ਰੱਖਦੇ ਹਾਂ ਗੱਲ ਕਿ ਅਜੇ ਤੱਕ ਦਵਾਈ ਨਹੀਂ ਹੈ ਬਿਲਕੁਲ ਜੀ ਕੁਝ ਦਰਸ਼ਕ ਸਾਡੇ ਨਾਲ ਫੇਸਬੁੱਕ ਤੇ ਵੀ ਜੁੜ ਚੁੱਕੇ ਨੇ ਉਹਨਾਂ ਨੇ ਸਾਨੂੰ ਕਾਫੀ ਕਮੈਂਟਸ ਕੀਤੇ ਨੇ ਮੈਂ ਕੁਝ ਤੇ ਨਾਮ ਜ਼ਰੂਰ ਲੈਣਾ ਚਾਹਾਂਗੀ ਰੁਪਿੰਦਰ ਕੁਮਾਰ ਕੁਲਜਿੰਦਰ ਜੋਹਲ ਮੈਡਮ ਬੰਗਾ ਮਦਾਨ ਬੰਗਾ ਸੰਧੂ ਕਿੰਗਡਮ ਸਵਰਨ ਸਿੰਘ ਕੁਲਜਿੰਦਰ ਜੋਹਲ ਬਲਜੀਤ ਕੌਰ ਤੇ ਕਾਫੀ ਦਰਸ਼ਕ ਸਾਨੂੰ ਵਾਚ ਕਰ ਰਹੇ ਨੇ ਇਸ ਟਾਈਮ ਫੇਸਬੁੱਕ ਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਗੱਲ ਕੀਤੀ ਹੈ ਇਸ ਤੋਂ ਬਾਅਦ ਨੈਕਸਟ ਗੱਲ ਕਰੀਏ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਸ਼ਰੇਆਮ ਧੱਜੀਆਂ ਉੱਡ ਰਹੀਆਂ ਨੇ ਇਸ ਵਕਤ ਸਰਕਾਰੀ ਆਦੇਸ਼ਾਂ ਦੀਆਂ ਕਿਉਂਕਿ ਸਾਰੇ ਜਾਣਦੇ ਨੇ ਕਿ ਜੋ ਮਾਹੌਲ ਬਣਿਆ ਹੋਇਆ ਸ਼ਿਕਾਗੋ ਦੀ ਇੱਕ ਇਸ ਵਕਤ ਵੀਡੀਓ ਕਾਫੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੁਝ ਲੋਕੀ ਮਿਲ ਕੇ ਪਾਰਟੀ ਕਰ ਰਹੇ ਨੇ ਉਹਦੇ ਵਿੱਚ ਵੀ ਕੋਈ 50-60 ਦੇ ਕਰੀਬ ਜਿਹੜੇ ਲੋਕੀ ਆ ਉਹ ਇਕੱਠੇ ਹੋਏ ਨੇ ਤੇ ਮਿਲ ਕੇ ਪਾਰਟੀ ਕਰ ਰਹੇ ਨੇ ਸੋ ਉਹਦੇ ਵਿੱਚ ਸ਼ਰੇਆਮ ਅਸੀਂ ਦੇਖ ਸਕਦੇ ਹਾਂ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਤੇ ਇੱਕ ਦੂਜੇ ਨਾਲ ਬਹੁਤ ਹੀ ਕਲੋਜ਼ ਜਿਹੜੇ ਆ ਦੋਕੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਦਿਖਾਈ ਦੇ ਰਹੇ ਨੇ ਸਰ ਕੀ ਕਹੋਗੇ ਪੜ੍ਹੇ ਲਿਖੇ ਸਮਾਜ ਦੇ ਵਿੱਚ ਰਹਿਣ ਵਾਲੇ ਇਹ ਲੋਕ ਨੇ ਜਿਹੜੇ ਕਿ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਨੇ ਕਮਲਾ ਹੋਏ ਵਿਹੜਾ ਸਮਝਾਵੇ ਕਿਹੜਾ ਹੁਣ ਹਾਲਤ ਇਹ ਬਣੇ ਹੋਏ ਨੇ ਕਿ ਜਿਹੜੇ ਅੱਛਾ ਇੱਕ ਹੋਰ ਪ੍ਰੋਬਲਮ ਹੈ ਤਰਨ ਜਿਹੜੇ ਇਹ ਲੋਕ ਪ੍ਰੋਟੈਸਟ ਕਰ ਰਹੇ ਨਾ ਇਹ ਸੋਚ ਵੱਖਰੀ ਹੈ ਇਹ ਸੋਚ ਮੋਸਟਲੀ ਉਹ ਹੈ ਜਿਹੜੀ ਕਿ ਜਿਹੜੀ ਗਨ ਲੌਬੀ ਨੂੰ ਮੰਨਦੀ ਹੈ NRA ਜਿਹੜਾ ਨੈਸ਼ਨਲ ਰਾਈਫਲ ਐਸੋਸੀਏਸ਼ਨ ਆ ਉਹਦੇ ਹੱਕ ਵਾਲੀ ਸੋਚ ਇਹਨਾਂ ਦੀ ਸੋਚ ਇਹ ਹੈ ਵੀ ਸਾਨੂੰ ਹੱਕ ਸਾਡਾ ਹੀ ਹੈ ਇਹ ਉਹ ਗੱਲ ਨਹੀਂ ਸਮਝਦੇ ਜਿਹੜੀ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਤੁਹਾਨੂੰ ਸੋਟੀ ਘੁਮਾਉਣ ਦਾ ਹੱਕ ਹੈਗਾ ਪਰ ਜਿੱਥੇ ਦੂਜੇ ਦਾ ਨੱਕ ਸ਼ੁਰੂ ਹੋ ਜਾਂਦਾ ਉੱਥੇ ਤੁਹਾਡਾ ਹੱਕ ਖਤਮ ਹੋ ਜਾਂਦਾ ਪਰ ਇਹ ਲੋਕ ਇਕੱਲੇ ਆਪਦੇ ਹੱਕਾਂ ਨੂੰ ਹੀ ਜਾਣਦੇ ਆ ਆਪਦੇ ਜਿਹੜੇ ਇਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਆ ਉਹਨੂੰ ਨਹੀਂ ਜਾਣਦੇ ਔਰ ਉਸ ਕਰਕੇ ਅਜਿਹੇ ਲੋਕਾਂ ਕਰਕੇ ਕਈ ਵਾਰੀ ਹਾਲਾਤ ਹੱਥ ਵਿੱਚੋਂ ਬਾਹਰ ਚਲੇ ਜਾਂਦੇ ਨੇ ਤੁਸੀਂ ਹੁਣ ਸੋਚਣ ਵਾਲੀ ਗੱਲ ਆ ਮੈਂ ਅੱਜ ਮੇਨ ਸਟ੍ਰੀਮ ਚੈਨਲ ਉੱਤੇ ਦੇਖ ਰਿਹਾ ਸੀਗਾ ਉੱਥੇ ਇੱਕ ਬੰਦੇ ਨੇ ਸੁਜੈਸ਼ਨ ਦਿੱਤਾ ਜਿਹੜਾ ਆਪਣੇ ਅੰਟਾਰੀਓ ਦੇ ਵਿੱਚ ਹੋਇਆ ਪ੍ਰੋਟੈਸਟ ਹੋਇਆ ਉਹਨਾਂ ਦਾ ਸੁਜੈਸ਼ਨ ਪਤਾ ਕੀ ਸੀਗਾ ਵੀ ਪੁਲਿਸ ਜਾਂਦੀ ਪੁਲਿਸ ਨੇ ਕਿਸੇ ਨੂੰ ਟਿਕਟ ਨਹੀਂ ਦਿੱਤਾ ਵੱਡੀ ਗੱਲ ਤਾਂ ਇਹ ਹੈ ਪੁਲਿਸ ਜਾਂਦੀ ਸਾਰਿਆਂ ਦੇ ਨਾਂ ਲੈ ਲੈਂਦੀ ਨਾਂ ਲੈ ਕੇ ਜਿੰਨੇ ਹਸਪੀਟਲਸ ਹੈਗੇ ਆ ਸਾਰਿਆਂ ਨੂੰ ਉਹ ਨਾਂ ਡਿਸਟ੍ਰੀਬਿਊਟ ਕਰ ਦਿੱਤੇ ਜਾਣ ਇਹ ਕਿਸੇ ਦਾ ਸੁਜੈਸ਼ਨ ਹੈ ਡਿਸਟ੍ਰੀਬਿਊਟ ਕਰ ਦਿੱਤੇ ਜਾਣ ਤੇ ਜਦੋਂ ਉਹ ਬੰਦਾ ਬਿਮਾਰ ਹੋ ਕੇ ਹਸਪੀਟਲ ਜਾਂਦਾ ਤਾਂ ਉਹ ਹਸਪੀਟਲ ਕਹੇ ਭਾਈ ਸਾਹਿਬ ਅਸੀਂ ਤੈਨੂੰ ਨਹੀਂ ਸਾਂਭਣਾ ਇਹ ਲੋਕ ਉਦੋਂ ਸਮਝਣਗੇ ਵੀ ਜਦੋਂ ਪਤਾ ਲੱਗਿਆ ਤੁਹਾਨੂੰ ਆਪਦਾ ਤੁਸੀਂ ਬਿਮਾਰ ਹੋ ਗਏ ਤਾਂ ਤੁਹਾਨੂੰ ਕੋਈ ਸਾਂਭਣ ਵਾਲਾ ਹੈ ਨਹੀਂ ਹਾਲਾਂਕਿ ਸਾਡੀਆਂ ਸਰਕਾਰਾਂ ਉਹ ਕਰਦੀਆਂ ਨਹੀਂ ਨਾ US ਦੀ ਕੋਈ ਸਰਕਾਰ ਕਰੇ ਨਾ ਸਾਡੀ ਇੱਥੋਂ ਦੀ ਸਰਕਾਰ ਕਰੇ ਪਰ ਸੁਜੈਸ਼ਨ ਜੇ ਇੱਕ ਪਾਸੇ ਐਕਸਟ੍ਰੀਮ ਆ ਤਾਂ ਦੂਜੇ ਪਾਸੇ ਵੀ ਐਕਸਟ੍ਰੀਮ ਸੁਜੈਸ਼ਨਸ ਆਉਣਗੇ ਨੈਚੁਰਲੀ ਹੈ ਦਰਸ ਐਕਸ਼ਨ ਦਾ ਰਿਐਕਸ਼ਨ ਹੋਏਗਾ ਹੀ ਹੋਏਗਾ ਪਰ ਇਹੋ ਜਿਹੇ ਲੋਕਾਂ ਨੂੰ ਸਮਝਾਉਣਾ ਕਈ ਵਾਰੀ ਤੁਹਾਡੇ ਬਿਯੋਂਡ ਇਮੇਜਿਨੇਸ਼ਨ ਸਮਝਾਉਣਾ ਮੁਸ਼ਕਲ ਬੜਾ ਹੈਗਾ ਕਾਲ ਲੈ ਲਈਏ ਬਿਲਕੁਲ ਜੀ ਕਾਲ ਪਹਿਲਾਂ ਲੈ ਲਈਏ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕੌਣ ਤੇ ਕਿੱਥੋਂ ਬੋਲ ਰਹੇ ਹੋ ਮੈਂ ਸਰ ਗੱਲ ਕਰ ਰਿਹਾ ਹਾਂ ਬ੍ਰੈਂਟਨ ਤੋਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਹਾਂਜੀ ਸਰ ਰੱਖੋ ਵਿਚਾਰ ਹਾਂਜੀ ਮੈਂ ਬਸ ਇਹੀ ਕਹਿਣਾ ਚਾਹੁੰਦਾ ਸੀ ਵੀ ਜਿਹੜੇ ਇਹ ਬਹੁਤ ਜਲਦਬਾਜ਼ੀ ਹੋਏਗੀ ਜਿਹੜੀ ਖੋਲਣ ਦੀ ਕਹਿ ਰਹੇ ਆ ਵੀ ਹਲੇ ਫਿਲਹਾਲ 2-3 ਵੀਕ ਹੋਰ ਇਦਾਂ ਹੀ ਚੱਲੀ ਜਾਣਾ ਚਾਹੀਦਾ ਬਹੁਤ ਵਧੀਆ ਸਰਕਾਰ ਨੇ ਪ੍ਰਬੰਧ ਕੀਤੇ ਤੇ ਹੋਰ ਵੇਟ ਕਰਨੀ ਚਾਹੀਦੀ ਹੈ ਜਲਦਬਾਜ਼ੀ ਹੈ ਜੀ ਖੁੱਲ੍ਹਣਾ ਨਹੀਂ ਚਾਹੀਦਾ ਜੀ ਅਸੀਂ ਵੀ ਉਹੀ ਡਿਸਕਸ ਕਰ ਰਹੇ ਸੀ ਕਿਉਂਕਿ ਹੁਣ ਦੇਖ ਰਹੇ ਹਾਂ ਪ੍ਰੋਵਿੰਸ ਦੇ ਵਿੱਚ ਸਾਡੇ ਆਪਣੀ ਪ੍ਰੋਵਿੰਸ 'ਚ ਲੋਕੀ ਹੁਣ ਪ੍ਰੋਟੈਸਟ ਤੇ ਉਤਰ ਆਏ ਨੇ ਕਿ ਹੁਣ ਖੋਲ ਦਿੱਤਾ ਜਾਵੇ ਪ੍ਰੋਟੈਸਟ ਜਿਹੜੇ ਕਰ ਰਹੇ ਪਾਗਲ ਹੈ ਕੁਝ ਗਿਣਤੀ ਦੇ ਲੋਕ ਆ ਪਰ ਇੰਨਾ ਹੁਣ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ ਪਰ ਇਹ ਤਾਂ ਸਾਰਿਆਂ ਲਈ ਮਤਲਬ ਚੰਗੀ ਗੱਲ ਹੈ ਜਿਹੜਾ ਹੈਗਾ ਲਾਕਡਾਊਨ ਕੀਤਾ ਹੋਇਆ ਪਰ ਇਹਨੂੰ ਆਈ ਰਹਿਣਾ ਚਾਹੀਦਾ ਹਲੇ 2-3 ਵੀਕ ਹੋਰ ਤੇ ਲੋਕਾਂ ਦਾ ਫਾਇਦਾ ਹੀ ਹੋਊਗਾ ਇਹਦੇ 'ਚ ਨੁਕਸਾਨ ਨਹੀਂ ਹੋਣਾ ਕੋਈ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਮਚ ਸਰ ਤੁਸੀਂ ਆਪਣੇ ਵਿਚਾਰ ਰੱਖਿਆ ਸਾਡੇ ਨਾਲ ਸਾਂਝੇ ਕੀਤੇ ਥੈਂਕ ਯੂ ਇਹਨਾਂ ਤਰ੍ਹਾਂ ਜਿਹੜੀ ਗੱਲ ਕੀਤੀ ਹੈ ਨਾ ਮੈਂ ਥੋੜਾ ਹੋਰ ਐਡ ਕਰ ਦਿੰਦਾ ਜਿਹੜੇ ਪ੍ਰੋਟੈਸਟ ਵਾਲੇ ਲੋਕ ਗਏ ਸੀਗੇ ਨਾ ਉਹਨਾਂ ਦੇ ਨਾਲ ਬੱਚੇ ਵੀ ਸੀਗੇ ਆਪਣੇ ਬੱਚੇ ਨੂੰ ਲੈ ਕੇ ਆਏ ਤੁਸੀਂ ਤੁਹਾਨੂੰ ਮੈਂ ਉਹੀ ਗੱਲ ਤੁਸੀਂ ਮੰਨਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ ਤੁਹਾਡੀ ਲਾਈਫ ਤੁਹਾਡੇ ਕੰਟਰੋਲ ਜਾਂ ਤੁਸੀਂ ਜਾਣਾ ਚਾਹੁੰਦੇ ਜਾਓ ਦੈਟਸ ਫਾਈਨ ਪਰ ਤੁਹਾਨੂੰ ਇਹ ਕੋਈ ਹੱਕ ਨਹੀਂ ਹੈ ਕਿ ਤੁਸੀਂ ਆਪਣੇ ਪਰਿਵਾਰ ਨੂੰ ਬਿਮਾਰ ਕਰੋ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਤੁਸੀਂ ਸੁਸਾਇਟੀ ਨੂੰ ਬਿਮਾਰ ਕਰੋ ਦਿਸ ਇਜ਼ ਨਾਟ ਅ ਰਾਈਟ ਅਪਰੋਚ ਤੁਸੀਂ ਹੋਣਾ ਚਾਹੁੰਦੇ ਹੋ ਠੀਕ ਹੈ ਮੈਂ ਤਾਂ ਇਹ ਵੀ ਨਹੀਂ ਚਾਹੁੰਦਾ ਕਿ ਤੁਸੀਂ ਬਿਮਾਰ ਹੋ ਜਾਂ ਤੁਹਾਡੀ ਡੈਥ ਹੋਵੇ ਮੈਂ ਦਿਲੋਂ ਇਹ ਨਹੀਂ ਚਾਹੁੰਦਾ ਪਰ ਜੇ ਤੁਸੀਂ ਇਹ ਰਾਹ ਫੜੇ ਹੈ ਇਟਸ ਅਪ ਟੂ ਯੂ ਤੁਸੀਂ ਇਸ ਬਾਰੇ ਸੋਚਣਾ ਪਰ ਤੁਹਾਨੂੰ ਇਹ ਕੋਈ ਹੱਕ ਨਹੀਂ ਹੈ ਕਿ ਤੁਸੀਂ ਉਹਦੇ ਨਾਲ ਕਿਸੇ ਹੋਰ ਨੂੰ ਜ਼ਿਆਦਾ ਬਿਮਾਰ ਕਰੋ ਸੋ ਜੋ ਸਰਕਾਰਾਂ ਕਹਿੰਦੀਆਂ ਨੇ ਸਾਨੂੰ ਸਾਡੀਆਂ ਸਰਕਾਰਾਂ ਇੰਨੀਆਂ ਮੂਰਖ ਨਹੀਂ ਆ ਲੋਕਾਂ ਦੇ ਇਲੈਕਟਡ ਮੈਂਬਰਸ ਨੇ ਕੋਈ ਲੋਕਾਂ ਨੇ ਸੋਚ ਸਮਝ ਨਾਲ ਉਹਨੂੰ ਇਲੈਕਟ ਕੀਤਾ ਹੈ ਸੋ ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਜੀ ਬਿਲਕੁਲ ਇੱਕ ਦਰਸ਼ਕ ਹੋਰ ਜੁੜ ਗਏ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਤੇ ਕਿੱਥੋਂ ਬੋਲ ਰਹੇ ਹੋ ਸਰ
ਮੈਂ ਅਮਰਤ ਗਰੇਵਾਲ ਬੋਲਦਾ ਜੀ ਬਰੈਂਪਟਨ ਤੋਂ ਹੀ। ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ ਸਰ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਜੀ, ਤੁਹਾਡਾ ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਤੁਸੀਂ ਰੱਖ ਰਹੇ ਹੋ। ਥੈਂਕ ਯੂ ਜੀ। ਲੈਟਸ ਸੇ ਜਿਹੜੇ ਹਿਸਾਬ ਨਾਲ ਆਈ ਥਿੰਕ ਪਾਰਸ਼ਲ ਵੀ ਖੋਲ ਰਿਹਾ, ਦੇਖੋ ਇਹਦਾ ਸੋਲੂਸ਼ਨ ਨਹੀਂ ਹੈਗਾ, ਮੈਂ ਸਿਰਫ ਮੇਰੀ ਇਨਪੁਟ ਹੀ ਆ। ਜਿਹੜੇ ਹਿਸਾਬ ਨਾਲ ਪਾਰਸ਼ਲ ਵੀ ਖੋਲ ਰਿਹਾ ਡਾਕਟਰ ਸਾਹਿਬ, ਆਪਾਂ ਦੇਖਾਂਗੇ ਜੇ ਆਪਾਂ ਪਾਰਸ਼ਲ ਇਕਨੋਮੀ ਵੀ ਖੋਲਾਂਗੇ, ਇਹ ਸ਼ਾਇਦ ਇਸ ਲਾਕਡਾਊਨ ਨਾਲੋਂ ਵੀ ਹਰਟ ਕਰੂਗੀ ਸਮਾਲ ਬਿਜ਼ਨਸ ਨੂੰ, ਜਾਂ ਜਿਹੜਾ ਕੋਈ ਵੀ ਖੋਲੂਗਾ, ਕਿਉਂਕਿ ਉਨੀ ਐਕਟੀਵਿਟੀ ਨਹੀਂ ਹੋਊਗੀ, ਉਨੀ ਆਪਣੇ ਕਹਿ ਲਓ ਵੀ ਸੇਲਸ ਨਹੀਂ ਹੋਣੀਆਂ। ਸੋ ਇਟ ਹੈਜ਼ ਟੂ ਬੀ ਪ੍ਰੀਸਾਈਜ਼। ਹਜੇ ਆਪਾਂ ਕਿਉਂਕਿ ਦੇਖੋ ਆਈ ਥਿੰਕ 6 ਵੀਕ ਹੀ ਹੋਏ ਨੇ, ਲੋਕ ਥੋੜਾ ਜਿਹਾ ਐਜੀ ਵੀ ਹੋ ਗਏ, ਬਿਜ਼ਨਸਮੈਨ ਵੀ ਮੈਂ ਥੋੜੇ ਕਿਸੇ ਹੱਦ ਤੱਕ ਸੋਚ ਰਿਹਾ ਥੋੜੇ ਜਿਹੇ ਐਜੀ ਵੀ ਹੋ ਗਏ ਵੀ ਇੰਨੀ ਹੁਣ ਛੇਤੀ ਕਰੀਏ ਆਪਾਂ ਜੀ। ਅੰਮ੍ਰਿਤ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਸ਼ਾਇਦ ਸਹੀ ਨਹੀਂ ਹੋਏਗਾ ਇਸ ਵੇਲੇ, ਪਰ ਹੁਣ ਜਿਵੇਂ ਖੁਦ ਬਿਜ਼ਨਸਮੈਨ ਹੀ ਕਹਿ ਰਹੇ ਨੇ, ਸਰਕਾਰ ਨੇ ਵੀ ਕਹਿ ਦਿੱਤਾ ਕਿ ਵੇਜ ਸਬਸਿਡੀ ਤੁਸੀਂ ਲੈ ਕੇ ਬਿਜ਼ਨਸ ਥੋੜੇ ਖੋਲ ਸਕਦੇ ਹੋ, ਕਿਉਂਕਿ ਇਕਨੋਮੀ ਨੂੰ ਵੀ ਚਲਾਉਣਾ ਬਹੁਤ ਜ਼ਰੂਰੀ ਹੈ। ਨਹੀਂ ਆਪਣਾ ਜੀ ਐਬਸੋਲੂਟਲੀ ਇਕਨੋਮੀ ਨੂੰ ਜ਼ਰੂਰੀ ਆ, ਬਟ ਜਿਹੜੇ ਹਿਸਾਬ ਨਾਲ ਇਸ ਟਾਈਮ ਜਿਵੇਂ ਹੁਣ ਪ੍ਰੋਟੈਸਟ ਦੀ ਤੁਸੀਂ ਗੱਲ ਕੀਤੀ ਆ, ਆਈ ਡੋਨਟ ਥਿੰਕ ਆਪਾਂ ਉਸ ਨੀਡ ਦੇ ਉੱਤੇ ਆ ਕਿ ਜੇ ਆਪਾਂ ਰੋਡ ਤੇ ਆ ਜਾਈਏ ਕਿ ਸਰਕਾਰ ਨੂੰ ਕਹੀਏ ਵੀ ਅਸੀਂ ਤਾਂ ਰਹਿ ਹੀ ਨਹੀਂ ਸਕਦੇ। ਆਈ ਥਿੰਕ ਟੋਲਰੈਂਸ ਹੈਗੀ ਆ, ਹਜੇ ਹਰੇਕ ਦੀ ਹੈਗੀ ਆ, ਕਿਉਂਕਿ ਕੁਝ ਬਿਜ਼ਨੈਸਿਸ ਇਹੋ ਜਿਹੇ ਹੈਗੇ ਨੇ ਜਿਹੜੇ ਆਪਦੇ ਆਪ ਨੂੰ ਥੋੜਾ ਜਿਹਾ ਲੰਬਾ ਚਿਰ ਜਾ ਸਕਦੇ ਨੇ, ਔਰ ਜਿਹੜੀਆਂ ਮੈਂ ਉਹੀ ਗੱਲ ਦੁਬਾਰਾ ਤੇ ਕਹਾਂਗਾ ਵੀ ਸ਼ਾਇਦ ਕਿਸੇ ਹੱਦ ਤੱਕ ਜੇ ਉਹ ਬਿਜ਼ਨੈਸਿਸ ਦੁਬਾਰਾ ਦੀ ਆਪਰੇਟ ਹੋਣ ਲੱਗ ਗਏ ਔਰ 2-3 ਮਹੀਨੇ ਉਹ ਉਸ ਲੈਵਲ ਤੇ ਨਾ ਆਪਰੇਟ ਹੋ ਸਕੇ, ਦੇ ਵਿਲ ਗੋ ਡਾਊਨ। ਅਮਰਤ ਜੀ ਤੁਸੀਂ ਉਹਨਾਂ ਦੀ ਐਕਟੀਵਿਟੀ ਨਹੀਂ ਹੋਈ। ਅਮਰਤ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ। ਤੁਸੀਂ ਤਰਨ ਬਿਲਕੁਲ ਅਮਰਤ ਜੀ, ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਆਪਣੇ ਵਿਚਾਰ ਰੱਖਿਆ, ਅੱਗੇ ਤੋਂ ਵੀ ਜ਼ਰੂਰ ਜੁੜਿਓ ਪ੍ਰੋਗਰਾਮ 'ਚ, ਆਪਣੇ ਵਿਚਾਰ ਜਿਹੜੇ ਜ਼ਰੂਰ ਰੱਖਿਓ। ਥੈਂਕ ਯੂ ਸੋ ਮਚ ਪ੍ਰੋਗਰਾਮ ਦੇਖਣ ਲਈ। ਥੈਂਕ ਯੂ। ਕਿਉਂਕਿ ਜਿਹੜਾ ਇਹ ਹੈ ਨਾ, ਠੀਕ ਹੈ ਬਿਜ਼ਨਸ ਖੋਲ੍ਹਣ ਵਾਲਿਆਂ ਨੂੰ ਬਿਜ਼ਨਸਮੈਨ ਨੂੰ ਵੀ ਅੱਛੀ ਲੱਗੀ ਹੋਈ ਹੈ। ਹਾਲਾਂਕਿ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਹੈ ਉਹਨੇ ਬਿਜ਼ਨਸਿਸ ਨੂੰ ਕਵਰ ਕਰਨ ਵਾਸਤੇ ਬਹੁਤ ਕੁਝ ਕੀਤਾ ਹੈ। ਹੁਣ ਤਾਂ ਰੈਂਟ ਤੇ ਵੀ ਆ ਗਏ ਨੇ, ਜਿਹੜੇ ਵੇਜਸ ਆ ਉਹਦੇ ਵੀ ਉਹ ਦੇ ਰਹੇ ਨੇ, ਜਿਹਦਾ ਲਾਸ ਤਰਨ ਸੋਚਣ ਵਾਲੀ ਗੱਲ ਆ, ਜਿਹਦਾ ਜਸਟ 15% ਪਿਛਲੀ ਮਾਰਚ ਤੋਂ ਲੈ ਕੇ ਇਸ ਮਾਰਚ ਦੇ ਕੰਪੇਅਰ ਕਰਕੇ ਜਿਹਦਾ 15% ਲੈਸ ਬਿਜ਼ਨਸ ਹੋਇਆ, ਉਹਨੂੰ ਵੀ ਸਰਕਾਰ ਮਦਦ ਕਰ ਰਹੀ ਹੈ। ਤੇ ਬਿਜ਼ਨਸ ਵਾਲਿਆਂ ਨੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਇੰਨੀ ਕਾਲੀ ਕਾਹਦੀ ਪਈ ਹੋਈ ਹੈ, ਕਿਉਂਕਿ ਸਰਕਾਰ ਨੇ ਹੁਣ ਰੈਂਟ ਵੀ ਕਵਰ ਕਰ ਦਿੱਤਾ ਕੁਛ ਹੱਦ ਤੱਕ, ਜਦੋਂ ਸਭ ਪਾਸੇ ਸਪੋਰਟ ਮਿਲ ਰਹੀ ਹੈ, ਇਹ ਗੱਲ ਵੱਖਰੀ ਆ। ਸੈਕੰਡਲੀ ਮੈਂ ਇੱਕ ਗੱਲ ਹੋਰ ਜ਼ਰੂਰ ਬਿਜ਼ਨਸ ਵਾਲਿਆਂ ਨੂੰ ਪੁੱਛਣੀ ਚਾਹਾਂਗਾ ਕਿ ਇੰਨਾ ਵਧੀਆ ਬਿਜ਼ਨਸ ਚੱਲ ਰਿਹਾ, ਹੁਣ ਤੱਕ ਵਧੀਆ ਚੱਲ ਰਿਹਾ ਸੀਗਾ, ਕਿ ਕੀ ਉਹਨਾਂ ਦੇ ਕੋਲੇ ਇੰਨਾ ਮੰਦੀ ਹਾਲਤ ਹੈ ਕਿ 1 ਜਾਂ 2 ਮਹੀਨੇ ਸਰਕਾਰ ਦੀ ਹੈਲਪ ਮਿਲਣ ਦੇ ਬਾਵਜੂਦ ਵੀ ਉਹ ਸਰਵਾਈਵ ਨਹੀਂ ਕਰ ਸਕਦੇ? ਆਈ ਗੈਸ ਦੈਨ ਦੇ ਆਰ ਇਨ ਦ ਰੋਂਗ ਬਿਜ਼ਨਸ। ਮੇਬੀ ਆਮ ਰੋਂਗ, ਆਮ ਨਾਟ ਅ ਬਿਜ਼ਨਸਮੈਨ, ਪਰ ਜੇ ਤੁਸੀਂ ਇੰਨਾ ਨਹੀਂ ਕਰ ਸਕਦੇ ਤੇ ਇਸ ਗੱਲ ਕਰਕੇ ਪੁਸ਼ ਕੀਤਾ ਜਾ ਰਿਹਾ ਸਰਕਾਰ ਨੂੰ, ਇੰਨੇ ਐਜੀ ਹੋ ਰਹੇ ਹੋ, ਤਾਂ ਮੇਰਾ ਖਿਆਲ ਸਮਥਿੰਗ ਇਜ਼ ਸਮਵੇਅਰ ਇਟਸ ਨਾਟ ਰਾਈਟ। ਤੁਹਾਨੂੰ ਇਹ ਗੱਲ ਜ਼ਰੂਰ ਸੋਚ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਅਖੀਰ ਤੱਕ ਬਿਜ਼ਨਸ ਖੁੱਲੇਗਾ, ਪਰ ਇਟਸ ਨਾਟ ਗੋਇੰ ਟੂ ਬੀ ਦ ਸੇਮ। ਇਹ ਗੱਲ ਸੋਚ ਕੇ ਚੱਲਣੀ ਪਏਗੀ। ਇਸ ਜਿਹੜੀ ਸੁਸਾਇਟੀ ਹੈ, ਇਟਸ ਗੋਇੰ ਟੂ ਬੀ ਅ ਡਿਫਰੈਂਟ ਸੁਸਾਇਟੀ। ਬਹੁਤ ਵੱਡੀ ਗੱਲ ਆ, ਵੱਡਾ ਨੰਬਰ ਹੈਗਾ ਤਰਨ ਜਿਹੜੇ ਆਪਣੇ ਰੈਸਟੋਰੈਂਟਸ ਨੇ, ਰੈਸਟੋਰੈਂਟਸ ਵਾਸਤੇ ਬਹੁਤ ਮੁਸ਼ਕਿਲ ਆ, ਕਹਿੰਦੇ ਰੈਸਟੋਰੈਂਟਸ ਬਿਲਕੁਲ ਐਜ ਤੇ ਚੱਲ ਰਹੇ ਨੇ, ਮੁਸ਼ਕਿਲ ਹੈਗਾ ਉਹਨਾਂ ਦਾ। ਉਹਦੇ ਵਿੱਚ ਹੁਣ ਤੁਸੀਂ ਕਿਵੇਂ ਕਰ ਸਕਦੇ ਹੋ ਤੁਸੀਂ ਵੀ ਉਹਨੂੰ, ਠੀਕ ਆ ਉਹਨਾਂ ਕੋਲੇ ਪੈਸੇ ਪੂੰਜੀ ਘੱਟ ਹੈਗੀ ਆ, ਜਿਹੜੇ ਨੰਬਰਸ ਆ ਰਹੇ ਨੇ ਉਹ ਨੰਬਰ ਕਹਿ ਰਹੇ ਨੇ 80% ਸ਼ਾਇਦ, ਜੇ ਕਹਿੰਦੇ 3 ਮਹੀਨੇ ਤੋਂ ਵੱਧ ਕੰਮ ਚੱਲ ਗਿਆ ਤਾਂ 80% ਰੈਸਟੋਰੈਂਟਸ ਵਾਲੇ ਚਲੇ ਜਾਣਗੇ, ਵਿਚ ਇਜ਼ ਵੈਰੀ ਇਟਸ ਹਾਰਡ। ਬੜਾ ਵੱਡਾ ਨੰਬਰ ਹੈ ਜਿਹੜੇ 80% ਚਲੇ ਜਾਂਦਾ, ਪਰ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ ਤੁਹਾਡੇ ਕੋਲੇ ਕੁਛ ਨਾ ਕੁਛ ਅਜਿਹੀ ਪੂੰਜੀ ਤਾਂ ਹੁੰਦੀ ਹੈ, ਐਮਰਜੈਂਸੀ ਫੰਡਸ ਤਾਂ ਹੁੰਦੇ ਆ, ਜੇ ਨਹੀਂ ਹੈਗੇ ਤਾਂ ਸਰਕਾਰ ਕਰ ਰਹੀ ਹੈ। ਤਾਂ ਮੇਰਾ ਖਿਆਲ ਆ ਸਭ ਨੂੰ ਮੈਂ ਇਹੀ ਬੇਨਤੀ ਕਰਾਂਗਾ ਵੀ ਹਲੇ ਇੰਨਾ ਪੁਸ਼ ਕਰਨ ਦੀ ਲੋੜ ਨਹੀਂ ਹੈ ਕਿ ਛੇਤੀ ਖੋਲ੍ਹਿਆ ਜਾਵੇ। ਜਦ ਤੱਕ ਇਮੈਜਿਨ ਕਰੋ ਸੈਕੰਡ ਵੇਵ ਆ ਜਾਂਦੀ ਹੈ, ਇਸ ਤੋਂ ਵੀ ਵੱਧ ਖਰਾਬ ਹੋ ਜਾਂਦਾ। ਹੁਣ 3 ਮਹੀਨੇ ਬੰਦ ਕਰਨ ਵਾਸਤੇ ਕਹਿੰਦੇ ਹੋ ਸਕਦਾ 6 ਮਹੀਨੇ ਬੰਦ ਕਰਨਾ ਪੈ ਜਾਵੇ, ਫਿਰ ਕੀ ਕੀਤਾ ਜਾਵੇ? ਕਿਉਂਕਿ ਇਦਾਂ ਦੇ ਸਰਵੇਸ ਵੀ ਸਾਹਮਣੇ ਆ ਰਹੇ ਨੇ। ਹੁਣ ਹਰ ਕੋਈ ਇਹੀ ਸ਼ਾਇਦ ਸੋਚ ਰਿਹਾ ਵਾ ਕਿ ਜੇ ਕੇਸਿਸ 1-2 ਦਿਨ 'ਚ ਘਟਣੇ ਸ਼ੁਰੂ ਹੋ ਗਿਆ ਤਾਂ ਅਸੀਂ ਕਰਵ ਨੂੰ ਫਲੈਟਨ ਕਰ ਦਿੱਤਾ, ਤੇ ਸ਼ਾਇਦ ਹੁਣ ਕੇਸਿਸ ਕੁਝ ਗਰਮੀ ਦੇ ਮੌਸਮ ਨੂੰ ਕਰਕੇ, ਜਿਵੇਂ ਕੁਝ ਲੋਕੀ ਕਹਿ ਰਹੇ ਨੇ ਕਿ ਗਰਮੀ 'ਚ ਸ਼ਾਇਦ ਘਟ ਜਾਏਗਾ, ਤਾਂ ਇਹਦੇ ਕਰਕੇ ਜਿਵੇਂ ਓਨਟਾਰੀਓ ਦੀ ਗੱਲ ਕਰੀਏ ਅਸੀਂ, ਕੇਸਿਸ ਹੁਣ ਅੱਗੇ ਨਾਲੋਂ 2 ਦਿਨਾਂ ਦੇ ਵਿੱਚ ਕਾਫੀ ਫਰਕ ਆਇਆ ਕਿ ਨੀਚੇ ਆਉਣੇ ਸ਼ੁਰੂ ਹੋ ਗਏ ਨੇ। ਤੇ ਉਧਰੋਂ US ਦੀ ਗੱਲ ਕਰੀਏ ਤਾਂ ਨਿਊਯਾਰਕ ਵਿੱਚ ਫਸਟ ਟਾਈਮ ਹੋਇਆ ਅਪ੍ਰੈਲ ਦੇ ਵਿੱਚ ਕਿ 400 ਤੋਂ ਘੱਟ ਡੈਥਸ ਹੋਈਆਂ ਨੇ। ਸੋ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਕਿ ਹੁਣ ਜੇ ਚੀਜ਼ਾਂ ਘਟਣ ਲੱਗ ਗਈਆਂ, ਕੇਸਿਸ ਘਟਣ ਲੱਗ ਗਏ, ਤਾਂ ਸ਼ਾਇਦ ਅਸੀਂ ਮਾਲ ਮਾਰ ਲਈਏ। ਇਟ ਕੈਨ ਗੋ ਈਦਰ
ਪੋਜ਼ਿਟਿਵ ਵੇ ਆਈ ਹੋਪ ਇਹ ਥੱਲੇ ਨੂੰ ਜਾ ਰਿਹਾ ਨੰਬਰ, ਪਰ ਜਿਹੜੀ ਇਹ ਵਹਿਮ ਹੈਗਾ ਕਿ ਗਰਮੀ ਨਾਲ ਇਹ ਘਟਦਾ, ਇਹ ਗਰਮੀ ਨਾਲ ਨਹੀਂ ਘਟਦਾ। ਜੇ ਗਰਮੀ ਨਾਲ ਇਹ ਘਟਦਾ ਹੁੰਦਾ ਤਾਂ ਜਿਹੜੀਆਂ ਥਾਵਾਂ ਗਰਮ ਨੇ, ਬ੍ਰਾਜ਼ੀਲ ਹੈ ਉੱਥੇ ਕਿਸੇ ਈਰਾਨ ਦਾ ਸਰਟਨ ਪਾਰਟ ਆ ਜਿਹੜਾ ਕਿ ਗਰਮ ਹੈਗਾ, ਜਿੱਥੇ ਵੀ ਗਰਮੀ ਹੈਗੀ ਹੈ ਉੱਥੇ ਇਹ ਨੰਬਰਸ ਘਟੇ ਨਹੀਂ ਹੈ, ਇਹ ਉਸੇ ਹਿਸਾਬ 'ਚ ਹੀ ਵੱਧ ਰਹੇ ਨੇ। ਸੋ ਇਹ ਇੱਕ ਬਹੁਤ ਗਲਤ ਵਹਿਮ ਹੈ ਕਿ ਗਰਮੀ ਨਾਲ ਘਟਦਾ, ਗਰਮ ਪਾਣੀ ਨਾਲ ਘਟਦਾ, ਗਰਮ ਭਾਫ ਨਾਲ ਘਟਦਾ। ਹਜੇ ਤੱਕ ਇਟਸ ਨਾਟ ਅਪਰੂਵ, ਥੀਸ ਆਰ ਨਾਟ ਪ੍ਰੂਵਨ ਫਾਰਮੂਲਾਸ। ਇਹ ਬਿਲਕੁਲ ਵੀ ਕੰਮ ਨਹੀਂ ਕਰਦੇ। ਕੰਮ ਸਿਰਫ ਇਹੀ ਕਰਦਾ, ਆਪਦੇ ਹੱਥ ਧੋਵੋ, ਮੂੰਹ ਨੂੰ ਹੱਥ ਨਾ ਲਾਓ, ਅੱਖਾਂ ਨੂੰ ਹੱਥ ਨਾ ਲਾਓ, ਨੱਕ ਨੂੰ ਹੱਥ ਨਾ ਲਾਓ, ਕੋਸ਼ਿਸ਼ ਕਰੋ ਛਿੱਕ ਆਉਂਦੀ ਹੈ। ਜਿਹੜੇ ਆਮ ਨੋਰਮਲ ਬਚਾਅ ਨੇ ਉਹ ਬਚਾਅ ਰੱਖਣ ਕਰਕੇ ਤੁਹਾਡਾ ਬਚਾਅ ਹੋਣਾ, ਨਾ ਕਿ ਕਿਹੜੀਆਂ ਆਹ ਜਿਹੜੇ ਦੇਸੀ ਇਲਾਜ ਮੈਂ ਇਹਨਾਂ ਨੂੰ ਕਹਾਂਗਾ ਜਿਹੜੇ ਹੋਮਮੇਡ ਰੈਮਡੀਜ਼ ਨੇ ਇਹ ਜ਼ਰੂਰੀ ਨਹੀਂ ਕੰਮ ਕਰਨ। ਕਿਸੇ ਇੱਕ ਦੇ ਤਾਂ ਹੋ ਸਕਦਾ ਕੰਮ ਕਰ ਗਿਆ ਹੁਣ, ਪਰ ਇਹ ਬਹੁਤਿਆਂ ਤੇ ਕੰਮ ਨਹੀਂ ਕਰਦੀਆਂ। ਜੀ ਬਿਲਕੁਲ, ਆਉਂਦੇ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹਰ ਕੋਈ ਇਸ ਵਕਤ ਜਿਵੇਂ ਡਰਾਈਵਰਸ ਦੀ ਸ਼ਲਾਘਾ ਕਰ ਰਿਹਾ, ਸੋ ਅਸੀਂ ਵੀ ਇੱਕ ਡਰਾਈਵਰ, ਫੀਮੇਲ ਡਰਾਈਵਰ ਨੂੰ ਖਾਸ ਤੌਰ ਤੇ ਪੰਜਾਬਣ ਟਰੱਕ ਡਰਾਈਵਰ ਨੂੰ ਆਪਣੇ ਪ੍ਰੋਗਰਾਮ ਵਿੱਚ ਇਨਵਾਈਟ ਕੀਤਾ। ਅਸੀਂ 7 ਵਜੇ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਾਂਗੇ ਲਾਈਵ ਪ੍ਰੋਗਰਾਮ ਵਿੱਚ। ਤੁਸੀਂ ਵੀ ਜੁੜ ਸਕਦੇ ਹੋ, ਉਹਨਾਂ ਦੇ ਐਕਸਪੀਰੀਅੰਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਸੋ ਸਰ, ਜਿਵੇਂ ਅਸੀਂ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕਰ ਰਹੇ ਹਾਂ, ਓਪਨ ਹੋਣ ਦੇ ਬਾਰੇ ਗੱਲ ਕਰ ਰਹੇ ਹਾਂ, ਅਸੀਂ ਇਹ ਵੀ ਦਿਖਾਇਆ ਕਿ ਲੋਕੀ ਹਜੇ ਵੀ ਸ਼ਰੇਆਮ ਧੱਜੀਆਂ ਉਡਾ ਰਹੇ ਨੇ, ਨਿਯਮਾਂ ਦੀਆਂ ਧੱਜੀਆਂ ਉਡਾ ਰਹੀਆਂ ਨੇ, ਪ੍ਰੋਟੈਸਟ ਕਰ ਰਹੇ ਨੇ। ਕੁਝ ਲੋਕੀ ਅਜਿਹੇ ਵੀ ਨੇ ਜੋ ਇਸ ਸਿਚੁਏਸ਼ਨ ਦਾ ਫਾਇਦਾ ਚੁੱਕ ਕੇ ਕੀਮਤਾਂ ਵੀ ਵਧਾ ਰਹੇ ਨੇ ਚੀਜ਼ਾਂ ਦੀਆਂ। ਬਿਲਕੁਲ ਜੀ, 19,000 ਤੋਂ ਉੱਪਰ ਕੇਸ ਰਜਿਸਟਰ ਹੋਇਆ ਤਰਨਜੀਤ ਆਪਣੇ ਅੰਟੈਰੀਓ ਦੇ ਵਿੱਚ। ਓਨਟਾਰੀਓ ਦੇ ਵਿੱਚ ਬਿਲਕੁਲ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਚੁੱਕੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ ਜੀ, ਮੈਂ ਜੋਨ ਬੋਲ ਰਿਹਾ ਜੀ, ਮਿਸਿਸਾਗਾ ਤੋਂ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜਿੱਦਾਂ ਤੁਸੀਂ ਦੱਸਿਆ ਜੀ ਕਿ ਲੋਕੀ ਪ੍ਰਦਰਸ਼ਨ ਕਰ ਰਹੇ ਰਾਈਟ ਨਾਮ, ਉਹ ਕਹਿੰਦੇ ਕਿ ਖੋਲਣਾ ਚਾਹੀਦਾ। ਦੇਖੋ ਜੀ, ਗਵਰਨਮੈਂਟ ਨੂੰ ਸਭ ਪਤਾ ਹੈ ਨਾ, ਆਪਣੇ ਤੋਂ ਬਾਅਦ ਉੱਪਰ ਉਹਨਾਂ ਨੂੰ ਸਾਰਾ ਪਤਾ, ਆਪਣੇ ਵੱਧ ਸਿਆਣ ਉਹਨਾਂ ਦੀ ਸਾਰੇ ਕੰਟਰੀ ਨੂੰ ਸੁਧਾਰ ਰਹੇ ਆ ਰਾਈਟ। ਤੇ ਲੋਕੀ ਜੇ ਹੁਣ ਬੈਠ ਕੇ ਗਵਰਨਮੈਂਟ ਨਾਲ ਇੰਨੀ ਟੇਕ ਕੇਅਰ ਕਰ ਰਹੀ ਆ ਤਾਂ ਲੋਕੀ ਪਤਾ ਇਹ ਪਤਾ ਨਹੀਂ ਕਾਹਤੋਂ ਕਰ ਇਹ ਗੱਲ ਕਾਹਤੋਂ ਕਰ ਰਹੇ ਹੈਗੀ ਹੈ। ਇਹ ਲੋਕੀ ਵਿੱਚ ਅਟੋਲ ਚੁੱਕ ਕੇ ਗਵਰਨਮੈਂਟ ਦੇ ਅਗੇਂਸਟ ਹੋ ਜਾਂਦੇ। ਕਹਿੰਦੇ ਕਰਨਾ ਨਹੀਂ ਚਾਹੀਦਾ। ਗਵਰਨਮੈਂਟ ਨੂੰ ਸਭ ਪਤਾ ਕਿ ਆਪੋ ਸਟੈਪ ਬਾय ਸਟੈਪ ਉਹਨਾਂ ਨੇ ਓਪਨ ਕਰਨਾ, ਉਹਨੇ ਇੱਕਦਮ ਤਾਂ ਕੰਮ ਚੱਲਣਾ ਹੀ ਨਹੀਂ। ਠੀਕ ਹੈ ਜੀ, ਹੋਰ ਨਾ ਆਪਣੇ ਵਕਤ ਜਦ 3 ਜਾਂ 4 ਵੀਕ ਨੂੰ ਖੁੱਲ ਜਾਏਗਾ ਜਾਂ ਹੋਰ ਲੇਟਰ ਨਾਲ। ਜਦੋਂ ਨੱਥ ਸਾਹਿਬ ਤੇ ਕਾਫੀ ਬਾਤ ਇਹਨਾਂ ਦੀ ਹੁਣ ਕਾਫੀ ਟਾਈਮ ਤੋਂ ਤੁਹਾਡਾ ਪ੍ਰੋਗਰਾਮ ਦੇਖੇ, ਨੱਥ ਸਾਹਿਬ ਦੇ ਵਿਚਾਰ ਬਹੁਤ ਵਧੀਆ ਲੱਗਦੇ ਸਨ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਸਰ। ਤੁਸੀਂ ਆਪਣੇ ਹਰ ਇੱਕ ਗੱਲ ਵਿੱਚ ਵਜਨ ਹੁੰਦਾ ਕਿ ਬਹੁਤ ਸੋਝੀ ਇਨਸਾਨ ਹੈ। ਅਜੇ ਮੈਂ ਤਾਂ ਤੁਹਾਡਾ ਇੱਕ ਤੁਹਾਡੀ ਪਰਸਨੈਲਿਟੀ ਬਹੁਤ ਥੋੜੇ ਵਿਚਾਰ ਹੁੰਦੇ ਸਾਰੀ ਫੈਮਿਲੀ ਬੈਠ ਕੇ ਤੁਹਾਡਾ ਪ੍ਰੋਗਰਾਮ ਦੇਖਦੇ ਹੈ। ਥੈਂਕ ਯੂ ਜੀ, ਸੋ ਨਾਈਸ ਸਰ। ਤੁਹਾਡੇ ਸ਼ੁਰੂ ਕਦੀ ਵੀ ਮਤ ਨਹੀਂ ਕਰਦਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਪਰ ਨੱਥ ਸਾਹਿਬ ਦੇ ਵਿਚਾਰ ਤੁਹਾਡੇ ਬਹੁਤ ਤੁਸੀਂ ਬਹੁਤ ਇੱਕ ਸੋਝੇ ਹੋ, ਬਹੁਤ ਹੀ ਵਧੀਆ ਇਨਸਾਨ ਹੋ। ਜ਼ਰਾ ਨਵਾਜ਼ੀ ਜੀ, ਥੈਂਕ ਯੂ ਸੋ ਨਾਈਸ ਸਰ। ਥੈਂਕ ਯੂ ਸੋ ਮਚ ਸਰ, ਤੁਸੀਂ ਆਪਣੇ ਵਿਚਾਰ ਰੱਖਿਆ ਪ੍ਰੋਗਰਾਮ 'ਚ। ਥੈਂਕ ਯੂ ਸੋ ਮਚ ਜੀ ਸਰ। ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ, ਅਸੀਂ ਕਾਲਰ ਦੀ ਵੀ ਕਾਲ ਡਿਸਕਸ ਕਰਾਂਗੇ, ਪਰ ਇਸ ਤੋਂ ਪਹਿਲਾਂ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਈ ਲੋਕੀ ਅਜਿਹੇ ਵੀ ਨੇ ਜੋ ਮੌਕੇ ਦਾ ਫਾਇਦਾ ਚੁੱਕ ਕੇ ਪ੍ਰਾਈਸ ਜਿਹੜੀਆਂ ਵਧਾ ਰਹੇ ਆ। ਗੱਲ ਕਰਾਂਗੇ, ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਮੈਮ? ਤੁਸੀਂ ਬਰੰਪੁਰ ਤੋਂ ਬੋਲਦੇ ਹੋ? ਮੈਂ ਪੁੱਛਣਾ ਸੀ ਤੁਸੀਂ 에어ਪੋਰਟ ਦੇ ਡਰਾਈਵਰਾਂ ਬਾਰੇ ਕੁਝ ਦੱਸਣਾ ਸੀਗਾ ਜੀ, ਪਲੀਜ਼। ਜੀ ਬਿਲਕੁਲ, 에어ਪੋਰਟ ਦੇ ਡਰਾਈਵਰਸ ਬਾਰੇ ਮੈਮ ਕੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਤੁਸੀਂ ਦੱਸੋ। ਜਿਨ੍ਹਾਂ ਨੂੰ ਕਰੋਨਾ ਵਾਇਰਸ ਘੁੰਮ ਕੇ ਬਾਅਦ ਤੁਸੀਂ ਕੁਝ ਦੱਸਿਆ ਇਹਨਾਂ ਦੀ ਅਪਡੇਟ। ਬਿਲਕੁਲ ਜੀ, ਇਹਦੇ ਬਾਰੇ ਕੋਸ਼ਿਸ਼ ਕਰਾਂਗੇ, ਅਸੀਂ ਨਾਜੀ ਨਾਲ ਡਿਸਕਸ ਕਰਾਂਗੇ। ਉਹਨਾਂ ਦੇ ਬਾਰੇ ਵਿੱਚ ਕੁਝ ਅਪਡੇਸ਼ਨਸ ਵੀ ਸਾਹਮਣੇ ਆਈਆਂ ਸੀ ਬੀਤੇ ਹਫਤੇ, ਸ਼ਾਇਦ ਅਸੀਂ ਡਿਸਕਸ਼ਨ ਵੀ ਕੀਤੀ ਹੈ ਡਾਕਟਰਸ ਦੇ ਬਾਰੇ ਕੁਝ। ਤੁਸੀਂ ਟੀਵੀ ਸਕਰੀਨ ਤੇ ਮੈਮ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। 에어ਪੋਰਟ ਬਾਰੇ ਤਰਨ ਨੇ ਮੈਂ ਇੱਕ ਤੱਕ ਕੁਝ ਕੇਸਿਸ ਹੋ ਗਏ ਨੇ। ਸਮ ਡਰਾਈਵਰਸ ਦੇ ਲਾਸਟ देयर ਲਾਈਵਸ ਤੇ ਕੁਝ ਅਜੇ ਵੀ ਹਸਪੀਟਲ ਵਿੱਚ ਨੇ, ਜਿਨ੍ਹਾਂ ਦਾ ਕਿ ਇਹ ਪਰਮਾਤਮਾ ਕਰੇ ਉਹ ਠੀਕ ਠਾਕ ਹੋ ਜਾਣ, ਮੁੜ ਕੇ ਕੰਮ ਕਰਨ ਜੋਗੇ ਹੋਣ। ਜਿਹੜੇ ਬੈਨੀਫਿਟਸ ਨੇ, ਬੈਨੀਫਿਟਸ ਇਟਸ ਜਿਹੜੀ ਹੈਗਾ ਟੈਕਸੀ ਹੈ, ਟੈਕਸੀ ਐਂਡ ਲਿਮੋ ਦੇ ਆਰ ਅਸੈਂਸ਼ੀਅਲ ਸਰਵਿਸਿਜ਼। ਓਕੇ, ਇਹ ਗੱਲ ਹੈ। ਪਰ ਉਹਦੇ ਚ ਇੱਕ ਨੁਕਤਾ ਹੈਗਾ 에어ਪੋਰਟ ਦਾ, ਖਾਸ ਕਰਕੇ ਬਾਕੀ ਟੈਕਸੀ ਇੰਡਸਟਰੀ ਦਾ ਵੀ। ਜਿਹੜਾ $2000 ਮਿਲਦਾ ਉਹ ਇਸ ਮਾਈ ਵਿਊਜ਼, ਇਹਨੂੰ ਪੱਕਾ ਨਹੀਂ ਲੈਣਾ, ਉਹਦੇ ਵਿੱਚ ਇਉਂ ਹੈ ਕਿ ਜਿਹੜਾ ਬੰਦੇ ਦਾ ਕੰਮ 14 ਦਿਨ ਚਲਾ ਗਿਆ, ਪਹਿਲਾਂ ਕੰਮ ਕਰਦਾ ਸੀ ਤੇ ਕੋਵਿਡ ਕਰਕੇ ਉਹਦਾ ਕੰਮ ਚਲਾ ਗਿਆ ਤੇ 14 ਦਿਨ ਕੰਮ ਨਹੀਂ ਕੀਤਾ, ਉਹਦੇ ਤੇ ਉਹ $2000 ਵਾਲਾ ਸਿਸਟਮ ਲਾਗੂ ਹੁੰਦਾ ਹੈ। ਜਿਹੜੀ ਟੈਕਸੀ ਇੰਡਸਟਰੀ ਹੈ ਉਹਦਾ ਕੋਈ ਕੰਮ ਰਿਹਾ ਨਹੀਂ ਇਸ ਵੇਲੇ। ਖਾਸ ਕਰਕੇ ਜਿਹੜਾ 에어ਪੋਰਟ ਹੈ, 에어ਪੋਰਟ ਦੇ ਉੱਤੇ ਜਿਹੜੀਆਂ ਫਲਾਈਟਾਂ ਨੇ ਉਹੀ 10% ਰਹਿ ਗਈਆਂ ਨੇ। 에어ਪੋਰਟ ਦੇ ਉੱਤੇ ਜਿਹੜੇ ਟੈਕਸੀ ਵਾਲੇ ਭਰਾ ਨੇ, ਤਕਰੀਬਨ 300 ਟੈਕਸੀ ਹੈ, 300 350 ਤੇ 250 ਦੇ ਨੇੜੇ ਤੇੜ ਲਿਮੋਜ਼ੀਨ ਹੈ। ਉਹਨਾਂ ਜੋਗਾ ਬਿਜ਼ਨਸ ਹੈ ਨਹੀਂਗਾ। ਸੋ ਇਹ ਮੇਰਾ ਖਿਆਲ ਆ ਵੀ ਦੇ ਕਮ ਅੰਡਰ ਦੈਟ ਥਿੰਗ, ਬਟ ਯੂ ਹੈਵ ਟੂ
ਟਾਕ ਅਬਾਊਟ ਯੂਰ ਜਿਹੜਾ ਤੁਹਾਡਾ ਫਾਈਨੈਂਸ਼ੀਅਲ ਐਡਵਾਈਜ਼ਰ ਹੈਗਾ ਉਹਦੇ ਵਿੱਚ ਹੈਗਾ। ਤੇ ਸੈਕੰਡ ਦੂਜਾ ਨੁਕਤਾ ਇਹ ਹੈ ਕਿ ਜਿਹੜਾ $1000 ਤੋਂ ਘੱਟ ਬਣਾ ਰਿਹਾ ਉਹ ਵੀ ਇਸ ਦੇ ਵਿੱਚ ਆਉਂਦਾ। ਤਾਂ ਚਾਂਸਸ ਆਰ ਜਿਹੜੇ 에ਅਰਪੋਰਟ ਦੇ ਡਰਾਈਵਰਸ ਨੇ ਤੇ ਜਿਹੜੇ ਸਿਟੀ ਦੇ ਡਰਾਈਵਰਸ ਨੇ ਉਹ ਇਹਦੇ ਅੰਡਰ ਜ਼ਰੂਰ ਆਉਣੇ ਚਾਹੀਦੇ ਨੇ। ਬਾਕੀ ਇਟਸ ਸਬਜੈਕਟ ਟੂ ਦ ਇੰਟਰਪ੍ਰੀਟੇਸ਼ਨ, ਸਬਜੈਕਟ ਟੂ ਦ ਗਵਰਨਮੈਂਟ ਉਹ ਕਿਵੇਂ ਸੋਚਦੇ ਨੇ। ਪਰ ਟੈਕਸੀ ਜਿਹੜਾ ਬਿਜ਼ਨਸ ਹੈਗਾ ਇਟਸ ਕਾਲਡ ਐਸੈਂਸ਼ੀਅਲ ਸਰਵਿਸਿਜ਼। ਸਰ ਸ਼ਾਇਦ ਇਹਨਾਂ ਨੇ ਕੁਝ ਮੇਰੇ ਖਿਆਲ ਦੇ ਵਿੱਚ ਡਾਕਟਰਸ ਨੂੰ ਲੈ ਕੇ ਵੀ, ਕੁਝ ਮੈਡੀਕਲਸ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਕਿ ਉਹਨਾਂ ਦੀ ਜੋ ਹਾਂਜੀ ਜਿਹੜੀ ਉਹ ਗੱਲ ਇਹਨਾਂ ਨੇ ਕੀਤੀ ਹਾਂ ਉਹ ਇਹ ਹੈਗੀ ਆ ਕਿ ਜਿਹੜੀ ਟੈਕਸੀ ਐਸੋਸੀਏਸ਼ਨ ਹੈਗੀ ਆ 에ਅਰਪੋਰਟ ਦੀ, ਉਹਨਾਂ ਨੇ ਜਿਹੜੀ GTAA ਆ ਗ੍ਰੇਟਰ ਟੋਰਾਂਟੋ 에ਅਰਪੋਰਟ ਅਥਾਰਟੀ ਉਹਦੇ ਨਾਲ ਇਹ ਗੱਲ ਕੀਤੀ ਸੀਗੀ। ਔਜਲਾ ਸਾਹਿਬ ਨੇ ਉੱਥੋਂ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਸਾਨੂੰ ਉੱਥੇ ਮੈਡੀਕਲ ਜਿਹੜੀਆਂ ਸੇਵਾਵਾਂ ਨੇ ਉਹ ਮੁਹੱਈਆ ਕਰਾਈਆਂ ਜਾਣ ਕਿਉਂਕਿ ਜਿਹੜੇ ਡਰਾਈਵਰਸ ਨੇ ਉਹ ਫਸਟ ਲਾਈਨ ਦੇ ਉੱਤੇ ਆਉਂਦੇ ਨੇ। ਜਿਹੜਾ ਬੰਦਾ 에ਅਰਪੋਰਟ ਤੇ ਆ ਰਿਹਾ ਉਹਨੇ ਆ ਕੇ ਸਭ ਤੋਂ ਪਹਿਲਾਂ ਕੈਬ ਦੇ ਵਿੱਚ ਬਹਿਣਾ, ਉਹਨੇ ਸਭ ਤੋਂ ਪਹਿਲਾਂ ਆ ਕੇ ਲਿਮੂਜ਼ੀਨ 'ਚ ਬਹਿਣਾ ਤੇ ਜੇ ਉਹਨੂੰ ਕੋਈ ਪ੍ਰੋਬਲਮ ਹੈਗੀ ਤਾਂ ਡਰਾਈਵਰ ਨੂੰ ਆਉਂਦੀ ਹੈ ਜਾਂ ਵਾਈਸ ਵਰਸਾ ਹੋ ਸਕਦਾ ਡਰਾਈਵਰ ਨੂੰ ਹੋਵੇ ਉਹ ਦੂਸਰੇ ਨੂੰ ਹੋ ਸਕਦਾ। ਇਸ ਕਰਕੇ ਉਹਨਾਂ ਨੇ ਇਹ ਅਪੀਲ ਕੀਤੀ ਹੈ ਅਜੇ ਤੱਕ ਵੀ ਸਾਨੂੰ ਮੈਡੀਕਲ ਦੀਆਂ ਸੇਵਾਵਾਂ ਮਿਲਣੀਆਂ ਚਾਹੀਦੀਆਂ ਨੇ। ਉਹਦਾ ਅਜੇ ਤੱਕ ਕੋਈ ਜਵਾਬ ਆਇਆ ਜਾਂ ਨਹੀਂ ਆਇਆ, ਮੇਰਾ ਖਿਆਲ ਹੈ ਜੇ ਆਇਆ ਨਹੀਂ ਹੈ ਕਿਉਂਕਿ ਜਿਹੜੀਆਂ ਸਰਕਾਰੀ ਕੰਮ ਨੇ ਉਹ ਪਹਿਲਾਂ ਸੁਨੇਹਾ ਜਾਂਦਾ ਬਹੁਤ ਟਾਈਮ ਲਾਉਂਦਾ, ਫਿਰ ਆਉਂਦਾ ਬਹੁਤ ਟਾਈਮ ਲਾਉਂਦਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ 3 ਜਾਂ 4 ਦਿਨਾਂ 'ਚ ਉਹਨਾਂ ਦਾ ਸ਼ਾਇਦ ਕੋਈ ਜਵਾਬ ਆ ਗਿਆ ਹੋਵੇ। ਜੇ ਆ ਗਿਆ ਤਾਂ ਉਹ ਟਾਕ ਮਿਸਟਰ ਔਜਲਾ, ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂਗਾ ਕਿ ਉਹਨਾਂ ਦਾ ਜਵਾਬ ਆਇਆ ਤਾਂ ਕੀ ਆਇਆ। ਬਿਲਕੁਲ ਜੀ। ਤੇ ਨਾਲ ਹੀ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਜਾਣਨਾ ਚਾਹੂੰਗੀ ਉਹਨਾਂ ਦੀ ਕੀ ਰਾਏ ਆ ਉਹਨਾਂ ਲੋਕਾਂ ਉੱਤੇ ਜੋ ਇਸ ਵਕਤ ਮੌਕੇ ਦਾ ਫਾਇਦਾ ਚੁੱਕ ਕੇ ਕੀਮਤਾਂ ਦੁੱਗਣੇ ਤਿੱਗਣੇ ਕੋਈ ਵੀ ਸਮਾਨ ਦੁੱਗਣੀਆਂ ਤਿੱਗਣੀਆਂ ਕੀਮਤਾਂ ਦੇ ਉੱਤੇ ਵੇਚ ਰਹੀ ਹੈ। ਸਰ ਕੀ ਕਹਿਣਾ ਚਾਹੋਗੇ? ਤੁਸੀਂ ਦੱਸਿਆ 19,000 ਕੁਛ ਇੰਨੇ ਕੇਸਿਸ ਆ ਜੀ ਇਕੱਲੇ ਅੰਟਾਰੀਓ ਦੇ ਵਿੱਚ ਜਿਹੜੇ ਕਿ ਲੋਕਾਂ ਨੇ ਬਹੁਤ ਜ਼ਿਆਦਾ ਪ੍ਰਾਈਸਿਸ, ਖਾਸ ਕਰਕੇ ਜਿਹੜੇ ਸੈਨੀਟਾਈਜ਼ਰ ਦੀ ਪ੍ਰਾਈਸ, ਜਿਹੜੇ ਹੈਂਡ ਵਾਈਪਸ ਨੇ ਉਹਦੀਆਂ, ਗਲਵਜ਼ ਦੀਆਂ ਤੇ ਮਾਸਕਸ ਜਿਹੜੇ ਇਹਨਾਂ ਦੀਆਂ ਪ੍ਰਾਈਸਿਸ ਬਹੁਤ ਇਨਫਲੇਟ ਕਰਕੇ ਵੇਚਿਆ ਗਿਆ। ਭਾਈ ਤੁਹਾਡੇ ਤੇ ਕੇਸ ਹੋਏ ਤੁਹਾਡੀਆਂ ਸ਼ਿਕਾਇਤਾਂ ਹੋ ਗਈਆਂ ਨੇ। ਇਸ ਤੁਹਾਡੀ ਵਾਰੀ ਆਏਗੀ, ਜ਼ਰੂਰ ਆਏਗੀ ਲੇਟ। ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਜੀ ਤੁਹਾਡੀ ਵਾਰੀ ਜ਼ਰੂਰ ਆਏਗੀ ਥੋੜੀ ਲੇਟ ਕਿਉਂਕਿ ਨੰਬਰ ਬਹੁਤ ਵੱਡਾ ਹੈ। ਸਰਕਾਰ ਕੋਲ ਇੰਨੇ ਸੋਰਸਿਸ ਹੈ ਨਹੀਂ ਕਿ ਸਾਰੇ ਦੇ ਸਾਰੇ ਇਸ ਕੰਮ ਦੇ ਉੱਤੇ ਲਾ ਦੇਣ। ਪਰ ਹਾਂ ਜੋ ਮਿਸਟਰ ਫੋਰਡ ਨੇ ਗੱਲ ਕਹੀ, ਆਪਣੇ ਪ੍ਰੀਮੀਅਰ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਆ ਉਸ ਗੱਲ ਤੇ ਮੈਨੂੰ ਲੱਗਦਾ ਉਹ ਖੜਨਗੇ ਵੀ ਤੇ ਜਿਹੜੇ ਲੋਕਾਂ ਨੂੰ ਸਪੈਸ਼ਲ ਫਾਈਨ ਹੈ ਜੀ ਇਹਦਾ ਉਹਦੇ ਤੇ ਫਾਈਨ ਵੀ ਕੀਤਾ ਜਾਵੇਗਾ। ਸਰ ਤੁਸੀਂ ਗੱਲ ਕੀਤੀ ਹੈ ਪ੍ਰੀਮੀਅਰ ਫੋਰਡ ਦੀ, ਤਾਂ ਮੈਂ ਇੱਕ ਗੱਲ ਹੋਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ। ਬੀਤੇ ਦਿਨੀ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਐਸੈਂਸ਼ੀਅਲ ਵਰਕਰਸ ਨੂੰ ਕੁਝ ਵਾਅਦਾ ਕੀਤਾ ਗਿਆ ਆ ਉਹਨਾਂ ਦੀ ਡੇਲੀ ਵੇਜ ਦੇ ਵਿੱਚ, ਉਹਦੇ ਬਾਰੇ ਵਿੱਚ ਜੇ ਦਰਸ਼ਕਾਂ ਨੂੰ ਕੋਈ ਜਾਣਕਾਰੀ ਦੇ ਸਕੋ। ਹਾਂਜੀ ਉਹ ਤਰਨ ਇਹ ਬਹੁਤ ਚੰਗੀ ਗੱਲ ਕੀਤੀ ਹੈ। ਆਈ ਰੀਅਲੀ ਐਪਰੀਸ਼ੀਏਟ ਦੈਟ ਜਿਹੜੀ ਇਹ ਸਾਡੀ ਫੋਰਡ ਗਵਰਨਮੈਂਟ ਨੇ ਗੱਲ ਕੀਤੀ ਹੈ ਜੀ। ਜਿੰਨੇ ਵੀ ਐਸੈਂਸ਼ੀਅਲ ਸਰਵਿਸਿਜ਼ ਨੇ ਫਸਟ ਲਾਈਨ ਦੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ $4 ਪਰ ਆਵਰ ਸਰਕਾਰ ਨੇ ਉਹਨਾਂ ਨੂੰ ਐਕਸਟਰਾ ਦੇਣੇ ਦਾ ਵਾਅਦਾ ਕੀਤਾ ਜੀ। ਔਰ ਇੱਕ ਲੰਪ ਸਮ ਵੀ ਉਹਨਾਂ ਨੂੰ ਕੁਛ ਅਮਾਊਂਟ ਹੈ ਜਿਹੜੀ ਦਿੱਤੀ ਜਾਵੇਗੀ। ਪਰ $4 ਪਰ ਆਵਰ ਜਿਹੜੀ ਫੋਰਡ ਗਵਰਨਮੈਂਟ ਹੈ ਜਿੰਨੇ ਵੀ ਐਸੈਂਸ਼ੀਅਲ ਸਰਵਿਸ ਵਾਲੇ ਲੋਕ ਅੱਜ ਕੱਲ੍ਹ ਕੰਮਕਾਰ ਕਰ ਰਹੇ ਨੇ ਉਹਨਾਂ ਨੂੰ ਮਿਲਣਗੇ ਜੀ। ਉਹ 'ਚ ਸਿਰਫ ਇੱਕ ਹੀ ਹੈ ਤਰਨ, ਮੈਂ ਦੇਖ ਰਿਹਾ ਸੀ ਮੈਨੂੰ ਸ਼ਾਇਦ ਉਹ 'ਚ ਟਰੱਕ ਡਰਾਈਵਰਸ ਦਾ ਨਾਂ ਨਹੀਂ ਆਇਆ ਦੱਸਿਆ, ਜਿਹੜੀ ਕਿ ਅਸੀਂ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਹੈ ਕਿ ਨਾਓ ਐਵਰੀਬਾਡੀ ਇਜ਼ ਟਾਕਿੰਗ ਅਬਾਊਟ ਟਰੱਕ ਡਰਾਈਵਰਸ ਵੀ ਉਹ ਇੰਨਾ ਕੰਮ ਕਰ ਰਹੇ ਨੇ। ਐਂ ਪਤਾ ਲੱਗਦਾ ਵੀ ਕਿਹੜੇ ਬੰਦੇ ਦੀ ਕਿੰਨੀ ਜ਼ਰੂਰਤ ਹੈ। ਤਰਨ ਜਿਹੜਾ ਕੰਮ ਹੋਇਆ ਨਾ ਇਹਦੇ 'ਚ ਤੁਸੀਂ ਕਹਿੰਦੇ ਪਹਿਲਾਂ ਇੰਨਾ ਪੈਸਾ ਚਲਾ ਗਿਆ, ਉਹ ਚਲਾ ਗਿਆ, ਬਿਲੀਅਨਸ ਆਫ ਡਾਲਰਸ ਚਲੇ ਗਏ। ਅਮੀਰ ਮਰ ਜਾਵੇ ਜੀ ਕੁਛ ਨਹੀਂ ਹੁੰਦਾ, ਕੋਈ ਪਲੇਅਰ ਚਲਾ ਜਾਵੇ ਕੁਛ ਨਹੀਂ ਹੁੰਦਾ। ਪਰ ਜੇ ਕਿਸਾਨ ਚਲਾ ਗਿਆ, ਜੇ ਟਰੱਕ ਡਰਾਈਵਰ ਚਲਾ ਗਿਆ ਤਾਂ ਸੁਸਾਇਟੀ ਚੱਲ ਨਹੀਂ ਸਕਦੀ। ਇਹਨਾਂ ਦਾ ਖਿਆਲ ਜ਼ਰੂਰ ਰੱਖੋ। ਬਿਲਕੁਲ ਜੀ ਸਰ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਐਪਰੀਸ਼ੀਏਟ ਕੀਤਾ ਜਾ ਰਿਹਾ ਸਭ ਪਾਸੇ, ਹਰ ਕੋਈ ਕੋਸ਼ਿਸ਼ ਕਰ ਰਿਹਾ ਕਿ ਟਰੱਕ ਡਰਾਈਵਰਸ ਨੂੰ ਵੀ ਉਹਨਾਂ ਦਾ ਬਣਦਾ ਜਿਹੜਾ ਦਿੱਤਾ ਜਾਵੇ। ਸੋ ਫੋਰਡ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਮੈਂ ਆਪਣੇ ਦਰਸ਼ਕਾਂ ਨੂੰ ਪੁੱਛਣਾ ਚਾਹੂੰਗੀ ਕਿ ਇਸ ਵਕਤ ਜਿਹੜੀਆਂ ਵੀ ਪ੍ਰੋਵਿੰਸਸ ਵਿੱਚ ਤੁਸੀਂ ਰਹਿ ਰਹੇ ਹੋ ਤੁਹਾਡੇ ਜੋ ਪ੍ਰੀਮੀਅਰਸ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਜਾਂ ਜੇ ਤੁਸੀਂ US ਵਿੱਚ ਰਹਿੰਦੇ ਹੋ ਤੁਹਾਡੇ ਸਟੇਟ ਦੇ ਗਵਰਨਰਸ ਵੱਲੋਂ ਜੋ ਕਦਮ ਚੁੱਕੇ ਜਾ ਰਹੇ ਨੇ, ਕੀ ਤੁਸੀਂ ਉਹਨਾਂ ਤੋਂ ਸੈਟੀਸਫਾਈ ਹੈਗੇ ਹੋ? ਤੁਸੀਂ ਚਾਹੁੰਦੇ ਹੋ ਕਿ ਇਹਦੇ ਵਿੱਚ ਕੁਝ ਬਦਲਾਅ ਕੀਤਾ ਜਾਣਾ ਚਾਹੀਦਾ ਸੀ? ਸੋ ਸਾਨੂੰ ਫੋਨ ਕਰਕੇ ਦੱਸਿਓ ਜ਼ਰੂਰ ਆਪਣੀ ਰਾਏ। ਜਿਵੇਂ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਸਰ, ਕਾਫੀ ਜ਼ਿਆਦਾ ਹੁਣ ਕਿਮ ਜੋਂਗ ਉਨ ਦੀ ਗੱਲ ਕਰੀਏ ਕਿਉਂਕਿ ਇਹ ਵੀ ਜ਼ਿਆਦਾ ਮਸਲੇ ਵਿੱਚ ਛਾਏ ਹੋਏ ਨੇ, ਉਹਨਾਂ ਦੀ ਤਬੀਅਤ ਦੇ ਬਾਰੇ ਕੋਈ ਗੱਲਬਾਤ ਹੋਈ ਹੋਵੇ ਤਾਂ ਆਪਣੇ ਦਰਸ਼ਕ ਜ਼ਰੂਰ ਉਹਨਾਂ ਬਾਰੇ ਜਾਣਨਾ ਚਾਹੁੰਦੇ ਨੇ। ਮੈਂ ਇਸ ਗੱਲ ਤੋਂ ਵੀ ਮੈਨੂੰ ਹੈਰਾਨੀ ਹੋਈ। There is interest in Kim Jong Un. ਜਿਹੜੀ ਅੱਜ ਦੀ ਖਬਰ ਹੈਗੀ ਹੈ ਕਿਉਂਕਿ ਜਿਹੜਾ ਨਾਰਥ ਕੋਰੀਆ ਇਹਦੀ ਖਬਰ ਬਾਹਰ ਨਹੀਂ ਨਿਕਲਦੀ। ਇਹ ਪਹਿਲਾਂ ਤੋਂ ਹੀ ਇਹਨੂੰ ਜਿਹੜੇ ਸਾਡੇ ਵੈਸਟਰਨ ਵਰਲਡ ਨੂੰ ਹਰਬਟ ਕਿੰਗਡਮ ਕਹਿੰਦਾ ਵੀ ਉਹ ਤੋਂ ਖਬਰ ਕੋਈ ਬਾਹਰ ਨਹੀਂ ਆਉਂਦੀ ਹੈ। ਜਿਹੜੀ ਹੁਣ ਖਬਰ ਬਾਹਰ ਆਈ ਆ ਔਰ ਜਿਹੜੀ ਉਹ ਖਬਰ ਹੈਗੀ ਆ ਉਹ ਲੱਗਦਾ ਠੀਕ ਹੋ ਗਈ। ਰੀਜ਼ਨ ਬੀਇੰਗ ਇਜ਼ ਸਾਊਥ ਕੋਰੀਆ ਵਿੱਚ ਖਬਰ ਆਈ ਆ ਕਿਉਂਕਿ ਇਸ ਵੇਲੇ ਸਾਊਥ ਕੋਰੀਆ ਤੇ ਨਾਰਥ ਕੋਰੀਆ ਆਪਸ ਵਿੱਚ ਜ਼ਰੂਰ ਇਹਨਾਂ ਦੀ ਕੋਸ਼ਿਸ਼ ਹੈ ਕਿ ਸਾਡੀ ਦੋਸਤੀ ਵਧੇ।
ਇਹ ਆਪਸ ਵਿੱਚ ਇਹਨਾਂ ਦਾ ਪਿਆਰ ਅੱਗੇ ਨਾਲੋਂ ਵਧਣ ਲੱਗਿਆ ਹੋਇਆ। ਸਾਊਥ ਕੋਰੀਆ ਤਾਂ ਹਮੇਸ਼ਾ ਚਾਹੁੰਦਾ ਸੀਗਾ, ਨਾਰਥ ਕੋਰੀਆ ਅਲਾਉ ਨਹੀਂ ਸੀ ਕਰਦਾ, ਪਰ ਥੋੜੀ ਬਹੁਤ ਇਸ ਨੇ ਇਸ ਗੱਲ ਨੂੰ ਥੋੜਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਵੈਰੀ ਲਿਮਟਿਡ। ਪਰ ਅੱਜ ਸਾਊਥ ਕੋਰੀਅਨ ਜਿਹੜੇ ਸੋਰਸਿਸ ਨੇ ਉਹਨਾਂ ਰਾਹੀਂ ਇਹ ਸਰਕਾਰੀ ਤੌਰ ਤੇ ਆਇਆ ਕਿ ਜਿਹੜੀ ਕਿਮ ਜੰਗ ਉਨ ਦੀ ਖਬਰ ਆ ਰਹੀ ਹੈ ਵੀ ਉਹ ਬਿਮਾਰ ਹੈ ਜਾਂ ਕੁਛ ਹੋਰ, ਕਹਿੰਦੇ ਨਹੀਂ ਹੈ, ਉਹ ਕਹਿੰਦੇ ਠੀਕ ਠਾਕ ਹੈ। ਦਿਸ ਇਜ਼ ਦੇਅਰ ਨਿਊਜ਼। ਪਰ ਜਿਹੜੀਆਂ ਉਦੋਂ ਪਹਿਲਾਂ ਖਬਰਾਂ ਆ ਰਹੀਆਂ ਸੀ ਉਹ ਬੜੀਆਂ ਕਈਆਂ ਇੱਕ ਵਾਰੀ ਤਾਂ ਕੋਈ ਐਸੀ ਵੀ ਆ ਗਈ ਸ਼ਾਇਦ ਉਹ ਨਹੀਂ ਹੈਗੇ, ਪਰ ਨੋ, ਜਿਹੜੀ ਸਾਊਥ ਕੋਰੀਆ ਦੀ ਅੱਜ ਖਬਰ ਏਜੰਸੀ ਨੇ ਖਬਰ ਦਿੱਤੀ ਹੈ, ਸਰਕਾਰ ਨੇ ਖਬਰ ਦਿੱਤੀ ਹੈ, ਉਹਦੇ ਮੁਤਾਬਕ ਉਹ ਠੀਕ ਠਾਕ ਆ, ਉਹਨੂੰ ਕੋਈ ਐਸੀ ਕੋਈ ਬਿਮਾਰੀ ਨਹੀਂ ਹੈ। ਜੀ ਬਿਲਕੁਲ। ਤੇ ਸਰ ਓਨਟਾਰੀਓ ਦੀ ਥੋੜੀ ਜਿਹੀ ਗੱਲਬਾਤ ਕਰ ਲਈਏ ਕਿ ਫਰੰਟਲਾਈਨ ਵਰਕਰਸ ਦੀ ਹੈਲਪ ਦੇ ਲਈ ਤੁਸੀਂ ਦੱਸ ਰਹੇ ਸੀ ਮੈਡੀਕਲ ਐਸੋਸੀਏਸ਼ਨ ਵੱਲੋਂ ਕੁਝ ਕਦਮ ਚੱਕੇ ਜਾ ਰਹੇ ਨੇ, ਉਹ ਕੀ ਹੈ? ਹਾਂਜੀ, ਓਨਟਾਰੀਓ ਮੈਡੀਕਲ ਐਸੋਸੀਏਸ਼ਨ ਨੇ ਇਹ ਗੱਲ ਕੀਤੀ ਹੈ। ਉਹਨਾਂ ਨੇ ਆਫਰ ਕੀਤੀ ਸੀਗੀ ਜਿਹੜੀ ਸਾਡੀ ਫੂਡ ਗਵਰਨਮੈਂਟ ਹੈ ਉਹਨੂੰ, ਇਹ ਕਿਹਾ ਸੀਗਾ ਕਿ ਜਿਹੜੇ ਖਾਸ ਕਰਕੇ ਸੀਨੀਅਰਸ ਹੋਮਸ ਨੇ ਉੱਥੇ ਤਰਨ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਾਡੇ ਸੋਰਸਿਸ ਉਹਨੇ ਹੈ ਨਹੀਂ ਗੇ। ਐਕਚੁਅਲੀ ਹਰ ਜਿਹੜਾ ਸੀਨੀਅਰ ਹੋਮ ਹੈ ਨਾ ਉਹਦੇ 'ਚ ਇੱਕ ਮੈਡੀਕਲ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਓਨਟਾਰੀਓ ਮੈਡੀਕਲ ਐਸੋਸੀਏਸ਼ਨ ਨੇ ਇਹ ਆਫਰ ਕੀਤੀ ਸੀ ਕਿ ਅਸੀਂ ਮੋਬਾਈਲ ਯੂਨਿਟ ਬਣਾ ਦਿੰਦੇ ਹਾਂ ਜਿਹੜੇ ਕਿ ਵਾਰੀ-ਵਾਰੀ ਇਹਨਾਂ ਥਾਵਾਂ 'ਤੇ ਜਾਇਆ ਕਰਨਗੇ ਅਤੇ ਖਿਆਲ ਕਰਿਆ ਕਰਨਗੇ, ਜਿਹੜੀ ਕਿ ਸਾਡੀ ਸਰਕਾਰ ਜਿਹੜੀ ਪ੍ਰੋਵਿੰਸ ਦੀ ਫੂਡ ਗਵਰਨਮੈਂਟ ਹੈਗੀ ਆ ਉਹਨੇ ਇਸ ਆਫਰ ਨੂੰ ਰਿਜੈਕਟ ਕਰ ਦਿੱਤਾ। ਉਹ ਕਹਿੰਦੇ ਅਸੀਂ ਇਹ ਨਹੀਂ ਕਰਨਾ ਚਾਹੁੰਦੇ। ਜਿਹੜੇ ਸਾਡੇ ਓਮੇ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਗਾਂਧੀ, ਉਹਨਾਂ ਦਾ ਇਹ ਬਿਆਨ ਆਇਆ ਕਿ ਇਸ ਗੱਲ ਨੂੰ ਸਰਕਾਰ ਨਹੀਂ ਮੰਨੀ ਹੈ। ਪਰ ਨਾਲ ਦੀ ਗੱਲ ਮੈਂ ਹੋਰ ਦੱਸਾਂ ਤੁਹਾਨੂੰ, ਇੱਕ ਪ੍ਰਾਈਵੇਟ ਫਰਮ ਹੈ ਜਿਹੜੀ ਕਿ ਸੀਨੀਅਰਸ ਹੋਮਸ ਨੂੰ ਸਾਂਭਦੀ ਹੈ, ਉਹਦੇ 'ਤੇ ਕਲਾਸ ਐਕਸ਼ਨ ਸੂਟ ਹੋ ਰਿਹਾ ਅਤੇ ਮੁਕੱਦਮਾ ਹੋ ਰਿਹਾ ਕਿ ਉਹਨਾਂ ਨੇ ਜਿਹੜੇ ਸੀਨੀਅਰਸ ਆ ਉੱਥੇ ਬਹੁਤਾ ਕਈ ਹੋ ਗਏ ਨੇ, ਉਹਨਾਂ ਸੀਨੀਅਰਸ ਦੀ ਉਹਦੇ 'ਤੇ ਕਲਾਸ ਐਕਸ਼ਨ ਮੁਕੱਦਮਾ ਉੱਤੇ ਦਰਜ ਹੋ ਗਿਆ ਜੀ ਅੱਜ। ਜੀ ਬਿਲਕੁਲ। ਤੇ ਸਰ ਇੱਕ ਇਹ ਵੀ ਹੈ ਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਕਿ ਕੋਈ ਵੀ ਜਦੋਂ ਵੀ ਏਅਰਪੋਰਟਸ ਦੀ ਗੱਲ ਹੁੰਦੀ ਹੈ ਕਿ ਉੱਥੋਂ ਜ਼ਿਆਦਾਤਰ ਟਰੈਵਲਰਸ ਆਏ ਤਾਂ ਕਰੋਨਾ ਵਾਇਰਸ ਹੋਇਆ, ਉਦੋਂ ਕਿਹਾ ਗਿਆ ਕਿ ਏਅਰਪੋਰਟਸ ਦੇ ਉੱਤੇ ਜੇਕਰ ਸੁਰੱਖਿਆ ਪਹਿਲਾਂ ਹੀ ਕੀਤੀ ਜਾਂਦੀ, ਟੈਸਟ ਕੀਤੇ ਜਾਂਦੇ ਤਾਂ ਇੰਨੀ ਵੱਡੀ ਗਿਣਤੀ ਵਿੱਚ ਨਹੀਂ ਫੈਲਦਾ ਇਹ। ਤੇ ਹੁਣ ਜਿਵੇਂ ਅਦਾਰੇ ਖੁੱਲਣ ਜਾ ਰਹੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਅਦਾਰਿਆਂ ਵਿੱਚ ਵੀ ਕੁਝ ਅਜਿਹੀ ਚੀਜ਼ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਉਸ ਜਿਹੜੇ ਸਹੀ ਨੇ ਫਿਜ਼ੀਕਲੀ ਫਿਟ ਨੇ ਉਹਨਾਂ ਨੂੰ ਹੀ ਬੁਲਾਇਆ ਜਾਵੇ, ਜੇ ਬੁਲਾਇਆ ਵੀ ਜਾਂਦਾ ਤਾਂ? ਪਰ ਇਟਸ ਵੈਰੀ ਹਾਰਡ। ਹੁਣ ਕੋਈ ਟੈਸਟ ਵਗੈਰਾ ਕੁਝ ਐਵੇਂ ਦਾ ਉੱਥੇ ਰੱਖਿਆ ਜਾਵੇ ਤਾਂ? ਹਾਂਜੀ, ਜਿਵੇਂ ਟੈਸਟ ਇਹ ਹੋ ਸਕਦਾ ਜਿਵੇਂ ਟਿਮ ਹਾਰਟਨਸ ਨੇ ਕੀਤਾ, TNT ਨੇ ਕੀਤਾ, ਇੱਕ ਸੁਪਰਮਾਰਕੀਟ ਹੋਰ ਹੈਗੀ ਆ ਲੌਂਗੋਸ, ਇਹਨਾਂ ਤਿੰਨਾਂ ਨੇ ਇਹ ਕੀਤਾ ਕਿ ਜਿਹੜਾ ਵੀ ਉਹਦਾ ਇੰਪਲੋਈ ਉਹਨਾਂ ਦੇ ਕੰਮ ਕਰਨਾ ਹੈਗਾ ਨਾ, ਅਸੀਂ ਉਹਨਾਂ ਦਾ ਟੈਂਪਰੇਚਰ ਚੈੱਕ ਕਰਿਆ ਕਰਨਾ। ਜੇ ਟੈਂਪਰੇਚਰ ਉਹਨਾਂ ਦਾ ਠੀਕ ਹੈਗਾ ਤਾਂ ਉਹ ਬੰਦਾ ਇੰਪਲੋਈ ਕੰਮ ਕਰੇਗਾ, ਅਦਰਵਾਈਜ਼ ਉਹਨੂੰ ਕਹਿਣਗੇ ਤੁਸੀਂ ਘਰੇ ਰਹੋ। ਕੁਝ ਇਸ ਤਰ੍ਹਾਂ ਦਾ ਟੈਸਟ ਹੋ ਸਕਦੇ ਨੇ। ਹਾਂ, ਇਹ ਠੀਕ ਹੈ, ਜਿੰਨੇ ਵੀ ਸਿਹਤਮੰਦ ਲੋਕ ਕੰਮ ਤੇ ਆਉਣਗੇ, ਪਹਿਲਾਂ ਜਦੋਂ ਪਹਿਲੀ ਸਟੇਜ ਤੇ ਕਰਨਾ, ਜਦ ਤੱਕ ਇਹਦੀ ਦਵਾਈ ਨਹੀਂ ਆਉਂਦੀ ਉਦੋਂ ਤੱਕ ਜਿੰਨੇ ਸਿਹਤਮੰਦ ਕੰਮ ਲੋਕ ਹੈਗੇ ਉਹੀ ਕੰਮ ਤੇ ਆਉਣ ਤਾਂ ਚੰਗੀ ਗੱਲ ਹੈ। ਕਿਉਂਕਿ ਜੇ ਇੱਕ ਵਾਰੀ ਆਈ ਹੋਪ ਇਟ ਸਟੇਜ਼ ਦ ਵੇ ਇਟ ਇਜ਼, ਜਿਵੇਂ ਘਟ ਰਹੀ ਹੈ ਇਹ ਘਟ ਹੀ ਜਾਵੇ, ਚੰਗਾ ਗੱਲ ਹੈ, ਪਰ ਦੁਬਾਰੇ ਵਧੀ ਬਹੁਤ ਮੁਸ਼ਕਿਲ ਕਰੇਗੀ। ਜਿਹੜੇ ਦੋਨੇ ਪਾਸੇ ਦੇ ਐਕਸਪਰਟਸ ਨੇ, ਤੁਹਾਨੂੰ ਇੱਕ ਐਕਸਪਰਟਸ ਜਿਹੜੇ ਡਰਦੇ ਨੇ ਖੋਲ੍ਹਣ ਤੋਂ, ਉਹ ਇਹ ਕਹਿੰਦੇ ਆ ਵੀ ਦੂਸਰੀ ਵੇਵ ਦੇ ਚਾਂਸਸ ਆ ਦਸੰਬਰ 'ਚ ਆਏਗੀ। ਜੇ ਉਹ ਦਸੰਬਰ ਤੱਕ, ਇਟ ਮੀਨਸ ਉਹ ਦਸੰਬਰ ਤੱਕ ਠੀਕ ਨਹੀਂ ਹੋ ਰਿਹਾ, ਰਾਈਟ? ਤੇ ਦਸੰਬਰ 'ਚ ਆਉਂਦੀ ਹੈ ਤਾਂ ਉਹ ਜਾਏਗੀ ਕਿੰਨੀ ਦੂਰ ਤੱਕ? ਕਦੋਂ ਤੱਕ? ਇਟਸ ਗੋਇੰ ਬੀ ਵੈਰੀ ਹਾਰਡ। ਤੇ ਜਿਹੜੀ ਦਵਾਈ ਆ ਹੋਪਫੁਲੀ ਸਤੰਬਰ 'ਚ ਆ ਜਾਵੇ, ਚੰਗੀ ਗੱਲ ਹੈ, ਫਿਰ ਕੰਟਰੋਲ ਹੋ ਜਾਏਗਾ। ਅਦਰਵਾਈਜ਼ ਸਾਨੂੰ ਬਹੁਤ ਕੇਅਰਫੁਲ ਰਹਿਣਾ ਪੈਣਾ। ਆਪਾਂ ਇਸ ਮਾਮਲੇ 'ਚ ਬਿਲਕੁਲ ਵੀ ਕੇਅਰ ਫ੍ਰੀ ਨਹੀਂ ਹੋ ਸਕਦੇ ਕਿਉਂਕਿ ਕਿਸੇ ਨੂੰ ਵੀ ਹੋ ਸਕਦੀ ਹੈ, ਕਿਸੇ ਵੀ ਵੇਲੇ ਹੋ ਸਕਦੀ ਹੈ। ਜੀ ਬਿਲਕੁਲ। ਇੱਕ ਅਸੀਂ ਕਾਲਰ ਦੀ ਕਾਲ ਲੈ ਲਈਏ। ਹੈਲੋ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਸਰ? ਮੈਂ ਮੌਂਟਰੀਅਲ ਤੋਂ ਬੋਲ ਰਿਹਾ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਬਿਲਕੁਲ, ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕੀਤੀ ਹੈ, ਦੱਸੋ ਸਰ ਕੀ ਕਹਿਣਾ ਚਾਹੁੰਦੇ ਹੋ? ਨਾਥ ਸਾਹਿਬ ਗੱਲ ਕਰ ਰਹੇ? ਹਾਂਜੀ ਹਾਂਜੀ, ਸੁਣ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਠੀਕ ਹੈ ਜੀ, ਮੈਂ ਮੌਂਟਰੀਅਲ ਤੋਂ ਬੋਲਦਾ ਜੀ। ਹਾਂਜੀ, ਤੇ ਕੀ ਕਹਿਣਾ ਚਾਹੋਗੇ? ਬਹੁਤ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ, ਮੈਂ ਕਿਹਾ ਥੋੜੇ ਜਿਹਾ ਸਾਡੇ ਕਿਸਾਨਾਂ ਨੂੰ ਵੀ ਮਤ ਦੇ ਦੇਵੇ ਨਾ ਖੇਤੀ ਕਰਨੀ। ਤੁਹਾਡੇ ਸਹੀ ਗੱਲ। ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ ਜੀ ਕਿ ਦੇਖੋ ਕੁਬੈਕ ਦੇ ਵਿੱਚ ਕੇਸਿਸ ਬਹੁਤ ਜ਼ਿਆਦਾ ਹੋਏ ਨੇ, ਬਾਕੀ ਕੈਨੇਡਾ ਦੇ ਰਲਾ ਕੇ ਕੁਬੈਕ ਦੇ ਉਹਨੇ ਬਣਦੇ ਆ। ਤੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਹਾਡੀ ਸਰਕਾਰ ਇੰਨੀ ਕਾਹਲੀ ਕਾਹਨੂੰ ਹੋਈ ਹੈ, ਕਿਉਂ ਛੇਤੀ ਖੋਲ੍ਹਣ ਨੂੰ ਫਿਰਦੀ ਹੈ? ਹਾਂਜੀ ਹਾਂ, ਕਿਉਂ ਕਾਹਲੀ ਕਰਦੇ? ਬਿਲਕੁਲ ਜੀ, ਹਰੇ ਖਾਸ ਕਰਕੇ ਕੁਬੈਕ ਨੂੰ ਤਾਂ ਹੁਣ ਜਿਵੇਂ PEI ਆ ਉਹ ਖੋਲ੍ਹਣ ਨੂੰ ਫਿਰਦੇ ਆ, ਉਹਨਾਂ ਕੇਸਿਸ ਬੜੇ ਥੋੜੇ ਹੈਗੇ ਨੇ। ਮੈਨੀਟੋਬਾ ਉਹ ਖੋਲ੍ਹਣ ਨੂੰ ਫਿਰਦਾ, ਉਹਨਾਂ ਕੇਸਿਸ ਬਹੁਤ ਥੋੜੇ ਨੇ। ਜਿੱਥੇ ਕੇਸਿਸ ਥੋੜੇ ਨੇ ਠੀਕ ਹੈ, ਤੁਸੀਂ ਚਾਂਸ ਲੈ ਲਓ, ਪਰ ਜਿੱਥੇ ਕੇਸਿਸ ਸਭ ਤੋਂ ਜ਼ਿਆਦਾ ਨੇ ਉੱਥੇ ਵੀ ਸਰਕਾਰ ਇਹ ਸੋਚ ਰਹੀ ਆ, ਇਟਸ ਬਿਯੋਂਡ ਇਮੈਜਿਨੇਸ਼ਨ। ਪਤਾ ਨਹੀਂ ਇਹ ਕਿਹੜੇ ਹਿਸਾਬ ਦੇ ਵਿੱਚ ਸੋਚਿਆ ਜਾ ਰਿਹਾ। ਜੀ ਬਿਲਕੁਲ ਸਰ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ। ਹੈਲੋ। ਹਾਂਜੀ ਹਾਂਜੀ,
ਹਾਂਜੀ ਮੈਂ ਦਰਸ਼ਨ ਬੋਲਦਾ ਜੀ ਗੁਰਦੇਵ ਵੀ ਦਾ। ਅੱਛਾ ਹਾਂਜੀ ਹਾਂ ਥੈਂਕ ਯੂ ਥੈਂਕਸ ਫॉर ਕਾਲਿੰਗ ਜੀ ਸੋ ਮਚ ਸਰ ਕਾਲ ਕਰਨ ਲਈ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਚੁੱਕੇ ਨੇ। ਥੈਂਕ ਯੂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ? ਮੈਂ ਕੁਲਜਿੰਦਰ ਜੌਹਰ ਮਿਸਟਰ ਸੱਗਾ ਤੋਂ ਬੋਲ ਰਹੀ ਸੀ। ਵੈਲਕਮ ਟੂ ਦ ਪ੍ਰੋਗਰਾਮ ਮੈਮ, ਦੱਸੋ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ 'ਚ? ਹਾਂਜੀ ਮੈਂ ਦੱਸਣਾ ਸੀਗਾ, ਅਸੀਂ ਸਟਿਲ ਕੰਮ ਤੇ ਜਾਂਦੇ ਆ ਨਾ। ਜਿੱਦਾਂ ਫਰਸਟ ਵੀਕ ਇੱਕ ਬੰਦਾ ਨਿਕਲਿਆ ਪੋਜ਼ਿਟਿਵ, ਉਹ ਤੋਂ ਨੈਕਸਟ 10 ਵੀਕ ਤੇ ਅੱਜ 5 ਬੰਦੇ ਨਿਕਲਿਆ। ਤੁਸੀਂ ਖੋਲਣ ਦੀ ਗੱਲ ਕਰੇ, ਸਾਨੂੰ ਤਾਂ ਲੱਗਦਾ ਹਜੇ ਬੰਦ ਹੋਣਾ ਚਾਹੀਦਾ ਆ। ਮੈਮ ਅਸੀਂ ਖੋਲਣ ਦੀ ਨਹੀਂ ਗੱਲ ਕਰ ਰਹੇ, ਸਰਕਾਰਾਂ ਕਹਿ ਰਹੀਆਂ ਨੇ ਖੋਲਣ ਲਈ। ਸਰਕਾਰਾਂ ਦੀ ਗੱਲ ਕਰਦੇ ਹਾਂ, ਅਸੀਂ ਨਹੀਂ ਹਜੇ ਵੀ ਖੋਲਣ ਨੂੰ ਤਿਆਰ ਨਹੀਂ ਹਾਂ ਜੀ। ਅਸੀਂ ਨਹੀਂ ਚਾਹੁੰਦੇ। ਮੈਨੂੰ ਤਾਂ ਲੱਗਦਾ ਸਾਡੀ ਕੰਪਨੀ ਹਜੇ ਬੰਦ ਹੋਊਗੀ। ਜੀ ਬਿਲਕੁਲ, ਜਿਵੇਂ ਤੁਸੀਂ ਦੱਸ ਰਹੇ ਹੋ ਮੈਮ, ਆਪਣਾ ਵੀ ਖਿਆਲ ਰੱਖੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਥੈਂਕ ਯੂ। ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਅਸੀਂ ਜੀ ਮਿਸਰਾ ਤੋਂ ਬੋਲ ਰਹੇ ਜੀ ਸਰ, ਬਹੁਤ ਬਹੁਤ ਸਵਾਗਤ ਹੈ। ਇਹ ਜਿਹੜਾ ਕਰੋਨਾ ਵਾਇਰਸ ਆ, ਇਹ ਕੈਂਸਰ ਨਾਲੋਂ ਵੀ ਬੁਰੀ ਚੀਜ਼ ਆ। ਕੈਂਸਰ ਤਾਂ ਤੁਹਾਨੂੰ ਸਮਾਂ ਦੇ ਦਿੰਦਾ, ਪਰ ਕਰੋਨਾ ਵਾਇਰਸ ਨਹੀਂ ਦਿੰਦਾ। ਤੇ ਦੂਜੀ ਗੱਲ, ਪੈਸਾ ਹੱਥਾਂ ਦੀ ਮੈਲ ਆ। ਪੈਸਾ ਤਾਂ ਦੁਬਾਰਾ ਆ ਜੂ। ਜੇ ਬੰਦਾ ਚਲਿਆ ਗਿਆ, ਆਪਾਂ ਹੀ ਚਲੇ ਗਏ, ਫਿਰ ਤਾਂ ਕੋਈ ਫਾਇਦਾ ਨਹੀਂ। ਤੇ ਤੀਜੀ ਗੱਲ ਹੋਰ ਕਹਿਣਾ ਚਾਹੁੰਦਾ। ਹੈਲੋ ਹਾਂਜੀ ਸਰ, ਰੱਖੋ ਵਿਚਾਰ ਜੀ। ਮੈਂ ਨਾ ਡਾਕਟਰ ਦੇ ਗਿਆ, ਮੈਨੂੰ ਡਾਕਟਰ ਨੇ ਮੈਂ ਦਵਾਈ ਖਾਣ ਲੱਗ ਗਿਆ। ਮੈਂ ਕਿਹਾ ਡਾਕਟਰ ਸਾਹਿਬ ਦਵਾਈ ਕਿੰਨੀ ਦੇਰ ਚੱਲੂ? ਕਹਿੰਦੇ ਪੁੱਤ ਬੇਟਾ ਬਸ 6 ਮਹੀਨੇ। ਮੈਂ ਕਿਹਾ ਠੀਕ ਆ। ਮੈਂ 6 ਮਹੀਨੇ ਲੰਘ ਗਏ। ਮੈਂ ਕਿਹਾ ਡਾਕਟਰ ਸਾਹਿਬ 6 ਮਹੀਨੇ ਹੋ ਗਏ। ਕਹਿੰਦਾ ਬਸ 2 ਮਹੀਨੇ ਹੋਰ। ਜਾਨੂੰ ਕਰਦੇ ਕਰਦੇ ਸਾਲ ਲੰਘ ਗਿਆ। ਫਿਰ ਮੈਨੂੰ ਪਤਾ ਲੱਗ ਗਿਆ ਕਿ ਇਹ ਸਾਰੀ ਜ਼ਿੰਦਗੀ ਖਾਣੀ ਹੈ। ਉਵੇਂ ਡੱਗਫੋਰਡ ਟਾਈਮ ਕਢਾ ਰਹੇ ਨੇ ਕਿ ਲੋਕੀ ਸਮਝ ਜਾਣ, ਮੇਰੇ ਪਿੱਛੇ ਨਾ ਪਾਓ, ਆਪਦੀ ਸੇਫਟੀ ਕਰਕੇ ਘਰੇ ਰਹੋ, ਘੱਟ ਖਾ ਲਓ, ਘੱਟ ਕਮਾ ਲਓ, ਘੱਟ ਜੇ ਸਾਰ ਲਓ। ਬਿਲਕੁਲ ਜੀ, ਥੈਂਕ ਯੂ ਸੋ ਮਚ ਸਰ, ਬਹੁਤ ਹੀ ਵਧੀਆ ਵਿਚਾਰ ਸਾਂਝੇ। ਪਤੇ ਦੀ ਗੱਲ ਕੀਤੀ ਹੈ ਜੀ, ਪਰ ਆਈ ਹੋਪ ਐਵਰੀਬਾਡੀ ਅੰਡਰਸਟੈਂਡਸ ਜੀ। ਬਿਲਕੁਲ, ਥੈਂਕ ਯੂ ਸੋ ਮਚ ਸਰ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਵਧੀਆ ਜੀ ਵਧੀਆ, ਤੁਸੀਂ ਆਪਣੇ ਦੱਸੋ ਕਿੱਥੋਂ ਬੋਲ ਰਹੇ ਹੋ? ਮੈਂ ਜੀ ਵਿਨੀਪੈਗ ਤੋਂ ਬੋਲ ਰਿਹਾ ਜੀ। ਹਾਂਜੀ ਸਰ, ਬਹੁਤ ਬਹੁਤ ਸਵਾਗਤ ਹੈ। ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਇਧਰੋਂ ਕਹਿੰਦਾ ਪੰਜਾਬੀ ਕਹਿੰਦੇ ਵੀ ਅਸੀਂ ਪੰਜਾਬ ਨੂੰ ਜਾਣਾ ਜੀ, ਤੇ ਉਧਰੋਂ ਉਹ ਕਹਿੰਦੇ ਵੀ ਅਸੀਂ ਕੈਨੇਡਾ ਨੂੰ ਜਾਣਾ ਜੀ। ਹਾਂਜੀ, ਵੀ ਇਹ ਸਰਕਾਰ ਨੂੰ ਕਿਉਂ ਤੰਗ ਕਰ ਰਹੇ ਆ? ਤੁਹਾਡਾ ਬੜਾ ਵਧੀਆ ਇਸ਼ੂ ਹੈ ਜੀ ਇਹ। ਇਟਸ ਅ ਗੁੱਡ ਥਿੰਗ। ਹਾਂ, ਅਸਲ ਇਹ ਹੈ ਜੀ, ਜਿਹੜਾ ਮਨੁੱਖੀ ਸੁਭਾਅ ਹੈ ਨਾ, ਇਹ ਸੈਟੀਸਫਾਈ ਨਹੀਂ ਹੁੰਦਾ ਹਮੇਸ਼ਾ ਹੀ। ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਜੇ ਹੁਣ ਕਹੀ ਵੀ ਕੈਨੇਡਾ ਸਰਕਾਰ $2000 ਦੇ ਰਹੀ ਹੈ। ਹਾਂਜੀ ਆਪਾਂ ਪੈਸੇ ਲਈ ਨਾ ਸੋਚੀਏ, ਇਹ ਗਵਰਨਮੈਂਟ ਦੀ ਆਪਾਂ ਹੈਲਪ ਕਰੀਏ। ਥੋੜੇ ਰੁਕ ਜੀ ਆਪਾਂ, ਜਿਹੜੇ ਪੰਜਾਬੀ ਪੰਜਾਬ 'ਚ ਬੈਠੇ ਆ ਪੰਜਾਬ 'ਚ ਰੁਕ ਜਾਣ, ਜਿਹੜੇ ਇੱਥੇ ਬੈਠੇ ਇੱਥੇ ਰੁਕ ਜਾਣ। ਦੇਖੋ ਤੁਸੀਂ ਬੜੀ ਸਿਆਣੀ ਗੱਲ ਕੀਤੀ ਹੈ ਜੀ। ਗੱਲ ਇਹ ਵੀ ਇਹ ਖਾਨੇ ਨਹੀਂ ਕਈਆਂ ਦੇ ਪੈਂਦੀ, ਸਮਝ ਨਹੀਂ ਆਉਂਦੀ ਜੀ। ਤੁਸੀਂ ਗੱਲ ਤਾਂ ਬੜੀ ਰੀਜ਼ਨੇਬਲ ਗੱਲ ਹੈ, ਸਿੱਧੀ ਜੀ ਗੱਲ ਹੈ ਤਰਨ, ਹਨਾ ਵੀ ਕੀ ਲੋੜ ਹੈ। ਬਿਲਕੁਲ ਸਰ, ਉਹੀ ਹੈ ਕਿ ਸਰਕਾਰਾਂ ਜਦ ਤੁਹਾਡੀ ਹੈਲਪ ਕਰ ਰਹੀਆਂ ਨੇ, ਹੁਣ ਉਧਰਲੇ ਨੂੰ ਇਹ ਹੈ ਕਿ ਕਿਤੇ ਅਸੀਂ ਨਾ ਰਹਿ ਜਾਈਏ ਬੈਨੀਫਿਟਸ ਲੈਣ ਤੋਂ। ਜਿਹੜੇ ਇਧਰਲੇ ਨੇ ਹੁਣ ਉਹਨਾਂ ਨੂੰ ਆਪਦੇ ਪਰਿਵਾਰਾਂ ਦੀ ਚਿੰਤਾ ਸਤਾ ਰਹੀ ਹੈ। ਬੈਨੀਫਿਟਸ ਉੱਥੋਂ ਨੂੰ ਵੀ ਦੇਣ ਨੂੰ ਤਿਆਰ ਆ ਸਰਕਾਰ। ਬਿਲਕੁਲ, ਉਹ ਸਮਝ ਨਹੀਂ ਨਾ ਆ ਰਹੀ ਹਜੇ, ਉੱਥੇ ਤੱਕ ਗੱਲ ਪਹੁੰਚ ਨਹੀਂ ਪਾ ਰਹੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਮੈਂ ਅਮਰੀਕਾ ਤੋਂ ਬੋਲਦੀ ਹਾਂ ਤੇ ਮੇਰਾ ਕੁਐਸਚਨ ਰਿਗਾਰਡਿੰਗ ਮੇਰੀ ਕਜ਼ਨ ਤੋਂ ਆ। ਤੇ ਉਹ ਲਾਈਕ ਉਹਨੇ ਮਾਰਚ ਦੇ ਸਮੈਸਟਰ ਦੇ ਵਿੱਚ ਕੈਨੇਡਾ ਆਈ ਸੀ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ। ਤੇ ਹੁਣ ਉਹਦੇ ਕੋਲ ਕੋਈ ਲਾਈਕ ਯੂ ਨੋ ਵੀ ਉਹ ਬਿਗਨਿੰਗ ਹਜੇ ਸਮੈਸਟਰ ਦਾ ਹੋਇਆ ਹੀ ਸੀ ਕਿ ਕੋਵਿਡ ਕਰਕੇ ਸਭ ਕੁਝ ਬੰਦ ਹੋ ਗਿਆ। ਤੇ ਅਸੀਂ ਮੈਂ ਇਹ ਪੁੱਛਣਾ ਸੀ ਕਿ ਇਜ਼ ਦੇयर ਐਨੀ ਵੇ ਦੈਟ ਵੀ ਕੈਨ ਯੂ ਨੋ ਅਮਰੀਕਾ ਆਪਣੇ ਕੋਲ ਲੈ ਕੇ ਆ ਸਕਦੇ ਆ। ਤੇ ਬਟ ਲਾਈਕ ਹੁਣ ਕੋਈ ਫਾਈਨੈਂਸ਼ੀਅਲ ਸਪੋਰਟ ਉਹਦੇ ਕੋਲ ਹੈ ਨਹੀਂ। ਸੋ ਬੇਸਿਕਲੀ ਪ੍ਰੋਬਲਮ ਉਹਨੂੰ ਲਾਈਕ ਆਈ ਰੈਂਟ ਵਗੈਰਾ ਦੀ ਆਉਂਦੀ ਹੈ। ਸੋ ਇਜ਼ ਦੇयर ਐਨੀ ਵੇ ਦੈਟ ਵੀ ਕੈਨ ਡੂ ਸਮਥਿੰਗ ਫॉर ਹਰ? ਜੀ ਸਰ, ਥੈਂਕ ਯੂ ਵੈਰੀ ਮਚ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ। ਜਿਹੜਾ ਤੁਸੀਂ ਸਵਾਲ ਕੀਤਾ ਜੀ, ਸਾਡੀ ਵੰਗ ਤੋਂ ਬਾਹਰ ਹੈ ਫ੍ਰੈਂਕਲੀ, ਕਿਉਂਕਿ ਦਿਸ ਇਜ਼ ਰਿਗਾਰਡਿੰਗ ਇਮੀਗ੍ਰੇਸ਼ਨ। ਪਰ ਜਿਹੜੇ ਇੰਨਾ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਇੱਥੇ ਹੁਣ ਐਜ਼ ਅ ਸਟੂਡੈਂਟ ਆਏ ਨੇ, ਹੁਣੇ ਆਏ ਨੇ, ਜਿਹੜੇ ਨਵੇਂ ਸਟੂਡੈਂਟਸ ਆਏ ਨੇ ਜਾਂ ਕੋਈ ਨਵਾਂ ਇਮੀਗ੍ਰੈਂਟਸ ਇਸ ਵੇਲੇ ਆ ਰਿਹਾ, ਮੇਰਾ ਖਿਆਲ ਹੈ ਸਰਕਾਰ ਨੇ ਉਹਨਾਂ ਵਾਸਤੇ ਕੋਈ ਪ੍ਰੋਗਰਾਮ ਉਲੀਕਿਆ ਨਹੀਂ ਹੈ ਅਜੇ ਤੱਕ। ਮੇਰੇ ਖਿਆਲ ਨਹੀਂ। ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰੈਂਪਟਨ ਤੋਂ ਬੋਲ ਰਿਹਾ, ਟੋਰਾਂਟੋ ਤੋਂ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਰ। ਹਾਂਜੀ, ਉਹ ਮੇਰਾ ਬੇਟਾ ਗਿਆ ਸੀਗਾ, ਮਤਲਬ ਆਪਣੇ ਦਸੰਬਰ ਦੇ ਵਿੱਚ ਹੀ ਗਿਆ ਸੀ।
ਹੁਣ ਉਧਰੋਂ ਮਤਲਬ ਕਹਿੰਦਾ ਪਾਪਾ ਗਰਮੀ ਹੋ ਗਈ, ਮੱਛਰ ਹੋ ਗਿਆ, ਐ ਹੋ ਗਿਆ। ਉਹ ਮੈਂ ਕਿਹਾ ਤੂੰ ਇੱਥੇ ਟਿਕਿਆ ਰਹੇ, ਹਲੇ ਕੋਈ ਮਤਲਬ ਬੰਦਾ ਸਾਰਾ ਇੰਡੀਆ ਤੇ ਤੂੰ ਇੱਥੇ ਰਹਿ। ਉਹ ਕਹਿੰਦਾ ਨਹੀਂ ਗਰਮੀ ਹੋ ਗਈ ਤੇ ਜਵਾਕ ਮੱਛਰ ਨਾਲ ਖਾਂਦੇ ਆ, ਐ ਕਰਦੇ ਆ, ਉਹ ਕਰਦੇ ਆ। ਮੈਂ ਕੋਈ ਨੀ, ਮੱਛਰ ਅੱਗੇ ਦੂਰੇ ਪੜ ਕੇ ਗਿਆ। ਉਹ ਮੇਰਾ ਪੋਤਾ, ਉਹਨੂੰ ਕਹਿੰਦਾ ਮੱਛਰ ਲੜ ਕੇ ਹੋਇਆ ਪਿਆ ਲਾਲ। ਕੀ ਕਰੀਏ ਜੀ ਹੁਣ? ਦੇਖੋ ਜੀ ਗੱਲ ਹੈਗੀ ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਸਰ। ਮਰਗਿੰਨਾ ਜੀ ਤੁਹਾਡਾ ਜਵਾਬ ਦੇ ਰਹੇ ਨੇ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਦੇਖੋ ਗੱਲ ਇਹ ਹੈ ਜੀ, ਇਹ ਤੁਹਾਨੂੰ ਜਿਹੜਾ ਸਿਸਟਮ ਹੈ ਉਹਦੇ ਚ ਅਪਲਾਈ ਕਰਨਾ ਪਵੇਗਾ। ਉਹਨਾਂ ਨੂੰ ਆਪਦਾ ਨੰਬਰ ਆਉਣਾ ਪਏਗਾ। ਜੇ ਤਾਂ ਉਹ ਹੈਗੇ ਨੇ ਸਿਟੀਜ਼ਨ, ਮੇਰੇ ਖਿਆਲ ਹੈ ਜੇ ਉਹ ਸਿਟੀਜ਼ਨ ਹੈਗੇ ਤਾਂ ਬੇਟਾ ਜ਼ਰੂਰ ਸਿਟੀਜ਼ਨ ਆ ਵੀ, ਜੇ ਉਹਦਾ ਇੱਥੇ ਬਰਥ ਹੋਇਆ ਹੈਗਾ। ਸਿਟੀਜ਼ਨ ਦੇ ਨਾਲ PR ਵੀ ਆ ਸਕਦਾ, ਅਦਰਵਾਈਜ਼ ਹਲੇ ਸਿਟੀਜ਼ਨਸ ਹੋਈ ਆ ਰਹੇ ਨੇ। ਨਵੀਆਂ ਫਲਾਈਟਾਂ ਆ ਰਹੀਆਂ ਨੇ, ਮੇਰੇ ਖਿਆਲ ਆਲ ਟੁਗੈਦਰ 17 ਫਲਾਈਟਾਂ ਨੇ ਸ਼ਾਇਦ, ਉਹਨਾਂ 'ਚ ਕੁਝ ਫਲਾਈਟਾਂ ਆ ਵੀ ਗਈਆਂ ਨੇ, ਹੋਰ ਆਉਣੀਆਂ ਨੇ। ਉਹਨਾਂ ਨੂੰ ਉਹਦੇ ਵਿੱਚ ਜਿਵੇਂ ਨੰਬਰ ਲੱਗਦਾ, ਜਿਹੜੀ ਗਵਰਨਮੈਂਟ ਹੈ ਤੁਹਾਨੂੰ ਮੈਸੇਜ ਆਏਗਾ, ਉਹਦੇ ਮੁਤਾਬਕ ਤੁਹਾਨੂੰ ਲਾਈਨ ਚਲਾ ਦਿੰਦੇ। ਜਿਹੜੀ ਤੁਹਾਡੀ ਜਿਸ ਦਿਨ ਦੀ ਫਲਾਈਟ ਹੈ ਉਸੇ ਤਰ੍ਹਾਂ ਹੀ ਆ ਸਕਦੇ। ਹੋਰ ਮੇਰੇ ਖਿਆਲ ਆ ਕੋਈ ਤੁਹਾਡੇ ਕੋਲੇ ਹੋਰ ਕੋਈ ਚਾਰਾ ਹੈ ਨਹੀਂ ਗਾ ਜੀ ਇਹਦਾ। ਬਿਲਕੁਲ ਜੀ, ਤੇ ਨਾਲ ਹੀ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਹੁਣ ਇਜਾਜ਼ਤ ਲੈਣ ਵੱਲ ਵੱਧ ਰਿਹਾ, ਰੁਖਸਤੀ ਵੱਲ ਵੱਧ ਰਿਹਾ, ਤੇ ਕੱਲ ਨੂੰ ਤੁਸੀਂ ਸਾਡੇ ਨਾਲ ਮੁੜ ਤੋਂ ਜੁੜ ਸਕਦੇ ਹੋ। ਪਰ ਦੱਸ ਦਈਏ ਕਿ ਹੁਣ ਪ੍ਰੋਗਰਾਮ ਖਤਮ ਹੋਣ ਤੋਂ ਬਿਲਕੁਲ 5 ਮਿੰਟ ਬਾਅਦ ਅਸੀਂ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਜਿਹਦੇ ਵਿੱਚ ਲਾਈਵ ਅਸੀਂ ਇੱਕ ਪੰਜਾਬਣ ਟਰੱਕ ਡਰਾਈਵਰ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਸੋ ਅਜਿਹੇ ਮੌਕੇ ਵਿੱਚ ਜਦੋਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਡਰਾਈਵਰਸ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ, ਅਸੀਂ ਚਾਹਾਂਗੇ ਕਿ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਉਹਨਾਂ ਨੂੰ ਕਾਲ ਜ਼ਰੂਰ ਕਰਿਓ ਤੇ ਉਹਨਾਂ ਦਾ ਧੰਨਵਾਦ ਜਿਹੜਾ ਹੈ ਜ਼ਰੂਰ ਕਰਿਓ, ਕਿਉਂਕਿ ਡਰਾਈਵਰਸ ਇਸ ਵਕਤ ਆਪਣੀ ਜਾਨ ਤਲੀ ਤੇ ਰੱਖ ਕੇ ਸਾਡੇ ਲਈ ਜਿਹੜਾ ਸਾਡਾ ਜ਼ਰੂਰੀ ਸਮਾਨ ਆ ਗਰੋਸਰੀ ਸਟੋਰਸ ਤੱਕ ਪਹੁੰਚਾ ਰਹੇ ਨੇ। ਸਰ ਪ੍ਰੋਗਰਾਮ ਦੇ ਅਖੀਰ 'ਚ ਕੋਈ ਚੰਗੀ ਗੱਲ ਜ਼ਰੂਰ ਦੱਸ ਦਵੋ, ਕਿਉਂਕਿ ਚੰਗੀ ਗੱਲ ਬਹੁਤ ਜ਼ਰੂਰੀ ਹੈ। ਤਰਨ, ਜਿਹੜਾ ਪਹਿਲਾ ਫੋਨ ਆਇਆ ਸੀਗਾ ਨਾ, ਉਹਦਾ ਭਾਰ ਕਿਲੋ ਸੀ। ਸੈੱਲ ਫੋਨ ਦੀ ਗੱਲ ਕਰ, 1 ਕਿਲੋ ਭਾਰ ਸੀ, ਤੇ ਉਹਦੀ ਜਿਹੜੀ ਆ ਉਹਨੂੰ ਚਾਰਜ ਕਰਨ ਵਾਸਤੇ 10 ਘੰਟੇ ਲੱਗਦੇ ਸੀਗੇ। 10 ਘੰਟੇ ਚਾਰਜ ਹੁੰਦਾ ਸੀਗਾ। ਸਾਰੀਆਂ ਕੰਪਨੀਆਂ ਦਾ ਬਹੁਤ ਜ਼ੋਰ ਲੱਗਾ ਸੀ ਕਿ ਕਿਹੜਾ ਉਹਨੂੰ ਪਹਿਲਾਂ ਬਣਾਉਂਦਾ। ਜਿਹੜਾ ਬਣਾਏਗਾ ਤਾਂ ਨੈਚੁਰਲੀ ਆ, ਉਹਦੇ ਕੋਲੇ ਉਹਦੇ ਰਾਈਟਸ ਹੋਣਗੇ, ਉਹਦੇ ਫੋਨਸ ਜ਼ਿਆਦਾ ਵਿਕਣਗੇ। 2 ਕੰਪਨੀਆਂ ਬਹੁਤ ਜ਼ਿਆਦਾ ਅਮਰੀਕਨ ਕੰਪਨੀ ਦਾ ਜ਼ੋਰ ਲੱਗਿਆ ਹੋਇਆ ਸੀਗਾ। ਉਹ ਚੋਂ ਇੱਕ ਕੰਪਨੀ ਨੇ ਬਣਾ ਲਿਆ, ਤੇ ਜਿਹਨੇ ਬਣਾਇਆ ਉਹਨੇ ਦੂਜੀ ਕੰਪਨੀ ਦੇ ਐਗਜ਼ੈਕਟਿਵ ਨੂੰ ਫੋਨ ਕੀਤਾ। ਉਹਦਾ ਸੁਨੇਹਾ ਕੀ ਸੀ? ਜਿਹਨੂੰ ਐਗਜ਼ੈਕਟਿਵ ਨੂੰ ਫੋਨ ਕੀਤਾ ਉਹਦਾ ਨਾਮ ਜੋਲ ਸੀਗਾ। ਕਹਿੰਦਾ, ਜੋਲ, ਦਿਸ ਇਜ਼ ਮਾਰਟੀ ਕੂਪਰ. I would like you to know that I'm calling you from a cellular phone. Oh. ਮੋਟਰੋਲਾ ਦਾ ਸੀਗਾ ਜੀ। ਮਾਰਟੀ ਕੂਪਰ ਸੀਗਾ ਜਿਹਨੇ ਉਸ ਦੀ ਇਨਵੈਂਸ਼ਨ ਕੀਤੀ ਸੀ। ਸਭ ਤੋਂ ਪਹਿਲੀ ਕਾਲ ਉਹਨੇ ਆਪਦੇ ਰਾਈਵਲ ਨੂੰ ਕੀਤੀ ਸੀਗੀ ਕਿ ਅਸੀਂ ਸੈੱਲ ਫੋਨ ਬਣਾ ਲਿਆ। ਅੱਜ ਇੰਨਾ ਹੀ ਕਾਫੀ ਜੀ। ਫੋਨ ਕਰਦੇ ਰਿਹਾ ਕਰੋ, ਤੁਹਾਡੇ ਸੁਨੇਹੇ ਆਉਂਦੇ ਆ, ਬਹੁਤ ਖੁਸ਼ੀ ਹੁੰਦੀ ਹੈ। ਤੁਸੀਂ ਆਲੋਚਨਾ ਕਰਦੇ ਹੋ, ਉਦੋਂ ਵੀ ਖੁਸ਼ੀ ਹੁੰਦੀ ਹੈ। ਸਾਡੇ ਫੇਸਬੁੱਕ ਤੇ ਤੁਸੀਂ ਸ਼ੇਅਰ ਕਰਦਿਆ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਿਲਕੁਲ, ਤੇ ਥੈਂਕ ਯੂ ਸੋ ਮਚ ਸਰ, ਤੁਸੀਂ ਅੱਜ ਸਟੂਡੀਓ ਵਿੱਚ ਖਾਸ ਤੌਰ ਤੇ ਆ ਕੇ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਤੇ ਤੁਸੀਂ ਦੇਖ ਸਕਦੇ ਹੋ ਅੱਜ ਕਾਲ ਵੀ ਪਹਿਲਾਂ ਨਾਲੋਂ ਜ਼ਿਆਦਾ ਆਈਆਂ ਨੇ। ਸਟੂਡੀਓ ਚ ਆਉਂਦੇ ਰਿਹਾ ਕਰੋ। ਥੈਂਕ ਯੂ ਜੀ। ਜੀ ਵਿਸ਼ ਯੂ ਆਲ ਦ ਬੈਸਟ। ਬਿਲਕੁਲ ਜੀ। ਤੇ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਅੱਜ ਦਾ ਲਾਈਵ, ਤੇ ਕੱਲ ਨੂੰ ਫਿਰ ਲਾਈਵ ਪ੍ਰੋਗਰਾਮ 'ਚ ਜੁੜਾਂਗੇ। ਤੁਹਾਨੂੰ ਦੱਸ ਦਈਏ ਕਿ ਅਸੀਂ ਟੋਰਾਂਟੋ ਸਮੇਂ ਦੇ ਮੁਤਾਬਿਕ ਸਾਡੀ ਪੂਰੀ ਟੀਮ ਜਿਹੜੀ ਆ ਹਾਜ਼ਰ ਹੁੰਦੀ ਆ ਵੱਖ-ਵੱਖ ਅਪਡੇਟਸ ਲੈ ਕੇ। ਤੜਕੇ 5 ਵਜੇ ਸਾਡਾ ਲਾਈਵ ਪ੍ਰੋਗਰਾਮ ਹੁੰਦਾ, ਉਸ ਤੋਂ ਬਾਅਦ 9 ਵਜੇ ਸਾਡਾ ਲਾਈਵ ਪ੍ਰੋਗਰਾਮ ਹੁੰਦਾ। ਸਾਡੀ ਅਲੱਗ ਟੀਮ ਹੁੰਦੀ ਹੈ। ਟੋਰਾਂਟੋ ਸਮੇਂ ਦੇ ਮੁਤਾਬਿਕ ਹੀ 3 ਤੋਂ ਲੈ ਕੇ 4 ਵਜੇ ਤੱਕ ਅਸੀਂ ਇਮੀਗ੍ਰੇਸ਼ਨ ਮੈਟਰਸ, ਹੈਲਥ ਤੇ ਵੱਖ-ਵੱਖ ਮੁੱਦਿਆਂ ਉੱਤੇ ਗੱਲਬਾਤ ਕਰਦੇ ਹਾਂ, ਤੇ 6 ਤੋਂ ਲੈ ਕੇ 7 ਵਜੇ ਤੱਕ ਮੈਂ ਤੇ ਨਾਚੀ ਹੁੰਦੇ ਹਾਂ, ਹਮੇਸ਼ਾ ਤੁਹਾਡੇ ਰੂਬਰੂ ਹੁੰਦੇ ਹਾਂ, ਵੱਖ-ਵੱਖ ਮੁੱਦਿਆਂ ਉੱਤੇ ਗੱਲਾਂ ਬਾਤਾਂ ਕਰਦੇ ਹਾਂ। ਤੇ ਅੱਜ ਹੁਣ ਇਸ ਤੋਂ ਠੀਕ 5 ਮਿੰਟ ਬਾਅਦ ਅਸੀਂ ਪੰਜਾਬਣ ਟਰੱਕ ਡਰਾਈਵਰ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ ਲਾਈਵ, ਜਿਹਦੇ ਵਿੱਚ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਉਹਨਾਂ ਦਾ ਐਕਸਪੀਰੀਅੰਸ ਜਾਣ ਸਕਦੇ ਹੋ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆ ਕੇ ਇੱਥੇ ਕੈਨੇਡਾ ਵਿੱਚ ਇੱਕ ਸਫਲ ਟਰੱਕ ਡਰਾਈਵਰ ਬਣੀ ਇਸ ਮਹਿਲਾ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਾਂਗੇ। ਫਿਲਹਾਲ ਪ੍ਰੋਗਰਾਮ ਵਿੱਚ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।